किड्डा हैरान हुन्ना कि किसान नूं कहंदे तैनूं मिनिमम सपोर्ट प्राइस नहीं देनी, ਉਹਨੂੰ ਕਹਿੰਦੇ ਤੈਨੂੰ ਮੈਕਸਿਮਮ ਸਪੋਰਟ ਪ੍ਰਾਈਸ ਦੇਣੀ ਹੈ। ਚੱਕ ਰੇਲਾਂ, ਚੱਕ ਸਰਕਾਰੀ ਜ਼ਮੀਨ, ਸਾਰਾ ਕੁਝ ਚੱਕ। ਔਰ ਇਹ ਗੇਮ ਇਹੋ ਜਿਹੀ ਥਾਂ ਤੇ ਲਿਆ ਕੇ ਖੜੇ ਕਰਨਗੇ, ਮੁਹਤਾਜ ਬਣਾ ਦੇਣਗੇ, ਖਤਮ ਕਰ ਦੇਣ, ਗੁਲਾਮ ਬਣਾ ਦੇਣਗੇ। ਮੈਂ ਕਹਿ ਰਿਹਾ ਚੈਲੰਜ ਨਾਲ, ਔਰ ਮੇਰੇ ਨਾਲ ਮੈਂ ਕਦੋਂ ਦਾ ਕਹਿਣਾ ਬਹਿਸ ਆ ਮੇਰੇ ਨਾਲ ਬੈਠ, ਮੈਂ ਬੈਠ। 1 ਸਾਲ ਦੇ ਵਿੱਚ ਚੜ੍ਹਦਾ 74,000 ਤੇ ਇਹਨਾਂ ਦੇ ਵੇਲੇ 1 ਸਾਲ 'ਚ ਚੜ੍ਹਦਾ 7.5 ਲੱਖ। ਜੇ ਤੁਸੀਂ ਉਹਨੂੰ ਰੇਲਾਂ ਦੇਣੀਆਂ ਨੇ, ਜੇ ਤੁਸੀਂ ਉਹਨੂੰ ਇੰਨਾ ਇਨਫਰਾਸਟ੍ਰਕਚਰ ਦੇਣਾ, ਮੇਰਾ ਸਵਾਲ ਇਹ ਹੈ ਕਿ ਫਿਰ ਹਿੰਦੁਸਤਾਨ ਦੀ ਸਰਕਾਰ ਆਪ ਕਿਉਂ ਨਹੀਂ ਲਾਉਂਦੀ ਪੈਸੇ? ਮੈਂ ਇਸੇ ਕਰਕੇ ਇਸ ਸੱਚ ਨੂੰ ਬੇਨਕਾਬ ਕਰਨਾ ਚਾਹੁੰਦਾ ਸੀਗਾ, ਕਿਉਂਕਿ ਤੁਹਾਡੀ ਕ੍ਰੈਡੀਬਿਲਿਟੀ ਹੈ। ਲੋਕਾਂ 'ਚ ਖੜ ਕੇ ਮੇਰੇ ਵੱਲੋਂ ਹੀ ਸਵਾਲ ਕਰ ਦਿਓ, ਮਾਈ ਦਾ ਲਾਲ ਜੰਮਿਆ ਨਹੀਂ ਕੋਈ ਆ ਕੇ ਬਹਿ ਜੇ, ਮੈਂ ਜਾਣਾ। ਮੈਂ ਕਹਿੰਦਾ ਜੇ ਮੈਂ ਜਾ ਕੇ ਖੜ ਗਿਆ, ਮੈਂ 4 ਵਾਰ ਦਾ MP ਹਾਂ, ਜਦੋਂ ਮੈਂ ਉੱਥੇ ਖੜੂੰਗਾ ਕਹਿਣਗੇ ਦੇਖੋ ਜੀ ਅਸੀਂ ਉਦੋਂ ਹੀ ਨਾਲ ਦੀ ਨਾਲ ਇਹਨਾਂ ਦੇ ਮੰਤਰੀ ਨੇ ਕਿਸੇ ਨੇ ਟਾਟਰਾ ਜਿਹਾ ਜਿਹੜਾ ਹੈ ਉਹਨੇ ਨਾਲ ਦੀ ਨਾਲ ਕਹਿ ਦੇਣਾ ਦੇਖੋ ਜੀ ਦੇਖੋ ਇਹ ਆਪੋਜੀਸ਼ਨ ਕਰਾ ਰਹੀ ਹੈ। ਇਹਨਾਂ ਦੀ ਕੀ ਮਜ਼ਾਲ ਹੈ ਪੈਰ ਧਰ ਦੇਣ? ਜੇ ਅਸੀਂ ਇਕੱਠੇ ਹੋ ਜਾਈਏ, ਕਿਸਾਨ ਦਾ ਔਰ ਮਾਨੀ ਦਾ ਅਡਾਨੀ ਦਾ ਕੀ ਫਰਕ ਹੈ ਮਿੱਤਰਾ? ਇੱਕ ਸਟੋਰੇਜ ਦਾ ਫਰਕ ਹੈ ਔਰ ਕੁਝ ਵੀ ਨਹੀਂ। 3 ਰੁਪਏ ਦਾ ਟਮਾਟਰ ਦਿੰਦਾ ਉਹ ਆ ਕੇ ਮੰਡੀ 'ਚ, ਕੋਈ ਕਹਿੰਦਾ 5 ਲੈ ਲੂੰ, ਕੋਈ ਕਹਿੰਦਾ 3 ਲੈ ਲੂੰ। ਜਦੋਂ ਉਹ 3 ਦਾ ਦਿੰਦਾ ਉਹਨੂੰ ਨਾਲ ਦੀ ਨਾਲ ਇੱਕ ਸਟੋਰੇਜ 'ਚ ਪਾ ਕੇ ਉਸੇ ਦਿਨ ਮਾਰਕੀਟ ਦੇ ਵਿੱਚ 25 ਦਾ 30 ਦਾ ਵੇਚਦੇ ਆ। ਮਹੀਨੇ ਬਾਅਦ ਉਹ 60 ਦਾ ਵਿਕਦਾ, ਕਿਤੇ 70 ਦਾ ਵਿਕਦਾ। ਤੇ ਜੇ ਕਿਸਾਨ ਨੇ ਜਿਹਨੇ 3 ਰੁਪਏ ਦਾ ਦਿੱਤਾ, ਉਹਨੇ ਜਾ ਕੇ ਮਾਰਕੀਟ ਦੇ ਵਿੱਚ ਜਾ ਕੇ ਟਮਾਟਰ ਖਰੀਦਣਾ, ਉਹ ਵੀ 60 ਦਾ ਖਰੀਦਦਾ। ਨਹੀਂ ਲੜਨਾ ਪੈਣਾ ਭਾਜੀ, ਲੜਨਾ ਹੈ ਵੀ ਇਹਨਾਂ ਦੇ ਪੋਤੜੇ ਖੋਲੋ, ਇਹਨਾਂ ਨੂੰ ਆਵਾਜ਼ ਮਾਰੋ ਤੇ ਆਪਣੇ ਆਤਮ ਨਿਰਭਰ ਹੋਣ ਦੀ ਰਾਹ ਲੱਭੋ। ਪਹਿਲੀ ਵਾਰ ਸੈਲੀਬ੍ਰਿਟੀ ਜਿੱਤਦਾ ਭਾਜੀ, ਦੂਜੀ ਵਾਰ ਉਹਦਾ ਕੰਮ ਜਿੱਤਦਾ, ਤੀਜੀ ਵਾਰ ਉਹਦਾ ਆਚਰਣ ਵਿਵਹਾਰ ਜਿੱਤਦਾ, ਤੇ ਚੌਥੀ ਵਾਰ ਉਹਦਾ ਕਿਰਦਾਰ ਜਿੱਤਦਾ। ਔਰ ਜਿਹਦੇ ਪੱਲੇ ਕਿਰਦਾਰ ਹੈ ਜ਼ਿੰਦਗੀ 'ਚ ਕਦੇ ਹਾਰਦਾ। ਇੱਕ ਬਹੁਤ ਵੱਡਾ ਛੜਯੰਤਰ, ਇੱਕ ਵੱਡੀ ਗੇਮ ਦਾ ਪਾਰਟ ਹੈ ਇਹ 3 ਕਾਲੇ ਕਾਨੂੰਨ। ਇਹ ਉਹਦੇ ਮੂਹਰੇ ਜਿਹੜੀ ਉਹ ਗੇਮ ਚੱਲਦੀ ਹੈ ਨਾ, ਔਰ ਨਿਰੰਤਰ ਚੱਲਦੀ ਹੈ। ਮਤਲਬ 2014 ਤੋਂ ਉਹ ਰੁਕੀ ਨਹੀਂ, ਉਹ ਤੁਰਦੀ ਜਾਂਦੀ ਹੈ। ਇਹ ਉਹਦਾ ਛੋਟਾ ਜਿਹਾ ਹਿੱਸਾ ਹੈ। ਜੇ ਤੁਸੀਂ ਕਹੋ ਨਾ ਵੀ ਸ਼ੈਤਾਨ ਦੀ ਗੱਡੀ ਹੈ, ਤੇ ਇਹ ਸ਼ੈਤਾਨ ਦੀ ਗੱਡੀ ਦੇ 3 ਪਹੀਏ ਨੇ, ਇੰਜਣ ਉਹ ਹੈ। ਤੇ ਮੈਂ ਅੱਜ ਇੰਜਣ ਦੀ ਗੱਲ ਕਰੂੰ, ਬਿਕਾਜ਼ ਆਈ ਆਲਵੇਜ਼ ਬਿਲੀਵ ਟੇਕ ਅਵੇ ਦ ਕਾਜ਼ ਐਂਡ ਦੀ ਇਫੈਕਟ ਵਿਲ ਸੀਜ਼। ਸੋ ਉਹ ਕਾਜ਼ ਹੈ, ਇਹ ਸਾਰੀ ਚੀਜ਼ ਉੱਥੋਂ ਸ਼ੁਰੂ ਹੋਈ ਹੈ, ਉਹ ਜੜ। ਹੁਣ ਜਦੋਂ ਮੈਂ ਦੇਖਦਾ ਓਵਰ ਅ ਪੀਰੀਅਡ ਆਫ ਟਾਈਮ, ਮੈਂ ਮੁਲਕ ਦੇਖਦਾ, ਮੈਂ ਆਪਣਾ ਕੌਨਸਟੀਟਿਊਸ਼ਨ ਦੇਖਦਾ, ਸਾਡੀਆਂ ਵੈਲਿਊਜ਼ ਦੇਖਦਾ, ਸੋਸ਼ਲ ਜਸਟਿਸ ਦੇਖਦਾ, ਡੈਮੋਕ੍ਰੇਸੀ ਦੇਖਦਾ। ਮੁਲਕਾਂ ਨੂੰ ਬਣਨ ਨੂੰ, ਸੰਵਿਧਾਨ ਨੂੰ ਬਣਨ ਨੂੰ ਟਾਈਮ ਲੱਗਦੇ ਆ, ਫਿਰ ਐਵੋਲਿਊਸ਼ਨ ਹੁੰਦੀ ਹੈ। ਮੁਲਕ ਤਰੱਕੀ ਕਰਦੇ ਕਰਦੇ ਡਿੱਗਣ ਨੂੰ ਇੱਕ ਪਲ ਲੱਗਦਾ। ਦੇਖ ਲਓ ਅਮਰੀਕਾ ਕਿੱਥੇ ਆ ਗਿਆ ਇੱਕ ਦਿਨ 'ਚ ਕਿੱਥੋਂ ਕਿੱਥੇ ਆਇਆ। ਉਹ ਸਨੇਕਸ ਐਂਡ ਲੈਡਰਸ ਹੁੰਦੀ ਹੈ ਨਾ, ਉਹ ਇੱਕ ਡੰਗ ਵੱਜਦਾ, ਠਾਂ ਕਰਦਾ, ਬੰਦਾ 0 ਤੇ ਆਉਂਦਾ। ਮੈਂ ਇੰਸਟੀਟਿਊਸ਼ਨਸ ਦਾ ਹਾਲ ਦੇਖਿਆ ਪਿਛਲੇ 4 ਸਾਲਾਂ ਦੇ ਵਿੱਚ। ਜਿੱਥੇ ਇੰਸਟੀਟਿਊਸ਼ਨਸ ਆ ਗਈਆਂ, ਤੁਸੀਂ ਮੀਡੀਆ ਦੇ ਲੋਕ ਹੋ, ਦ ਗੁੱਡ, ਦ ਬੈਡ, ਦੀ ਅਗਲੀ ਆਰ ਐਵਰੀਵੇਅਰ, ਪਰ ਤੁਸੀਂ ਮੀਡੀਆ ਦਾ ਹਾਲ ਦੇਖ ਲਓ। ਕਦੇ ਸੋਚ ਸਕਦਾ ਸੀ ਬੰਦਾ ਕਿੱਡਾ ਰੁਤਬਾ ਮੀਡੀਆ ਦਾ, ਤੇ ਕਦੇ ਸੋਚ ਸਕਦਾ ਸੀ ਬੰਦਾ ਵੀ ਇਸ ਹੱਦ ਤੱਕ ਲੋਕ ਕਹਿਣਗੇ ਗੋਦੀ ਮੀਡੀਆ, ਲੋਕ ਗਾਲਾਂ ਕੱਢਣਗੇ ਪਬਲਿਕਲੀ। ਦੇਖੋ ਲੋਕਾਂ ਦੀ ਆਵਾਜ਼ ਨੂੰ ਰਿਸਪੈਕਟ ਕਰਨਾ ਚਾਹੀਦਾ, ਮੈਂ ਹਮੇਸ਼ਾ ਕਰਦਾ, ਉਹਦੇ 'ਚ ਹੀ ਰੱਬ ਦੀ ਆਵਾਜ਼ ਹੈ। ਦ ਵੌਇਸ ਆਫ ਦ ਪੀਪਲ ਇਜ਼ ਦ ਵੌਇਸ ਆਫ ਗੋਡ। ਤੁਸੀਂ ਇਹ ਦੇਖ ਲਓ ਵੀ ਸੋਸ਼ਲ ਮੀਡੀਆ ਹੁਣ ਆਇਆ, ਇਹ ਕਹਿੰਦੇ ਬੜੀ ਰੈਵੋਲਿਊਸ਼ਨ ਹੈ, ਬੜੀ ਤਕੜੀ ਰੈਵੋਲਿਊਸ਼ਨ ਹੈ, ਇਹ ਤਾਂ ਕਮਾਲ ਕਰ ਦੂਗੀ, ਫਲਾਨਾ ਕਰ ਦੂ। ਉਹ 'ਚ ਟਰੋਲ ਆ ਗਏ। ਉਹ ਇੱਕ ਬੰਦਾ ਬੈਠਾ ਹੁੰਦਾ ਕੰਪਿਊਟਰ 'ਤੇ, ਤੁਸੀਂ ਉਹਨੂੰ ਦੇਖੋ ਵੀ ਇਹਨੇ ਗਾਲ ਕੱਢੀ ਹੈ ਨਾ, ਜਿਹੜਾ ਗਾਲ ਕੱਢਣ ਵਾਲਾ ਹੁੰਦਾ, ਜਿਹਦੇ ਪੱਲੇ ਕੁਝ ਨਹੀਂ ਹੁੰਦਾ ਨਾ, ਕਹਿੰਦੇ ਡੋਂਟ ਰੇਜ਼ ਯੋਰ ਵੌਇਸ, ਰੇਜ਼ ਯੋਰ ਆਰਗੂਮੈਂਟ। ਉਹ ਇੱਕ ਬੰਦਾ ਬੈਠਾ ਹੁੰਦਾ ਕੰਪਿਊਟਰ 'ਤੇ, ਟਿਕ 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 40 ਮਾਰਦਾ ਗਾਲਾਂ, ਠੱਕ 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 ਠੱਕ। ਲੋਕਾਂ ਨੂੰ ਉਹਦਾ ਪਤਾ ਨਹੀਂ ਕੌਣ ਕਹਿ ਰਹੇ, ਬਟ ਉਹ ਹੈ ਇੱਕ ਬੰਦਾ, ਉਹ ਆ ਗਿਆ। ਲੇਕਿਨ ਮੈਂ ਉਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਇਹ ਕਹਿਣਾ ਚਾਹੁੰਦਾ ਕਿ ਯੂ ਕੈਨ ਨਾਟ ਟੇਕ ਅ ਨੇਸ਼ਨਸ ਪ੍ਰੋਗਰੈਸ ਐਜ਼ ਗ੍ਰਾਂਟਿਡ।
ਇਹ ਕੋਈ ਗਰੰਟੀ ਨਹੀਂ ਹੈ ਕਿ ਤੁਸੀਂ ਹੱਥ 'ਤੇ ਹੱਥ ਧਰੇ ਬੈਠੇ ਰਹੋਗੇ ਕਿ ਇੱਕ ਮੁਲਕ ਦੀ, ਇੱਕ ਸੂਬੇ ਦੀ ਜਿਹੜੀ ਹੈ ਉਹ ਤਰੱਕੀ ਹੁੰਦੀ ਰਹੂਗੀ ਔਰ ਤੁਹਾਡੀ ਕੋਈ ਇਕਨੋਮਿਕ ਪਾਲਿਸੀ ਨਾ ਹੋਵੇ, ਤੁਹਾਡੀ ਕੋਈ ਸੋਚ ਨਾ ਹੋਵੇ ਔਰ ਦੇਸ਼ ਅੱਗੇ ਵੱਧਦਾ ਰਹੂਗਾ। ਸਾਲਾਂ ਸਾਲ ਲੱਗਦੇ ਹੈ, ਚੰਗੇ ਲੋਕ ਕੰਮ ਕਰਦੇ ਆ ਤਾਂ ਮੁਲਕ ਇੱਕ ਸਟੈਪ ਅੱਗੇ ਵੱਧਦਾ। ਤੇ ਮੈਂ ਹੁਣ ਜਿਹੜੀ ਉਹ ਵੱਡੀ ਗੇਮ ਦੇ ਵੱਲ ਨੂੰ ਆ ਰਿਹਾ ਨਾ, ਉੱਥੋਂ ਸ਼ੁਰੂ ਕਰੂੰਗਾ। ਹੁਣ ਮੈਂ ਸਟਾਰਟ ਕਰਦਾ ਆਪਣੀ ਉਸ ਵੱਡੀ ਗੇਮ ਤੋਂ। ਉਹ ਵੱਡੀ ਗੇਮ ਦਾ ਨਾਂ ਹੈ ਫੂਡ ਸਿਕਿਉਰਿਟੀ ਆਫ ਇੰਡੀਆ, ਫੂਡ ਸਿਕਿਉਰਿਟੀ ਐਂਡ ਐਗਰੀਕਲਚਰ। ਵੇਖੋ, ਹੋਰ ਦੁਨੀਆ ਦੇ ਵਿੱਚ ਜੇ ਤੁਸੀਂ ਮੁੱਢ ਬੰਨ੍ਹਣਾ ਹੋਵੇ, ਖੇਤੀ ਤੇ ਫੂਡ ਸਿਕਿਉਰਿਟੀ, ਰੋਟੀ ਤਾਂ ਖਾਣੀ ਹੈ ਨਾ ਸਾਰਿਆਂ ਨੇ, ਇਹ ਸਭ ਤੋਂ ਵੱਡੀ ਚੀਜ਼ ਹੈ। ਹੁਣ ਜਦੋਂ ਮੈਂ ਇਸ ਫੂਡ ਸਿਕਿਉਰਿਟੀ ਦੀ ਗੱਲ ਕਰਦਾ ਤੇ ਇਸ ਫੂਡ ਸਿਕਿਉਰਿਟੀ ਦੀ ਸੈਂਟਰੀਫਿਊਗਲ ਫੋਰਸ ਕੀ ਹੈ, ਜਿਹਦੇ ਵੱਲ ਬਹੁਤ ਘੱਟ ਲੋਕਾਂ ਦਾ ਧਿਆਨ ਜਾ ਰਿਹਾ। ਸਾਰੇ ਇਹ 3 ਕਾਲੇ ਕਾਨੂੰਨਾਂ ਵੱਲ ਪੂਰੀ ਤਰ੍ਹਾਂ ਫੋਕਸ ਨੇ, ਹੋਣੇ ਵੀ ਚਾਹੀਦੇ, ਲੇਕਿਨ ਇਟਸ ਪਾਰਟ ਆਫ ਦੈਟ ਥਿੰਗ। ਦੀ ਨੇਮ ਇਜ਼ FCI, ਫੂਡ ਕਾਰਪੋਰੇਸ਼ਨ ਆਫ ਇੰਡੀਆ। ਇਹ ਗੇਮ ਦਾ ਵੱਡਾ ਪਾਰਟ ਹੈ। ਮੈਂ ਇਹਨੂੰ ਇੰਜਨ ਮੰਨਦਾ ਔਰ ਇਸ ਇੰਜਨ ਨੂੰ, ਸਰਕਾਰੀ ਇੰਜਨ ਨੂੰ, ਕਿਸੇ ਹੋਰ ਦੀ ਗੱਡੀ 'ਚ ਫਿੱਟ ਕੀਤਾ ਜਾ ਰਿਹਾ, ਇਹ ਵੀ ਮੈਂ ਪੂਰੀ ਤਰ੍ਹਾਂ ਮੰਨਦਾ ਔਰ ਮੈਂ ਅੱਜ ਪ੍ਰੂਵ ਕਰ ਦੂੰ ਤੁਹਾਨੂੰ। ਲੈਂਡ ਮੀ ਯੋਰ ਈਅਰਸ। ਸਵਾਲ ਇਹ ਹੈ ਕਿ ਫੂਡ ਕਾਰਪੋਰੇਸ਼ਨ 1965 ਦੇ ਵਿੱਚ ਸਟੈਚੂਟਰੀ ਬਾਡੀ ਬਣਦੀ ਹੈ। ਕੱਲ੍ਹ ਇਹਦਾ ਫਾਊਂਡੇਸ਼ਨ ਡੇ ਸੀ, 14 ਸੀ ਨਾ, ਕੱਲ੍ਹ 14 ਸੀ ਫਾਊਂਡੇਸ਼ਨ ਡੇ ਸੀ। ਅਤੇ ਇਹ 4 ਪਰਪਸ ਨਾਲ ਬਣਦੀ ਹੈ ਕਿ ਤੁਸੀਂ MSP ਲਾਓਗੇ ਜੀ, ਪ੍ਰੋਕਿਉਰਮੈਂਟ ਕਰੋਗੇ ਜੀ, ਉਸ ਤੋਂ ਬਾਅਦ ਪ੍ਰੋਕਿਉਰਮੈਂਟ ਤੋਂ ਬਾਅਦ ਉਹਦੀ ਮੇਨਟੇਨੈਂਸ, ਉਹਦੀ ਸਟੋਰੇਜ, ਉਹਦਾ ਜਿਹੜਾ ਟਰਾਂਸਪੋਰਟੇਸ਼ਨ ਹੈ ਉਹ ਕਰੋਗੇ ਜੀ ਤੁਸੀਂ। ਤੀਜੀ ਚੀਜ਼ ਕਿ ਉਹਦਾ ਜਿਹੜਾ ਬਫਰ ਸਟਾਕ ਹੈ, ਸਭ ਤੋਂ ਇੰਪੋਰਟੈਂਟ ਚੀਜ਼, ਕਿ ਜਿਹੜੀ ਦੇਸ਼ ਦੀ ਆਪਦਾ ਆਉਂਦੀ ਹੈ ਕਦੇ ਕਦੇ, ਅਤੇ ਤੁਹਾਡੇ ਕੋਲ ਸਰਪਲਸ ਜਮ੍ਹਾਂ ਕੀਤਾ ਹੋਇਆ ਅਨਾਜ ਜਿਹੜਾ ਹੈ ਉਹ ਪਿਆ ਹੋਣਾ ਚਾਹੀਦਾ, ਬਫਰ ਸਟਾਕ ਹੋਣਾ ਚਾਹੀਦਾ। ਚੌਥੀ ਚੀਜ਼ ਕਿ ਇਸ ਦੇਸ਼ ਦੇ 80 ਕਰੋੜ ਗਰੀਬਾਂ ਨੂੰ PDS, ਇਹ PDS ਸਪਲਾਈ ਕਰਨਾ, ਇਹ ਇਹਦੀ ਚੌਥੀ ਉਹ ਹੈ। ਹੁਣ ਜਦੋਂ ਮੈਂ ਇਹ FCI ਨੂੰ ਦੇਖਦਾ ਤੇ ਮੈਂ ਇਹ ਦੇਖਦਾ ਕਿ FCI ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਮਾਰਿਆ ਗਿਆ, ਔਰ ਉਹ ਇਸ ਲਈ ਮਾਰਿਆ ਗਿਆ ਕਿ ਜਿਉਂ-ਜਿਉਂ FCI ਮਰਦੀ ਹੈ ਤੇ ਉਹਦਾ ਜਿਹੜਾ ਟੇਕ ਓਵਰ ਹੈ, ਉਹਦਾ ਹੈਂਡ ਓਵਰ ਹੈ, ਉਹ 2 ਵੱਡੇ ਅਮੀਰਾਂ ਨੂੰ ਬੜੇ ਸਮੂਥਲੀ ਕੀਤਾ ਜਾਵੇ। ਕਿਉਂਕਿ ਜਦੋਂ ਆਪਾਂ FCI ਦੀ ਗੱਲ ਕਰੀਏ ਤੇ ਇਹ ਕੋਈ ਪ੍ਰੋਫਿਟ ਮੇਕਿੰਗ ਆਰਗੇਨਾਈਜੇਸ਼ਨ ਨਹੀਂ ਹੈ। ਜਿੱਦਾਂ DC ਦਫ਼ਤਰ ਚੱਲਦਾ, DC ਦਫ਼ਤਰ ਚੱਲਦਾ ਕਿ ਨਹੀਂ, DC ਦਫ਼ਤਰ ਚੱਲਦਾ, ਫੌਜ ਚੱਲਦੀ ਹੈ, ਪੁਲਿਸ ਚੱਲਦੀ ਹੈ, ਉਸੇ ਤਰ੍ਹਾਂ FCI is not an income generating statutory body। ਇਹ ਤੇ ਵੈਲਫੇਅਰ ਸਟੇਟ ਦੇ ਵਿੱਚ ਕਿਸਾਨ ਦੀ ਲਾਈਫ ਲਾਈਨ ਹੈ। ਇਹ ਅਗਰ ਤੁਸੀਂ ਦੇਖੋ ਓਵਰਆਲ ਗਰੀਬ ਬੰਦਿਆਂ ਦੀ ਲਾਈਫ ਲਾਈਨ ਹੈ ਜਿਨ੍ਹਾਂ ਨੂੰ PDS ਮਿਲਦਾ। ਇਹਨੂੰ ਕਿਸ ਤਰ੍ਹਾਂ ਮਾਰਿਆ ਗਿਆ, ਮੈਂ ਉੱਥੇ ਆਉਣਾ ਸਭ ਤੋਂ ਪਹਿਲਾਂ। ਕਿਉਂਕਿ ਇਹਦਾ ਆਪਦਾ ਕੋਈ ਕੈਸ਼ ਫਲੋ ਨਹੀਂ, ਕਿਉਂਕਿ ਇਹਦੀ ਆਪਦੀ ਕੋਈ ਇਨਕਮ ਨਹੀਂ, ਇਹ ਸਰਕਾਰ ਦੀ ਗ੍ਰਾਂਟ ਦੇ ਨਾਲ ਚੱਲਦੀ ਹੈ, ਇਹ ਸਰਕਾਰ ਦੀ ਮਦਦ ਦੇ ਨਾਲ ਚੱਲਦੀ ਹੈ, ਸਰਕਾਰ ਦੀ ਫੰਡਿੰਗ ਦੇ ਨਾਲ ਚੱਲਦੀ ਹੈ। ਹੁਣ ਸਰਕਾਰ ਪਹਿਲਾਂ ਸਰਦਾਰ ਮਨਮੋਹਨ ਸਿੰਘ ਵਾਲੀ ਵੀ ਸੀ, ਉਦੋਂ ਜਦੋਂ ਸਰਕਾਰ ਗ੍ਰਾਂਟ ਦਿੰਦੀ ਸੀ ਜਾਂ ਇਹਨੂੰ ਪੈਸੇ ਦਿੰਦੀ ਸੀ ਤੇ ਜਿੰਨੇ ਉਹ ਐਲੋਕੇਟ ਕਰਦੀ ਸੀ, ਜੋ ਐਲੋਕੇਸ਼ਨ ਹੁੰਦੀ ਸੀ ਬਜਟ 'ਚ ਐਲੋਕੇਸ਼ਨ ਕਰਦੇ ਸੀ, ਉਹਦੇ ਨਾਲੋਂ ਵੱਧ ਖਰਚਦੇ ਸੀ। ਜੇ 1 ਲੱਖ ਕਰੋੜ ਦਿੱਤਾ ਹੈ ਤਾਂ 1,10,000 ਕਰੋੜ ਖਰਚਣਾ। ਜੇ ਅਗਲੇ ਸਾਲ 1,15,000, ਫਿਰ ਕਦੇ ਕਦੇ 1,25,000 ਕਰੋੜ ਵੀ ਖਰਚਦੇ ਸੀ। ਹੁਣ ਤੁਸੀਂ ਇਹ ਵੇਖੋ, ਮੈਂ ਪਹਿਲੇ ਪੁਆਇੰਟ ਤੇ ਆਉਣਾ,
ਇਸ ਸਰਕਾਰ ਨੇ 2014 ਦੇ ਵਿੱਚ ਟੇਕ ਓਵਰ ਕੀਤਾ। 2014 ਤੋਂ ਲੈ ਕੇ FCI ਦੇ ਉੱਤੇ ਕਰਜ਼ਾ 2014 ਦੇ ਵਿੱਚ 91,000 ਕਰੋੜ ਸੀ। 91,400 ਕਰੋੜ FCI ਦੇ ਉੱਤੇ ਕਰਜ਼ਾ ਸੀ। ਤੇ ਤੁਸੀਂ ਇਹ ਵੇਖ ਲਓ ਕਿ ਆਹ 5 ਸਾਲਾਂ ਦੇ ਵਿੱਚ 5 years and a quarter ਕਰਜ਼ਾ 4 ਲੱਖ ਕਰੋੜ 4 ਲੱਖ ਕਰੋੜ FCI ਦੇ ਉੱਤੇ ਕਰਜ਼ਾ। ਹੈਰਾਨ ਆ ਮੈਂ ਕਿ 50 ਸਾਲਾਂ ਦੇ ਵਿੱਚ, ਔਰ ਮੈਂ ਤੁਹਾਨੂੰ ਪੂਰੀ ਗੇਮ ਅਨਫੋਲਡ ਕਰਕੇ ਦਊਂਗਾ ਕਿ 50 ਸਾਲਾਂ ਦੇ ਵਿੱਚ ਇਹਦੇ ਤੇ ਕਰਜ਼ਾ ਚੜ੍ਹਦਾ 91,000 ਕਰੋੜ, ਔਰ 5 ਸਾਲਾਂ ਦੇ ਵਿੱਚ ਇਹਦੇ ਤੇ ਕਰਜ਼ਾ ਚੜ੍ਹਦਾ ਹੈ 4 ਲੱਖ ਕਰੋੜ। ਇਸ ਤਰ੍ਹਾਂ ਹੀ ਦੇਸ਼ ਦਾ ਹਾਲ ਹੈ। ਕਹਿੰਦੇ ਜੀ ਅਸੀਂ ਤੇ ਇਕਨੋਮੀ ਖੜੀ ਕਰਤੀ, ਆਹ ਕਰਤਾ ਉਹ ਕਰਤਾ, ਇਹਨੂੰ ਕਹੇ ਐਂਟੀ ਨੈਸ਼ਨਲ, ਇਹਨੂੰ ਕਹੇ ਫਲਾਨਾ ਖਾਲਿਸਤਾਨੀ ਤੇ ਫਲਾਨਾ। ਦੇਸ਼ ਦੇ ਉੱਤੇ ਕਰਜ਼ਾ, ਦੇਸ਼ ਦੇ ਉੱਤੇ ਕਰਜ਼ਾ ਵੀ ਇਸੇ ਪ੍ਰਪੋਰਸ਼ਨ 'ਚ ਚੜਿਆ। ਦੇਸ਼ ਦੇ ਉੱਤੇ ਕਰਜ਼ਾ 52 ਲੱਖ ਕਰੋੜ ਸੀ 67 ਸਾਲਾਂ 'ਚ, 67 ਸਾਲਾਂ 'ਚ 52 ਲੱਖ ਕਰੋੜ। ਤੇ ਇਹਨਾਂ ਦੀ ਮੋਦੀ ਸਰਕਾਰ ਆਈ ਹੈ ਤੇ 50 ਸਾਲਾਂ ਦੇ ਵਿੱਚ 82 ਲੱਖ ਕਰੋੜ, 28 ਲੱਖ ਕਰੋੜ ਰੁਪਈਆ ਕਰਜ਼ਾ ਚੜ੍ਹਦਾ। 67 ਸਾਲਾਂ ਦੇ ਵਿੱਚ ਇੱਕ ਸਾਲ ਦੇ ਵਿੱਚ ਚੜ੍ਹਦਾ 74,000 ਤੇ ਇਹਨਾਂ ਦੇ ਵੇਲੇ ਇੱਕ ਸਾਲ 'ਚ ਚੜ੍ਹਦਾ 7.5 ਲੱਖ ਕਰੋੜ। ਇੱਕ ਮਹੀਨੇ ਦੇ ਵਿੱਚ ਚੜ੍ਹਦਾ 6,000, ਇਹਨਾਂ ਦੇ ਵਿੱਚ ਚੜ੍ਹਦਾ ਇੱਕ ਮਹੀਨੇ ਦੇ ਵਿੱਚ 60,000 ਕਰੋੜ। ਕੋਈ ਬਹਿਸ ਲੈ ਮੇਰੇ ਨਾਲ, ਕੋਈ ਬੈਠ ਲੈ ਮੇਰੇ ਨਾਲ। ਆ ਪਿਛਲੀ ਸਰਕਾਰ ਕਿੱਦਾਂ ਸਿੱਟੀ ਸੀ? ਆ ਕਰਜ਼ੇ ਕਰਕੇ ਸਿੱਟੀ ਸੀ। ਤੁਸੀਂ ਦੱਸ ਦਿਓ। ਆਪਾਂ ਗੱਲਾਂ ਕਰਦੇ ਹੁੰਦੇ ਸੀ ਵੀ ਕਰਜ਼ੇ ਕਰਕੇ ਸਿੱਟੀ ਕਿ ਨਹੀਂ ਸਿੱਟੀ। ਤੇ ਉਹ ਤੇ 50% ਇਨਕਰੀਜ਼ ਹੈ। ਤੁਸੀਂ ਜੇ ਲਾਓ 54 ਲੱਖ ਕਰੋੜ ਤੇ 82 ਲੱਖ ਕਰੋੜ, ਤੇ ਇੱਥੇ ਜੇ ਤੁਸੀਂ ਲਾਓਗੇ ਤੇ 91,000 ਕਰੋੜ ਤੋਂ 4 ਲੱਖ ਕਰੋੜ। ਇਹਦਾ ਕਾਰਨ ਕੀ ਹੈ ਬਈ? ਇਹਦਾ ਕਾਰਨ ਇਹ ਹੈ ਕਿ ਜਿਹੜੀਆਂ ਐਲੋਕੇਸ਼ਨਾਂ ਪਹਿਲਾਂ ਹੁੰਦੀਆਂ ਸੀ, ਉਹ ਐਲੋਕੇਸ਼ਨਾਂ ਚੋਂ 50% ਘੱਟ ਦਿੰਦੇ ਰਹੇ ਜਾਣ ਕੇ। ਔਰ ਤੁਹਾਨੂੰ ਮੈਂ ਅੱਗੇ ਅੱਗੇ ਜਿਉਂ ਇਹ ਅਨਫੋਲਡ ਹੁੰਦੀ ਰਹੂਗੀ, ਤੁਹਾਨੂੰ ਮੈਂ ਪੂਰਾ ਟਿਕਾ ਕੇ ਦੱਸੂ ਕਿ ਇਹ 1 ਸਾਲ ਦੀ ਐਲੋਕੇਸ਼ਨ ਇਹਨਾਂ ਨੇ ਕੀਤੀ। ਮੈਂ ਤੁਹਾਨੂੰ ਲਾਸਟ ਸਾਲ ਦੀ ਉਹ ਦੱਸਦਾ। 1,84,000 ਕਰੋੜ ਫੂਡ ਸਿਕਿਉਰਿਟੀ ਦੀ ਐਲੋਕੇਸ਼ਨ ਕੀਤੀ ਤੇ ਦਿੱਤਾ ਕਿੰਨਾ? 1,08,000 ਕਰੋੜ। ਘਟਦੇ ਉਹਨੂੰ ਇਹਨਾਂ ਨੇ ਕਦੇ ਜੋ ਦਿੱਤਾ ਉਦੋਂ 20% ਘਟਾਤਾ। ਜਿਹੜੀ ਚੀਜ਼ ਦਿੱਤੀ ਵੀ ਹੈ ਉਹਦੇ ਚੋਂ ਵੀ ਖਰਚਣ ਨਹੀਂ ਦਿੱਤਾ। ਕਦੇ 80% ਖਰਚਣ ਦਿੱਤਾ, ਕਦੇ 70% ਖਰਚਣ ਦਿੱਤਾ, ਕਦੇ 60% ਖਰਚਣ ਦਿੱਤਾ। ਹੁਣ ਜਦੋਂ ਉਹਦੀ ਕੋਈ ਕੈਸ਼ ਫਲੋ ਨਹੀਂ, ਉਹਦੀ ਕੋਈ ਆਪਦੀ ਇਨਕਮ ਹੀ ਨਹੀਂ, ਉਹ ਕੈਸ਼ ਫਲੋ ਤੇ ਡਿਪੈਂਡੈਂਟ ਹੈ ਸਰਕਾਰ ਤੋਂ, ਤੇ ਉਹਨੇ ਬਰਬਾਦ ਹੋਣਾ ਹੀ ਹੈ, ਉਹਨੇ ਡਿੱਗਣਾ ਹੀ ਹੈ। ਇਹ ਇੰਨਾ ਹੀ ਨਹੀਂ, ਇਟ ਇਜ਼ ਨਾਟ ਐਜ਼ ਬੈਡ ਐਜ਼ ਇਟ ਲੁਕਸ, ਇਟ ਇਜ਼ ਵਰਸ। ਕਿਉਂਕਿ ਉਹਨੂੰ ਜਿਹੜਾ ਫਿਰ ਇਹ ਗੌਰਮੈਂਟ ਵੱਲੋਂ ਕਰਜ਼ਾ ਦਿਵਾਉਣ ਲੱਗ ਗਏ। ਉਹਨੂੰ ਕਹਿੰਦੇ ਕਰਜ਼ਾ ਲੈ। ਕਰਜ਼ਾ ਕਿੱਥੋਂ ਦਵਾਇਆ ਇਹਨਾਂ ਨੇ? NSSF, ਨੈਸ਼ਨਲ ਸਮੌਲ ਸੇਵਿੰਗ ਫੰਡ। ਉਹ ਨੈਸ਼ਨਲ ਸਮੌਲ ਸੇਵਿੰਗ ਫੰਡ ਜਿਹਦੇ ਵਿੱਚ ਕਿਸਾਨ ਵਿਕਾਸ ਪੱਤਰ ਨੇ, ਜਿਹਦੇ 'ਚ ਗਰੀਬ ਦੇ ਪੋਸਟ ਆਫਿਸ ਦੇ ਸੇਵਿੰਗ ਨੇ, ਜਿਹਦੇ 'ਚ ਇੱਕ ਮਿਡਲ ਕਲਾਸ ਆਦਮੀ ਦਾ ਪ੍ਰੋਵੀਡੈਂਟ ਫੰਡ ਹੈ, ਨੈਸ਼ਨਲ ਸਮੌਲ ਸੇਵਿੰਗ ਸਰਟੀਫਿਕੇਟਸ ਨੇ। ਜਿਹੜਾ ਗਰੀਬ ਵਿਚਾਰਾ ਮਜ਼ਦੂਰ ਹੈ ਉਹਦਾ ਨੈਸ਼ਨਲ ਸਮੌਲ ਸੇਵਿੰਗ ਸਰਟੀਫਿਕੇਟ ਨੇ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਗਰੀਬ ਬੰਦੇ ਦੀ ਸੇਵਿੰਗ ਨੂੰ ਦਾਅ 'ਤੇ ਲਾ ਦੇਣਾ, ਔਰ ਇਸ ਕਦਰ ਲਾ ਦੇਣਾ 500% ਕਰਜ਼ਾ ਦੇਣ ਦੀ ਕੈਪੈਸਿਟੀ NSSF ਦੀ ਵੱਧ ਗਈ। ਜਦੋਂ ਇਹ ਸਟੇਟਾਂ ਨੂੰ ਦਿੱਤਾ ਜਾਂਦਾ ਸੀ ਪਹਿਲਾਂ, ਔਰ ਫਿਰ ਇੱਕ ਸਰਕਾਰੀ ਇਨਸਟਰੂਮੈਂਟ ਹੈ ਵੇਜ਼ ਐਂਡ ਐਡਵਾਂਸਿਸ, ਕਰੈਕਟ, ਵੇਜ਼ ਐਂਡ ਐਡਵਾਂਸਿਸ। ਇਹ ਉਹਦੇ ਰਾਹੀਂ ਇਹ ਕਹਿ ਦਿੰਦੇ ਸੀ, ਸਰਕਾਰ ਵਾਲੇ ਕਹਿ ਦਿੰਦੇ ਸੀ, ਸਾਹਿਬ ਮਨੂ ਸਿੰਘ ਕਹਿੰਦਾ ਵੀ ਭਾਈ 31 ਮਾਰਚ ਤੱਕ ਤੁਹਾਡਾ ਪੂਰਾ ਕਰ ਦੇਣਗੇ ਸੀ। ਉਹ ਪੂਰਾ ਹੋ ਜਾਂਦਾ ਸੀਗਾ, ਕੋਈ ਰੌਲਾ ਨਹੀਂ, ਕੋਈ ਗੌਲਾ ਨਹੀਂ, ਉਹ ਸਾਰਾ ਕੁਝ ਪੂਰਾ ਹੋ ਜਾਂਦਾ ਸੀ। ਇਹਨਾਂ ਨੇ ਉਹ ਇੱਕ ਡੰਗ ਟਪਾਤਾ। ਦੇਖੋ, ਜਦੋਂ ਤੁਸੀਂ ਮਾਰਕੀਟ ਤੋਂ ਕਰਜ਼ਾ ਲੈਂਦੇ ਹੋ ਭਾਜੀ,
ਤੇ ਉੱਥੇ ਡਿਪੋਜ਼ਿਟ ਹੁੰਦਾ 5% ਤੇ ਤੁਹਾਨੂੰ ਮਿਲ ਜਾਂਦਾ 7 ਤੇ 8 ਤੇ, ਠੀਕ ਹੈ ਜੀ। ਜਦੋਂ ਤੁਸੀਂ ਇਸ NSF ਗਰੀਬ ਦਾ ਪੈਸਾ ਲੈਂਦੇ ਹੋ ਤੇ ਇੰਨੇ ਹਾਈ ਰੇਟ ਆਫ ਇੰਟਰਸਟ ਨੇ, ਇਹਨੂੰ ਮਿਲਦਾ ਹੀ ਇਹ ਰੇਟ ਆਫ ਇੰਟਰਸਟ ਜਿਹੜਾ ਡਿਪੋਜ਼ਿਟ ਦਾ ਹੀ ਹੈ ਉਹੀ 7-8% ਹੈ, ਤੇ ਇਹ ਤੁਹਾਨੂੰ ਮਿਲੂਗਾ 10% ਤੇ। ਜਿੰਨੇ ਸਟੇਟ ਨੇ, ਪੰਜਾਬ, ਦੂਜਾ, ਇਹ ਫਾਈਨੈਂਸ਼ੀਅਲ ਕਮਿਸ਼ਨ ਆਫ ਇੰਡੀਆ ਜਿਹੜਾ ਫਾਈਨੈਂਸ ਮਿਨਿਸਟਰੀ ਤੋਂ ਉੱਚਾ ਦਰਜਾ ਜਿਹਦਾ, ਉਹਨੇ ਕਿਹਾ ਸਟੇਟਾਂ ਨੂੰ ਵੀ ਤੁਸੀਂ ਸਾਡੇ ਤੋਂ ਕਰਜ਼ਾ ਨਾ ਲਓ, ਤੁਸੀਂ ਬਿਲਕੁਲ ਮਤਲਬ 3% ਇੰਟਰਸਟ ਜ਼ਿਆਦਾ ਪੇ ਕਰ ਰਹੇ ਹੋ, ਔਰ ਇਹ NSSF ਤੋਂ ਬਿਲਕੁਲ ਕਰਜ਼ਾ ਨਹੀਂ ਲੈਣਾ। ਹੁਣ ਜਿਹੜੀ ਸਰਕਾਰ ਦਾ ਫਾਈਨੈਂਸ਼ੀਅਲ ਕਮਿਸ਼ਨ ਇਹ ਕਹਿ ਰਿਹਾ ਵੀ ਤੁਸੀਂ ਇਸ NSSF ਤੋਂ ਕਰਜ਼ਾ ਨਹੀਂ ਲੈਣਾ, ਉਹ ਸਰਕਾਰ ਆਪਣੀ FCI ਨੂੰ, ਜਿਹੜੀ ਕਿ ਨਾਨ ਪ੍ਰੋਫਿਟ ਮੇਕਿੰਗ ਉਹ ਹੈ, ਸਰਕਾਰ ਦੇ ਉੱਤੇ ਡਿਪੈਂਡੈਂਟ ਹੈ, ਸਰਕਾਰ ਦੀ ਏਡ ਦੇ ਉੱਤੇ ਡਿਪੈਂਡੈਂਟ ਹੈ, 10% ਦੇ ਸਰਵਿਸ ਪ੍ਰੋਵਾਈਡਰ, ਬਿਲਕੁਲ ਆਹ ਗੱਲ ਜਿਹੜੀ ਹੈ ਸਰਵਿਸ ਪ੍ਰੋਵਾਈਡਰ ਹੈ। DC ਆਫਿਸ ਸਰਵਿਸ ਪ੍ਰੋਵਾਈਡਰ ਹੈ, ਠੀਕ ਹੈ ਨਹੀਂ। ਪੁਲਿਸ ਵਾਲੇ ਸਰਵਿਸ ਪ੍ਰੋਵਾਈਡ ਕਰਦੇ, ਕੋਈ ਪ੍ਰੋਫਿਟ ਮੇਕਿੰਗ ਆਰਗੇਨਾਈਜੇਸ਼ਨ ਥੋੜਾ ਨਾ, ਇਟ ਇਜ਼ ਅ ਸਰਵਿਸ ਪ੍ਰੋਵਾਈਡਰ। ਉਸ ਸਰਵਿਸ ਪ੍ਰੋਵਾਈਡਰ ਨੂੰ ਇਹਨਾਂ ਨੇ ਐਂ ਕਰਜ਼ਾ ਦਵਾ ਕੇ ਬਿਲਕੁਲ ਕੰਗਲੀ ਕਰਤਾ। ਹੁਣ ਆਪਾਂ ਇਸ ਤੋਂ ਇੱਕ ਸਟੈਪ ਅੱਗੇ ਆਉਂਦੇ ਹਾਂ, ਕਰੈਕਟ ਮੀ ਜਿੱਥੇ ਮਤਲਬ ਆਫਟਰ ਦਾ ਫਾਈਨੈਂਸ਼ੀਅਲ ਜਿਵੇਂ ਲੌਜਿਸਟਿਕਸ ਨੇ ਟੇਕ ਓਵਰ ਕਰਾਇਆ ਅਡਾਨੀ ਨੂੰ, ਆਈ ਥਿੰਕ ਦੈਟ ਇਜ਼ ਉੱਥੇ ਆ ਰਿਹਾ ਮੈਂ ਉੱਥੇ। ਉਸ ਤੋਂ ਬਾਅਦ ਇਹਦੀ ਮੈਨੇਜਮੈਂਟ ਹੈ, ਇਹ ਮੁੰਡਾ ਕਰਦਾ ਫਰੰਗੀ ਆਦਮੀ ਹੈ, ਲੌਜਿਸਟਿਕਸ ਦੀ ਗੱਲ ਕਰਦਾ ਭਾਈ, ਉਹਦੀ ਮੈਨੇਜਮੈਂਟ ਹੈ ਜਿਹੜੀ ਪੰਜਾਬੀਆਂ ਨੂੰ ਸਮਝਾਉਣਾ, ਤੇ ਮੈਨੇਜਮੈਂਟ ਉਹਨੂੰ ਭਾਈ, ਉਹਦੀ ਐਡਮਿਨਿਸਟ੍ਰੇਸ਼ਨ, ਉਹਨੂੰ ਕਿੱਦਾਂ ਚਲਾਉਣਾ ਹੈ, ਕਿੱਦਾਂ ਨਹੀਂ ਚਲਾਉਣਾ, ਇਹ ਕਿੱਦਾਂ ਟੇਕ ਓਵਰ ਕਰਾਈ। ਦੇਖੋ ਅਡਾਨੀ ਨੂੰ, ਅਡਾਨੀ ਦੇ ਸਾਈਲੋ ਜਿਹੜੇ ਨੇ, ਤੁਸੀਂ ਦੇਖੋ ਪੰਜਾਬ, ਹਰਿਆਣਾ, ਵੈਸਟ ਬੰਗਾਲ, ਮਹਾਰਾਸ਼ਟਰਾ, ਤਾਮਿਲਨਾਡੂ, ਕਰਨਾਟਕਾ, ਤੁਸੀਂ ਇਹ ਦੇਖ ਲਓ ਕਿ ਕਰੀਬ 8.5 ਲੱਖ ਕਰੋੜ ਮੀਟ੍ਰਿਕ ਟਨ, 8.5 ਲੱਖ ਮੀਟ੍ਰਿਕ ਟਨ ਦੇ ਇਹਦੇ ਕੋਲ ਸਾਈਲੋ ਨੇ, 8.5 ਲੱਖ ਮੀਟ੍ਰਿਕ ਟਨ। ਉਹਨਾਂ ਨੂੰ ਇਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ ਸਾਈਲੋ ਨੇ, ਜਿਹੜੇ ਅਡਾਨੀ ਦੇ ਸਾਈਲੋ ਨੇ, ਇਹਨਾਂ ਨੂੰ ਇੱਕ ਐਸੀ ਇਹਨਾਂ ਨੇ ਅਮੈਨਿਟੀ ਦਿੱਤੀ, ਇੱਕ ਐਸੀ ਫੈਸਿਲਿਟੀ ਦਿੱਤੀ, 30 ਸਾਲ ਦੇ ਇਹਨਾਂ ਨਾਲ ਕੰਟਰੈਕਟ ਕੀਤੇ, 30 ਸਾਲ ਦੇ। ਦੇਖੋ ਤੁਸੀਂ ਕਿ ਕਿੱਥੇ ਤੱਕ ਗਏ ਇਹ। 30 ਸਾਲ ਦੇ ਇਹਨਾਂ ਨੂੰ ਕੰਟਰੈਕਟ ਦਿੱਤੇ, ਰੇਲਾਂ ਦਿੱਤੀਆਂ, 7 ਰੇਲ ਲਾਈਨਾਂ ਦਿੱਤੀਆਂ, 28 ਇਨਫਰਾਸਟ੍ਰਕਚਰ ਪੂਰੇ ਦੇਸ਼ ਦੇ ਵਿੱਚ ਇਹਨਾਂ ਨੂੰ ਦਿੱਤੇ। ਸਭ ਤੋਂ ਵੱਡੀ ਗੱਲ ਕਿ ਜੇ ਤੂੰ 5% ਸੇਵ ਕਰੇਗਾ, 5% ਆਪਣੇ ਸਾਈਲੋ ਦੇ ਵਿੱਚ ਅਨਾਜ ਰੱਖੇਗਾ, ਤੈਨੂੰ 100% ਦੇਵਾਂਗੇ, ਪੈਸਾ ਤੈਨੂੰ 100% ਦਾ ਦੇਵਾਂਗੇ। ਤੇ ਜੋ ਮਹਿੰਗਾਈ ਹੋਊਗੀ, ਜਦੋਂ ਮਹਿੰਗਾਈ ਹੋਊ, ਮਹਿੰਗਾਈ ਵਧੂਗੀ, ਮਹਿੰਗਾਈ ਦੇ ਨਾਲ ਰੇਟ ਆਫ ਇਨਫਲੇਸ਼ਨ ਦੇ ਨਾਲ ਤੇਰਾ ਰੇਟ ਵਧਾਵਾਂਗੇ। ਵੇਖੋ ਕਿ 5% ਤੂੰ ਸਟੋਰ ਕਰੇਗਾ, ਤੈਨੂੰ ਪੈਸੇ ਮਿਲਣਗੇ 100% ਸਟੋਰੇਜ ਦੇ, ਮਤਲਬ ਮੈਕਸਿਮਮ ਸਪੋਰਟ ਪ੍ਰਾਈਸ, ਮੈਕਸਿਮਮ ਸਪੋਰਟ। ਵੀ ਭਾਈ ਤੇਰੀ ਸਟੋਰੇਜ 100% ਹੈ, ਤੂੰ 5% ਸਟੋਰ ਕਰ ਰਿਹਾ, ਤੈਨੂੰ ਅਸੀਂ 100 ਦਾ ਪੈਸਾ ਦੇਵਾਂਗੇ। ਬੜੀਆਂ ਥਾਵਾਂ ਤੇ ਬਿਜਲੀ ਵਾਲੇ ਵੀ ਕਰਦੇ ਆ, ਤੁਹਾਨੂੰ ਪਤਾ, ਤੁਸੀਂ ਸਿਆਣੇ, ਠੀਕ ਹੈ ਨਹੀਂ। ਤੇ ਕਿਸਾਨ ਨੂੰ ਕਹਿੰਦੇ ਤੈਨੂੰ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦੇਣਾ। ਦੇਖੋ ਤੁਸੀਂ ਮਤਲਬ ਮੈਂ ਕਿੱਡਾ ਹੈਰਾਨ ਹੁੰਨਾ ਕਿ ਕਿਸਾਨ ਨੂੰ ਕਹਿੰਦੇ ਤੈਨੂੰ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦੇਣੀ, ਉਹਨੂੰ ਕਹਿੰਦੇ ਤੈਨੂੰ ਮੈਕਸਿਮਮ ਸਪੋਰਟ ਪ੍ਰਾਈਸ ਦੇਣੀ ਹੈ। ਚੱਕ ਰੇਲਾਂ, ਚੱਕ ਸਰਕਾਰੀ ਜ਼ਮੀਨ, ਸਾਰਾ ਕੁਝ ਚੱਕ, ਠੀਕ ਹੈ ਕਿ ਨਹੀਂ। ਇਹ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ। ਫਿਰ ਜਿਉਂ ਮਹਿੰਗਾਈ ਵਧੂਗੀ, ਤੈਨੂੰ ਅਸੀਂ ਕਿਰਾਇਆ ਵਧਾਈ ਜਾਵਾਂਗੇ, ਤੈਨੂੰ ਅਸੀਂ ਕੰਪਨਸੇਸ਼ਨ ਵਧਾਈ ਜਾਵਾਂਗੇ, ਠੀਕ ਹੈ। ਕਦੇ ਕਿਸਾਨ ਨੂੰ ਕਿਹਾ ਵੀ ਭਾਈ ਡੀਜ਼ਲ ਦੀ ਕੀਮਤ ਜਦੋਂ ਵੱਧਦੀ ਹੈ ਤੇ ਤੇਰੀ MSP ਵਧਾਵਾਂਗੇ। 6 ਰੁਪਏ ਸੀ ਡੀਜ਼ਲ 1992 'ਚ, ਠੀਕ ਹੈ ਜੀ, 6 ਰੁਪਏ। ਅੱਜ ਦੇਖ ਲਓ ਕਿੱਥੇ ਹੈ। ਤੇ ਉਹ ਵਧਿਆ ਕਰੀਬ 15 ਤੋਂ 16, ਪਰ 16 ਗੁਣਾ, ਤੇ ਕਿਸਾਨ ਦੀ MSP 4 ਗੁਣਾ। ਕਦੇ ਕਿਹਾ ਡੀਰੈਗੂਲਰਾਈਜ਼ ਕਰਤਾ। ਸਰਦਾਰ ਮਨਮੋਹਨ ਸਿੰਘ ਨੇ ਇਹਨੂੰ ਰੈਗੂਲੇਟਡ ਰੱਖਿਆ ਸੀ ਵੀ ਕਿਸਾਨ ਦੇ ਕਰਕੇ ਇਹਨੂੰ ਨੀਵਾਂ ਰੱਖੋ, ਆਂਦਾ ਹੀ ਡੀਰੈਗੂਲਰਾਈਜ਼ ਕਰਤਾ। ਅੰਬਾਨੀਆਂ ਦੇ ਪੰਪ ਖੜੇ ਕਰਤੇ, ਬੰਦ ਪਏ ਸੀ, ਕਿਸੇ ਨੂੰ ਪੁੱਛ ਲਓ ਪੰਜਾਬ ਦੇ ਵਿੱਚ ਬੰਦ ਪਏ ਸੀ ਸਾਰੇ।
ਜਦੋਂ ਹੀ ਇਹਨੂੰ ਡੀਰੈਗੂਲੇਟ ਕੀਤਾ ਉਹਦੇ ਜਿਹੜੇ ਰਿਫਾਈਨਰੀ ਮਾਰਜਨਸ ਵਧੇ, ਠੱਕ ਦੇਣੇ ਸਾਰੇ ਪੰਪ ਖੜੇ ਹੋ ਗਏ, ਪੌਂ 12 ਪੌਂ 12। ਗਰੀਬ ਦੇ ਪੈਸੇ ਪੋਸਟ ਆਫਿਸ ਵਾਲੇ ਵੀ ਚੱਕ ਚੱਕ। 3 ਮਹੀਨਿਆਂ 'ਚ ਅੰਬਾਨੀ ਕਮਾਉਂਦਾ 10,000 ਕਰੋੜ ਤੇ ਪੋਸਟ ਆਫਿਸ ਪੋਸਟਲ ਸਰਵਿਸਿਜ਼ ਆਫ ਇੰਡੀਆ 15,000 ਕਰੋੜ ਡਾਊਨ। ਤੇ ਸੁਣਿਆ ਇਸ ਤੋਂ ਬਾਅਦ ਆਇਰਨ ਹੈਂਡਸ ਇਨ ਵੈਲਵਟ ਗਲਵਸ, ਹੱਥ ਲੋਹੇ ਦਾ ਪਰ ਉੱਤੇ ਦਸਤਾਨੇ ਸ਼ਨੀਲ ਵਾਲੇ ਪਾਏ। ਆਹ ਦੇਖਣ ਨੂੰ ਕਿਆ ਲੱਗਦਾ, ਵਾਹ। ਆਇਰਨ ਹੈਂਡਸ ਇਨ ਵੈਲਵਟ ਗਲਵਸ ਕੀ ਹੁੰਦਾ ਜੀ? ਉਸ ਤੋਂ ਅੱਗੇ ਇੱਕ ਸਟੈਪ ਜਾਂਦੇ ਆ ਕਿ ਹੁਣ ਇਹਨੂੰ ਲੀਗੈਲਿਟੀ ਦੇਣੀ ਹੈ। ਕਰੈਕਟ ਮੀ ਇਫ ਆਈ ਐਮ ਰੋਂਗ, ਠੀਕ ਹੈ? ਇਹਨੂੰ ਜੀ ਇਹਨੂੰ ਹੁਣ ਲੀਗਲ ਆਪਾਂ ਜਾਮਾ ਬਣਾਈਏ, ਇਹਨੂੰ ਇਹਦੀ ਲੈਜੀਟੀਮੇਸੀ ਨੂੰ ਤਗੜਾ ਕਰੀਏ। ਸ਼ਾਂਤਾ ਕੁਮਾਰ ਕਮੇਟੀ, ਵਾਹ ਲਓ ਜੀ, ਸ਼ਾਂਤਾ ਕੁਮਾਰ ਕਮੇਟੀ ਆ ਗਈ। ਨੋਰਮਲੀ ਕਮੇਟੀਆਂ ਆਪਦੀ ਰਿਪੋਰਟ 2 ਸਾਲ 2.5 ਸਾਲ ਜਾਂਦੀ। ਸ਼ਾਂਤਾ ਕੁਮਾਰ ਜੀ ਆਉਂਦੇ ਆ ਅਗਸਤ ਦੇ ਵਿੱਚ, ਆਉਂਦੇ ਆ ਤਰਥੱਲੀ ਪਾ ਦਿੰਦੇ, ਫਟਾਫਟ ਠਗਾ ਠਕ ਠਗਾ ਠਕ। ਜਨਵਰੀ ਦੇ ਵਿੱਚ ਰਿਪੋਰਟ ਠਾ ਸਬਮਿਟ। ਕੀ ਰეკਮੈਂਡੇਸ਼ਨ ਹੈ? ਪਹਿਲੀ ਰეკਮੈਂਡੇਸ਼ਨ ਕੀ ਹੈ? ਤੁਸੀਂ ਹੈਰਾਨ ਰਹਿ ਜਾਓਗੇ। ਮੈਂ ਕਹਿੰਦਾ ਦੇਖੋ ਤਾਂ ਹੀ ਕਹਿੰਦਾ ਇਹ ਵੱਡੀ ਗੇਮ ਦੇ ਵਿੱਚੋਂ ਇਹ 3 ਕਾਨੂੰਨ ਤੇ ਕੁਝ ਵੀ ਨਹੀਂ, ਚੀਜ਼ ਹੀ ਕੁਝ ਨਹੀਂ। ਇਰਰਿਸਪੈਕਟਿਵ ਆਫ ਕੇ ਕਾਲੇ ਕਾਨੂੰਨ ਤੁਸੀਂ ਰਿਪੀਲ ਕਰ ਲਓ ਜਾਂ ਇਹ ਚੱਲੀ ਜਾਣ, ਇਹ ਗੇਮ ਚੱਲ ਰਹੀ ਹੈ, ਇਹ ਗੇਮ ਚੱਲ ਰਹੀ ਹੈ। ਕੀ ਗੇਮ ਹੈ? ਸ਼ਾਂਤਾ ਕੁਮਾਰ ਜੀ ਕਹਿੰਦੇ ਆ ਜਨਵਰੀ 2015 'ਚ, 2014 ਦੇ ਵਿੱਚ ਅਗਸਤ ਦੇ ਵਿੱਚ ਆਉਂਦੇ ਆ, 2015 ਦੇ ਵਿੱਚ ਕਹਿੰਦੇ ਆ ਕਿ ਜਿੰਨੇ ਸਾਈਲੋ ਨੇ, ਅਡਾਨੀ ਦੇ ਜਿੰਨੇ ਸਾਈਲੋ ਨੇ, ਇਹਨਾਂ ਨੂੰ ਪ੍ਰੋਕਿਉਰਮੈਂਟ ਸੈਂਟਰ ਬਣਾ ਦਿਓ। ਕਿ ਭਾਈ ਪ੍ਰੋਕਿਉਰਮੈਂਟ ਜਿੰਨੀ ਹੋਊਗੀ, ਫਸਲ ਜਿੰਨੀ ਚੁੱਕੀ ਜਾਊਗੀ, ਹੁਣ ਅਡਾਨੀ ਚੁੱਕੂ, ਵਿੱਚ ਕੋਈ ਨਹੀਂ। ਅਡਾਨੀ ਆਪ ਕਹਿੰਦਾ ਵਿੱਚ ਕੋਈ ਨਹੀਂ, ਮਤਲਬ ਕੋਈ ਆੜਤੀਆ ਵੀਰ ਨਹੀਂ ਵਿੱਚ। 1 ਲੱਖ ਆੜਤੀਆ ਹੈ ਜਿਹੜਾ ਮੁੱਢ ਹੈ ਸਾਡੀ ਇਸ ਬਾਪ ਦਾਦਿਆਂ ਦੀ ਜਨਰੇਸ਼ਨ ਦੇ ਵਿੱਚ। ਜਦੋਂ ਕਿਸੇ ਨੂੰ 10,000 ਦੀ ਲੋੜ ਪੈਂਦੀ ਹੈ, 20-25,000 ਦੀ ਲੋੜ ਪੈਂਦੀ ਹੈ, ਆੜਤੀ ਆਪ ਕਹਿੰਦੇ ਆ। ਮੈਂ ਜਦੋਂ ਮੰਡੀ ਗਿਆ ਸੀ ਨਾ, ਤੇ ਉੱਥੇ ਇੱਕ ਆੜਤੀ ਵੀਰ ਨੇ ਮੈਨੂੰ ਕਿਹਾ, ਕਹਿੰਦਾ ਸਰ ਅਸੀਂ ਤਾਂ ਜ਼ਿਮੀਂਦਾਰਾਂ ਦੇ ਕਿੰਨੇ ਕੁ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਵੀ ਸਾਡੀ ਤਾਂ ਰੋਜ਼ੀ ਰੋਟੀ ਉਹ ਚਲਾਉਂਦੇ ਆ। ਜੇ ਉਹ ਨਾ ਹੋਣ, ਉਹਨਾਂ ਦੀ ਬਰਕਤ ਨਾ ਹੋਏ, ਤਾਂ ਅਸੀਂ ਕਿੱਥੇ ਹੋਈਏ? ਪ੍ਰੋਕਿਉਰਮੈਂਟ ਸੈਂਟਰ ਉਹਦੇ ਇਹ ਕਹਿਤਾ ਵੀ ਜਿੰਨੇ ਦੇ ਸਾਈਲੋ ਨੇ ਉਹ ਹੁਣ ਪੂਰੇ ਦੇਸ਼ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ। ਇਹਦਾ ਮਤਲਬ ਔਰ ਰეკਮੈਂਡੇਸ਼ਨ ਕੀ ਕਰਦੇ ਆ ਕਿ ਜੀ ਤੁਸੀਂ ਪ੍ਰਾਈਵੇਟ ਬੰਦਿਆਂ ਨੂੰ ਹੁਣ ਪ੍ਰੋਕਿਉਰਮੈਂਟ ਹਵਾਲੇ ਕਰੋ। FCI ਪ੍ਰੋਕਿਉਰਮੈਂਟ ਨਹੀਂ ਕਰੂਗੀ। ਕਿੱਡੀਆਂ ਵੱਡੀਆਂ ਗੱਲਾਂ ਨੇ, ਅੱਜ ਤੱਕ ਕਿਸੇ ਨੇ ਕੀਤੀਆਂ ਨਹੀਂ ਗਈਆਂ। FCI ਪ੍ਰੋਕਿਉਰਮੈਂਟ ਨਹੀਂ ਕਰੂਗੀ, ਪ੍ਰਾਈਵੇਟ ਬੰਦੇ ਪ੍ਰੋਕਿਉਰ ਕਰਨਗੇ। ਤੇ ਪ੍ਰਾਈਵੇਟ ਬੰਦਾ ਕੌਣ ਪ੍ਰੋਕਿਉਰ ਕਰਨ ਵਾਲਾ ਰਹਿ ਗਿਆ? ਇੱਕੋ ਹੀ ਬੰਦਾ ਹੈ। ਕੰਟਰੈਕਟਾਂ ਦੇ ਵਿੱਚ ਵੀ ਘੁੰਡੀਆਂ ਜਿਵੇਂ ਇੱਥੇ ਪੈਂਦੀਆਂ ਨੇ ਨਾ, ਜਦੋਂ ਟੈਂਡਰ ਹੁੰਦੇ ਆ, ਫਟਦੇ ਨੇ ਉਦੋਂ ਹੀ ਲਾਈਨ ਜੀ ਲਿਖ ਦਿੰਦੇ, ਇਸ ਲਈ ਪੋਲੀ ਜੀ ਐਡੀ ਕੁ ਉਹ ਜਾਂਦਾ ਇੱਕ ਨੂੰ ਹੀ, ਠੀਕ ਹੈ? ਸਾਰਾ ਦਾ ਸਾਰਾ ਜਿੰਨਾ ਇਨਫਰਾਸਟ੍ਰਕਚਰ ਹੈ, ਮਹਾਰਾਜ ਕੀ ਰეკਮੈਂਡ ਕਰਦੇ ਆ ਕਿ ਜਿੱਦਾਂ ਦੇ ਮੱਧ ਪ੍ਰਦੇਸ਼ 'ਚ ਸਾਈਲੋ ਨੇ ਨਾ, ਸ਼ਾਂਤਾ ਕੁਮਾਰ, ਜਿੱਦਾਂ ਦੇ ਮੱਧ ਪ੍ਰਦੇਸ਼ 'ਚ ਸਾਈਲੋ ਨੇ ਨਾ, ਉੱਦਾਂ ਦੀ ਤੁਸੀਂ ਇਹ ਸਟੋਰੇਜ ਸ਼ੁਰੂ ਕਰੋ। ਮੱਧ ਪ੍ਰਦੇਸ਼ ਕਿਹਦੇ ਸਾਈਲੋ ਨੇ? ਇਕੱਲੇ ਅਡਾਨੀ ਦੇ 3 ਲੱਖ ਮੀਟ੍ਰਿਕ ਟਨ ਉੱਥੇ ਪਹਿਲਾਂ ਹੀ ਸਾਈਲੋ ਬਣੇ ਹੋਏ ਆ ਅਡਾਨੀ ਦੇ। ਇਹ ਕਿੱਡੀ ਖਤਰਨਾਕ ਗੇਮ ਹੈ, ਤੁਸੀਂ ਇਹਦਾ ਅੰਦਾਜ਼ਾ ਨਹੀਂ ਲਾ ਸਕਦੇ। ਮੈਂ ਜਿਉਂ ਪਰਤਾਂ ਖੋਲ੍ਹੀ ਜਾਊਂਗਾ, ਜਿਵੇਂ ਪਿਆਜ਼ ਦੀਆਂ ਖੁੱਲ੍ਹਦੀਆਂ, ਤੁਸੀਂ ਆਪੇ ਹੀ ਕਹੋਗੇ ਵੀ ਕਿੱਡੀ ਵੱਡੀ ਗੇਮ ਹੈ। ਲਓ ਜੀ, ਉਹ ਸਾਰਾ ਹੈਂਡਓਵਰ ਕਰਤਾ। ਦੂਜੀ ਰეკਮੈਂਡੇਸ਼ਨ ਸ਼ਾਂਤਾ ਕੁਮਾਰ ਕਮੇਟੀ ਦੀ ਕੀ ਕਹਿ ਰਿਹਾ? ਉਹ ਦੂਜੀ ਰეკਮੈਂਡੇਸ਼ਨ ਉਹ ਇਹ ਹੈ ਕਿ ਭਾਈ ਕਿਸਾਨ ਨੂੰ MSP ਦੇ ਉੱਤੇ ਕੋਈ ਬੋਨਸ ਨਹੀਂ ਦਊਗਾ। ਕੋਈ ਸਟੇਟ ਜਿਹੜਾ ਬੋਨਸ ਦਊਗਾ, ਜਿਹਨੇ ਬੋਨਸ ਦਿੱਤਾ ਅਸੀਂ ਉਹਦੀ ਫਸਲ ਨਹੀਂ ਚੱਕਣੀ। ਲੋਕਾਂ ਨੂੰ ਬੜਿਆਂ ਨੂੰ ਭਰਮ ਹੁੰਦਾ ਇੱਥੇ। ਮੈਂ ਕਈ ਪਿੰਡਾਂ ਵਾਲਿਆਂ ਨੂੰ ਵੀ ਦੇਖਦਾ, ਉਹ ਵੀ ਸੋਚਦੇ ਆ ਕਿ ਕਿਤੇ ਸਰਕਾਰ ਚੱਕਦੀ ਹੈ, ਪੰਜਾਬ ਸਰਕਾਰ। ਨਾ 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 ਨਾ, ਇਸ ਭਰਮ ਚੋਂ ਨਿਕਲੋ। ਇਹ ਪੰਜਾਬ ਸਰਕਾਰ ਨਹੀਂ ਚੱਕਦੀ, ਇਹ ਸੈਂਟਰ ਚੱਕਦਾ ਹੈ, ਇਹ FCI ਚੱਕਦੀ ਹੈ। ਔਰ ਜਦੋਂ FCI ਚੱਕਦੀ ਹੈ, ਉਹ ਟੋਟਲ ਜਾ ਕੇ ਉਹਨੂੰ ਸਟੋਰੇਜ ਕਰਦੀ ਹੈ, ਉਹਦਾ ਉਹ ਕਰਦੀ ਹੈ, ਔਰ ਅੱਗੇ PDS ਦੇ ਵਿੱਚ ਦਿੰਦੀ ਹੈ। ਦੂਜੀ ਰეკਮੈਂਡੇਸ਼ਨ ਇਹ ਕਰ ਰਹੇ ਹੈ ਕਿ ਕੋਈ ਬੋਨਸ ਨਹੀਂ ਦੇਣਾ। ਹੁਣ ਸਟੇਟ ਦੀ ਸਰਕਾਰ ਹੈ, ਸਟੇਟ ਦੇ ਚੁਣੇ ਨੁਮਾਇੰਦੇ ਆ, ਉਹ ਜਦੋਂ ਦੇਖਦੇ ਆ ਵੀ MSP ਵਾਜਬ ਹੈ ਨਹੀਂ, MSP ਹੈ ਹੀ ਨਹੀਂ, ਠੀਕ ਹੈ, ਤੇ ਅਸੀਂ MSP ਦਈਏ, ਤੇ ਉਹਨਾਂ ਨੂੰ ਉੱਤੋਂ ਥ੍ਰੈਟ ਆਉਂਦੀ ਹੈ ਕਿ ਜੇ ਤੁਸੀਂ ਮਾੜਾ ਜਿਹਾ ਵੀ ਬੋਨਸ ਦਿੱਤਾ ਤੇ ਤੁਹਾਡੀ ਫਸਲ ਨਹੀਂ ਚੱਕਣੀ। ਇਟ ਟੈਂਟਮਾਊਂਟਸ ਟੂ ਬਲੈਕਮੇਲ, ਇਟ ਟੈਂਟਮਾਊਂਟਸ ਟੂ ਥ੍ਰੈਟ। ਤੁਸੀਂ ਦੇਖ ਲਓ, ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ 2014 ਤੋਂ ਲੈ ਕੇ ਅੱਜ ਤੱਕ,
ਕਿਸੇ ਇੱਕ ਸਟੇਟ ਨੇ ਬੋਨਸ ਨਹੀਂ ਦਿੱਤਾ। ਪਹਿਲਾਂ ਬੋਨਸ ਹੁੰਦੇ ਸੀ, ਇੱਕ ਬੋਨਸ ਨਹੀਂ ਦਿੱਤਾ। ਤੇ ਤੀਜੀ ਦੇਖੋ ਤੁਸੀਂ, ਇੱਕ ਬੰਦੇ ਨੂੰ ਮਤਲਬ 70 ਤੋਂ 90 ਕਰੋੜ ਦੀ ਆਬਾਦੀ ਨੂੰ ਮਾਰ ਕੇ ਇੱਕ ਬੰਦੇ ਨੂੰ ਇਹ ਸ਼ਹਿਨਸ਼ਾਹ ਬਣਾ ਰਹੇ ਆ। ਦੇਖੋ ਤੁਸੀਂ ਤੀਜੀ ਰეკਮੈਂਡੇਸ਼ਨ ਦੇਖੋ, ਕਹਿੰਦੇ ਜੀ ਇਹ ਜਿਹੜਾ ਸਟੋਰੇਜ ਹੈ ਨਾ ਸਾਈਲੋਂ ਵਾਲੀ, ਇਹਨੂੰ ਐਕਸਪੈਂਡ ਕਰ ਦਿਓ, ਇਹਨੂੰ ਐਕਸਪੈਂਡ ਕਰ ਦਿਓ। ਦੇਖੋ ਅਡਾਨੀ ਦੇ ਕੋਲ ਪਹਿਲਾਂ ਹੀ 8,75,000 8,75,000 ਮੀਟ੍ਰਿਕ ਟਨ ਪਹਿਲਾਂ ਹੀ ਹੈ ਉਹਦੇ ਕੋਲ, ਪਹਿਲਾਂ ਹੀ ਉਹ ਸਟੋਰੇਜ ਉਹਦੇ ਕੋਲ ਬਰਕਰਾਰ ਹੈ। ਇਹ ਕੀ ਕਹਿੰਦੇ ਆ, ਹੁਣ 4 ਲੱਖ ਕਰੋੜ ਹੋਰ ਦੇ ਦਿਓ, 4 ਲੱਖ ਕਰੋੜ ਹੋਰ ਦੇ ਦਿਓ। 4 ਲੱਖ ਮੀਟ੍ਰਿਕ ਟਨ, ਹਾਂ ਮੀਟ੍ਰਿਕ, ਸੌਰੀ 4 ਲੱਖ ਮੀਟ੍ਰਿਕ ਟਨ, 4 ਲੱਖ ਮੀਟ੍ਰਿਕ ਟਨ ਹੋਰ ਦੇ ਦਿਓ ਤੇ ਉਹਨੂੰ ਫਿਰ ਤੁਸੀਂ 3 ਸਾਲਾਂ 'ਚ ਡਬਲ ਕਰ ਦਿਓ। ਮਤਲਬ ਕਿ 13 ਲੱਖ ਮੀਟ੍ਰਿਕ ਟਨ ਹੁਣ ਦੇ ਦਿਓ ਤੇ 3 ਸਾਲਾਂ 'ਚ ਉਹਨੂੰ 25 ਲੱਖ ਮੀਟ੍ਰਿਕ ਟਨ ਦੇ ਦਿਓ। ਕਿੱਥੇ ਦੇ ਦਿਓ? FCI ਦੀ ਸਰਕਾਰੀ ਜ਼ਮੀਨ ਦੇ ਉੱਤੇ। ਭਾਜੀ ਤੁਸੀਂ ਦੇਖੋ ਮਤਲਬ ਕਿ ਇਹ ਗੇਮ ਕਿੱਡੀ ਵੱਡੀ ਹੈ। ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਇਹ ਰਿਪੀਲ, ਰੱਬ ਕਰੇ ਪ੍ਰਮਾਤਮਾ ਕਰੇ ਕਿ ਇਹ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਜਿਹਨੇ ਸਾਡੀ ਪੱਗ ਉੱਚੀ ਕੀਤੀ ਹੈ ਉਹ ਪੂਰੀ ਤਰ੍ਹਾਂ ਸਫਲ ਹੋਵੇ। ਮੈਂ ਕਹਿੰਦਾ ਉਹ ਸਫਲ ਹੋਵੇ ਜਾਂ ਨਾ ਹੋਵੇ, ਇਹ ਗੇਮ ਚੱਲ ਰਹੀ ਹੈ ਔਰ ਇਹ ਗੇਮ ਇਹੋ ਜਿਹੀ ਥਾਂ ਤੇ ਲਿਆ ਕੇ ਖੜੇ ਕਰਨਗੇ, ਮੁਹਤਾਜ ਬਣਾ ਦੇਣਗੇ, ਖਤਮ ਕਰ ਦੇਣਗੇ, ਗੁਲਾਮ ਬਣਾ ਦੇਣਗੇ। ਮੈਂ ਕਹਿ ਰਿਹਾ ਚੈਲੰਜ ਨਾਲ, ਔਰ ਮੇਰੇ ਨਾਲ ਮੈਂ ਕਦੋਂ ਦਾ ਕਹਿਣਾ ਬਹਿਸ ਆ, ਮੇਰਾ ਬੈਠ, ਮੈਂ ਬੈਠ, ਕੋਈ ਨਹੀਂ ਆਉਂਦਾ, ਜਵਾਬ ਨਹੀਂ ਦਿੰਦਾ। ਬੈਸਣਾ ਤਾਂ ਬਹੁਤ ਦੂਰ ਦੀ ਗੱਲ ਹੈ, ਕੋਈ ਜਵਾਬ ਨਹੀਂ ਦਿੰਦਾ। ਤੀਸਰੀ ਰეკਮੈਂਡੇਸ਼ਨ ਇਹ 25 ਲੱਖ ਮੀਟ੍ਰਿਕ ਟਨ ਦਾ ਇਹਨੂੰ ਹੈਂਡਓਵਰ ਦੇ ਰਹੇ। ਇਹ ਠੀਕ ਹੈ ਕਿ ਜੀ ਜਿਹੜਾ ਸਾਈਲੋ ਹੈ ਉਹ 1/3 ਜ਼ਮੀਨ ਦੇ ਉੱਤੇ FCI ਦੀ ਬਣ ਜੂਗਾ, ਉਹਨੂੰ ਘੱਟ ਥਾਂ ਚਾਹੀਦੀ। ਅਡਾਨੀ ਆਪ ਕਹਿੰਦਾ, ਦੇਖ ਲਓ, ਉਹ ਕਹਿੰਦਾ ਜੀ ਠੀਕ ਹੈ ਘੱਟ ਦੇ ਉੱਤੇ ਮਿਲਦਾ ਹੈ ਔਰ ਇਹਦੇ ਜਦੋਂ ਤੁਸੀਂ ਪਾਉਂਦੇ ਹੋ ਅਨਾਜ ਰੱਖਦੇ ਹੋ ਨਾ ਉਹ ਗਲਦਾ ਹੈ ਨਾ ਉਹਨੂੰ ਕੋਈ ਕੀੜਾ ਲੱਗਦਾ ਹੈ ਤੇ ਉਹਨੂੰ ਤੁਸੀਂ ਮਹਿਫੂਜ਼ ਰੱਖ ਸਕਦੇ ਹੋ ਸਾਲਾਂ ਸਾਲ। ਇਹ ਠੀਕ ਹੈ, ਪਰ ਜੇ ਤੁਸੀਂ ਅਡਾਨੀ ਨੂੰ ਇਨਫਲੇਸ਼ਨ ਦੇ ਨਾਲ ਰੇਜ਼ ਦੇਣੀ ਹੈ, ਜੇ ਤੁਸੀਂ ਉਹਨੂੰ 5% ਸਟੋਰੇਜ ਦੇ ਉੱਤੇ 100% ਉਹ ਦੇਣਾ ਹੈ, ਜੇ ਤੁਸੀਂ ਉਹਨੂੰ ਰੇਲਾਂ ਦੇਣੀਆਂ ਨੇ, ਜੇ ਤੁਸੀਂ ਉਹਨੂੰ ਇੰਨਾ ਇਨਫਰਾਸਟ੍ਰਕਚਰ ਦੇਣਾ, ਮੇਰਾ ਸਵਾਲ ਇਹ ਹੈ ਕਿ ਫਿਰ ਹਿੰਦੁਸਤਾਨ ਦੀ ਸਰਕਾਰ ਆਪ ਕਿਉਂ ਨਹੀਂ ਲਾਉਂਦੀ ਪੈਸੇ ਨੂੰ? ਇਹਨੂੰ 5% ਦੇ ਕੇ 100% ਇਨਕਰੀਜ਼ ਕਿਉਂ ਦੇਣੀ ਹੈ ਬਈ? ਕੌਣ ਰੋਕਦਾ ਹੈ? ਇਹ ਬਹੁਤ ਵੱਡੀ ਗੇਮ, ਬਹੁਤ ਹੀ ਵੱਡੀ ਗੇਮ ਆ। ਹੁਣ ਤੁਸੀਂ ਦੇਖਿਓ, ਮੈਂ ਪਾਰਟ 2 ਤੇ ਆਊਂਗਾ ਇਸ ਗੇਮ ਦੇ, ਫਿਰ ਤੁਹਾਨੂੰ ਇਹ ਸਮਝ ਆਊ ਕਿ ਪਰਦਾਫਾਸ਼ ਕਿਵੇਂ ਹੁੰਦਾ ਹੈ। ਹਜੇ ਤੱਕ ਤਾਂ ਪਰਦੇ ਮੇ ਰਹਿਣਾ, ਜਦੋਂ ਪਰਦਾਫਾਸ਼ ਹੋਊ ਤੁਹਾਨੂੰ ਇਹ ਸਮਝ ਆਊ ਵੀ ਇਹ ਕਰ ਕੀ ਰਹੇ ਨੇ ਔਰ ਅਸੀਂ ਵੇਅਰ ਆਰ ਵੀ ਹੈਡਡ, ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਚੌਥੀ ਰეკਮੈਂਡੇਸ਼ਨ ਆਉਂਦੀ ਹੈ ਕਿ ਜਿਹੜਾ ਗਰੀਬਾਂ ਨੂੰ PDS ਮਿਲਦਾ, ਉਹ 67% ਗਰੀਬ ਦੇਸ਼ ਦਾ PDS ਲੈਂਦਾ ਜੀ। 67% ਗਰੀਬ ਦੇਸ਼ ਦਾ PDS ਲੈਂਦਾ, ਜਿਹਨੂੰ FCI, ਉਹ ਪ੍ਰੋਫਿਟ ਮੇਕਿੰਗ ਆਰਗੇਨਾਈਜੇਸ਼ਨ ਕਿਉਂ ਨਹੀਂ ਹੈ ਵੀ FCI? ਕਿਉਂਕਿ ਉਹ 20 ਰੁਪਏ 'ਚ ਲੈਂਦੀ ਹੈ ਤੇ 3 ਰੁਪਏ 'ਚ ਦਿੰਦੀ। ਐਮ ਆਈ ਰਾਈਟ? 20 ਰੁਪਏ 'ਚ ਲੈਂਦੀ ਹੈ ਤੇ 3 ਰੁਪਏ 'ਚ ਅੱਗੇ ਦਿੰਦੀ ਹੈ। ਇਸ ਕਰਕੇ ਉਹ ਪ੍ਰੋਫਿਟ ਮੇਕਿੰਗ ਆਰਗੇਨਾਈਜੇਸ਼ਨ ਕਿੱਦਾਂ ਹੋ ਸਕਦੀ ਹੈ ਭਾਈ? ਠੀਕ ਹੈ, ਇਹ 67% ਗਰੀਬ ਜਿਹਦੀ ਲਾਈਫ ਲਾਈਨ ਹੈ FCI, ਕਿਸਾਨ ਜਿਹਦੀ ਫਸਲ ਚੁੱਕਦੀ ਹੈ FCI, ਸਟੇਟ ਜਿਨ੍ਹਾਂ ਨੂੰ 5-5 ਹਜ਼ਾਰ ਕਰੋੜ ਰੁਪਈਆ ਇਨਕਮ ਆਉਂਦੀ ਹੈ ਮੰਡੀਆਂ ਦੀ ਫੀਸ, ਉਹ ਕੋਈ ਹੋਰ ਨਹੀਂ ਦਿੰਦਾ, ਉਹ FCI ਦਿੰਦੀ ਹੈ। ਠੀਕ ਹੈ ਕਿ ਨਹੀਂ? ਇਹ 67% ਗਰੀਬ ਨੂੰ ਜਿਹੜੀ PDS ਮਿਲਦੀ ਹੈ, ਇਹਨੂੰ ਘਟਾ ਕੇ 40% ਕਰ। ਦੇਖੋ ਉਹ ਭਾਈ, ਤੁਸੀਂ 2011 ਦੇ ਵਿੱਚ ਸਰਵੇ ਕੀਤਾ ਹੈ, ਤੁਹਾਨੂੰ ਇਹੀ ਨਹੀਂ ਪਤਾ ਕਿ ਲੋੜਵੰਦ ਕੌਣ ਹੈ। ਤੁਹਾਡਾ ਕੋਈ ਸਰਵੇ ਹੀ ਨਹੀਂ ਹੋਇਆ 2011 ਤੋਂ। ਤੇ ਜੇ ਮੈਂ ਪੋਪੂਲੇਸ਼ਨ ਨੂੰ ਵੱਧਦੀ ਨੂੰ ਦੇਖਾਂ, 137 ਕਰੋੜ ਹੋ ਗਈ, 137 ਕਰੋੜ। ਤੇ ਭਾਈ 137 ਕਰੋੜ ਚੋਂ ਉਦੋਂ 80 ਕਰੋੜ ਸੀ। ਜਿਸ ਰੇਟ ਨਾਲ ਵਧੀਏ ਤੇ 10 ਕਰੋੜ ਵਧਣੇ ਚਾਹੀਦੇ ਭਾਈ। ਤੁਹਾਡੇ ਕੋਲ ਕੋਈ ਡਾਟਾ ਹੋਵੇ, ਕੋਈ ਤੁਹਾਡੇ ਕੋਲ ਇਹ ਬੈਂਚਮਾਰਕ ਹੋਵੇ
ਵੀ ਤੁਹਾਨੂੰ ਇਹ ਪਤਾ ਲੱਗੇ ਵੀ ਆਹ ਅਮੀਰ ਹੋ ਗਿਆ ਜਾਂ ਗਰੀਬ ਹੋ ਗਿਆ, ਤਾਂ ਤੇ ਤੁਸੀਂ ਦੱਸੋ। ਕਾਰਨ ਇਹ ਹੈ ਵੀ ਤੁਸੀਂ ਹੰਗਰ ਇੰਡੈਕਸ ਦੇ ਵਿੱਚ, ਭੁੱਖਮਰੀ ਦੇ ਵਿੱਚ 94 ਨੰਬਰ ਤੇ, 107 ਦੇਸ਼ਾਂ ਦੇ ਵਿੱਚ 94 ਨੰਬਰ ਤੇ। ਇਸ ਕਰਕੇ ਗਰੀਬੀ ਤਾਂ ਘਟਾਈ ਨਹੀਂ ਗਈ, ਗਰੀਬ ਦਾ ਤਾਂ ਭਲਾ ਕੀਤਾ ਨਹੀਂ ਗਿਆ, ਨੰਬਰ ਹੀ ਚੱਕ ਦਿਓ। 27% ਸਿੱਧੇ ਥੱਲੇ ਮਾਰੋ ਠਾ, 67% ਤੋਂ ਸਿੱਧਾ ਲਿਆ ਕੇ ਖੜਾ ਦਿਓ 40% ਤੇ। ਮਤਲਬ ਸੋਚ ਕੇ ਦੇਖੋ, ਲਾਹਨਤ ਹੈ। ਇੰਨਾ ਉਹ ਹਉਮਾ, ਇੰਨਾ ਹੰਕਾਰ, ਇੰਨਾ ਗਰੀਬ ਦੀ ਅਣਦੇਖੀ, ਇੰਨਾ ਪਕਸ਼ਪਾਤ ਨਾ ਮੇਰਾ ਖੂਨ ਖੋਲਦਾ ਹੈ। ਅੱਗੇ ਆਓ, ਹੁਣ ਇਹ ਚੌਥੀ ਰეკਮੈਂਡੇਸ਼ਨ ਹੋ ਗਈ। ਹੁਣ ਮੈਂ ਪਾਰਟ 2 ਖੋਲਦਾ ਪੂਰਾ, ਪਾਰਟ 2 ਮੈਂ ਪੂਰਾ ਇਹਨੂੰ ਐ ਟਿਕਾ ਕੇ ਖੋਲ ਦੂੰ। ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ, ਅਸਲ ਗੁੱਝੀ ਗੇਮ ਜਿਹੜੀ ਹੈ, ਅਸਲ ਹਿਡਨ ਏਜੰਡਾ ਕੀ ਹੈ ਕਿ ਇਹ ਜਦੋਂ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ ਤੇ ਇਕਨੋਮਿਕ ਸਰਵੇ ਦੇ ਵਿੱਚ 2016-17 ਇੱਕ ਆਰਟੀਕਲ ਛਾਪਦੇ ਆ ਜੇਤਲੀ ਸਾਹਿਬ, ਫਿਰ ਤਾਂ ਚਲੋ ਵੱਡੇ ਸੀ। ਉਹ ਆਰਟੀਕਲ ਛਾਪਦੇ ਆ ਵੀ ਅਸੀਂ ਜੀ ਰਸਤਾ ਲੱਭ ਰਹੇ ਹਾਂ ਵੀ ਅਸੀਂ ਡਾਇਰੈਕਟ ਪੈਸੇ ਟ੍ਰਾਂਸਫਰ ਕਰਾਵਾਂਗੇ, ਸਾਡੇ ਕੋਲ ਸਿਸਟਮਸ ਠੀਕ ਨਹੀਂ ਗਏ, ਤੇ ਅਸੀਂ ਇਹ ਨਹੀਂ ਚਾਹੁੰਦੇ ਹੁਣ ਕਿ ਅਸੀਂ ਪੀਡੀਐਸ ਦੇ ਵਿੱਚ ਅਨਾਜ ਦਈਏ, ਅਸੀਂ ਸਿੱਧੇ ਪੈਸੇ ਦਿਆਂ। ਉਹ ਸਿੱਧੇ ਪੈਸੇ ਦੇਣ ਦਾ ਜਿਹੜਾ ਭੂਮਿਕਾ ਹੈ ਉਹ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 'ਚ ਆ ਗਈ। ਦੇਖੀਏ ਤੁਸੀਂ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ, ਜਨਧਨ ਅਕਾਊਂਟ ਦੇ ਵਿੱਚ ਪੈਣਗੇ। ਹੁਣ ਜਿਹੜੇ ਸਟੇਟ ਕੋਲ, ਪੰਜਾਬ ਵਰਗੇ ਕੋਲ ਕਰਜ਼ਾ ਹੀ ਮੁੜੀ ਜਾਂਦਾ ਹੈ, ਉਹ 10-12 ਹਜ਼ਾਰ ਕਰੋੜ ਰੁਪਈਆ ਕਿੱਦਾਂ ਪਾਊ ਗਰੀਬ ਦੀ? ਉਸ 'ਚ ਉਸੇ ਦਿਨ ਸਬਸਿਡੀਆਂ ਖਤਮ ਹੋ ਜਾਣਗੀਆਂ। ਠੀਕ ਹੈ ਜੀ। ਹੁਣ ਜਦੋਂ ਇਹ ਕਹਿੰਦੇ ਆ ਜੀ ਵੀ ਭਾਈ, ਬੰਦੇ ਨੂੰ ਬੜਾ ਲੱਗਦਾ ਯਾਰ ਕਮਾਲ ਦੀ ਗੱਲ ਹੈ, ਇਹ ਤਾਂ ਹੁਣ ਤਾਂ ਪੈਸੇ ਪਾਉਣਗੇ, ਹੁਣ ਤੇ ਪੈਸੇ ਪਾਉਣਗੇ। ਜਦੋਂ ਪੀਡੀਐਸ ਮੁੱਕਿਆ, ਜਿਸ ਦਿਨ ਉਹ ਖਤਮ ਕੀਤਾ ਔਰ ਇਹਨਾਂ ਨੇ ਉਹ ਪੈਸੇ ਅਕਾਊਂਟਾਂ 'ਚ ਪਾਣੇ ਸ਼ੁਰੂ ਕੀਤੇ, ਫਾਇਦਾ ਕਿਹਨੂੰ? ਕਿਹਦੇ ਕੋਲ ਸਟੋਰੇਜ ਹੈ, ਕਿਹਦੇ ਕੋਲ ਮੇਨਟੇਨੈਂਸ ਹੈ, ਕਿਹਦੇ ਕੋਲ ਸਾਈਲੋ ਹੈ, ਕਿਹਦੇ ਕੋਲ ਪ੍ਰੋਕਿਉਰਮੈਂਟ ਸੈਂਟਰ, ਕਿਹਦੇ ਕੋਲ ਨੇ, ਕਿਹਦੇ ਕੋਲ 25 ਲੱਖ ਮੀਟ੍ਰਿਕ ਟਨ ਦੀ ਸਟੋਰੇਜ ਹੈ? ਅਡਾਨੀ। ਹੁਣ ਦੂਜੀ ਚੀਜ਼ ਹੈ ਵੀ ਉਹ ਖਰੀਦੂ ਕਿੱਥੋਂ ਜਦੋਂ ਤੁਹਾਨੂੰ ਪੈਸੇ ਦੇਤੇ? ਭਾਈ ਮੇਰੇ ਅਕਾਊਂਟ 'ਚ ਪੈਸੇ ਪਾਤੇ, ਕਿ ਗਰੀਬ ਦੇ ਅਕਾਊਂਟ 'ਚ ਪੈਸੇ ਪਾਤੇ, ਉਹ ਖਰੀਦਣ ਕਿੱਥੇ ਜਾਊ? ਰਿਟੇਲ ਦੁਕਾਨ, ਰਿਟੇਲ ਤੇ ਰਿਟੇਲ ਕਿਹਦੇ ਕੋਲ ਹੈ? ਅੰਬਾਨੀ। ਵੇਖੋ ਤੁਸੀਂ ਗੇਮ ਕਿੱਡੀ ਵੱਡੀ ਹੈ ਕਿ ਤੁਸੀਂ ਇਹ 4 ਰეკਮੈਂਡੇਸ਼ਨਾਂ 'ਚੋਂ ਪਹਿਲੀਆਂ 3 ਲਓ, ਅਡਾਨੀ। ਭਾਈ ਸਟੋਰੇਜ ਉਹਦੇ ਕੋਲ, ਮੇਨਟੇਨੈਂਸ ਉਹਦੇ ਕੋਲ, ਲੌਜਿਸਟਿਕਸ ਉਹਦੇ ਕੋਲ, ਠੀਕ ਹੈ ਜੀ, ਪ੍ਰੋਕਿਉਰਮੈਂਟ ਸੈਂਟਰ ਉਹਦੇ ਕੋਲ, ਸਰਕਾਰੀ ਸਾਰਾ ਕੁਝ ਉਹਦੇ ਕੋਲ, ਸਰਕਾਰੀ ਜ਼ਮੀਨ ਉਹਦੇ ਕੋਲ। 5% ਸੇਵ ਕਰ ਭਾਈ, ਤੈਨੂੰ 100% ਦੇਵਾਂਗੇ, ਜਿਉਂ ਤੇਰੀ ਉਹਦੀ ਪ੍ਰਾਈਸ ਵੱਧਦੀ ਜਾਊਗੀ ਤੈਨੂੰ ਉਹ ਦੇਵਾਂਗੇ, ਰੇਲਾਂ ਤੇਰੀਆਂ, ਸਾਰਾ ਕੁਝ ਤੇਰਾ। ਹੁਣ ਗਰੀਬ ਨੂੰ ਇਹ ਨਹੀਂ ਸਮਝ ਆਉਂਦੀ ਵੀ ਭਾਈ ਜਦੋਂ ਤੇਰੇ ਅਕਾਊਂਟ 'ਚ ਪਾਉਣਗੇ, ਔਰ ਇਹ ਲਾਸਟ ਸਾਲ 'ਚ ਕਰਨਗੇ, ਮੈਨੂੰ ਪਤਾ ਹੈ ਮੇਰੇ ਦੋਸਤ ਬਾਹਰ ਵੀ ਹੈਗੇ ਆ ਕਿ ਕੀ ਸੁਜੈਸ਼ਨਸ ਮੰਗਦੇ ਆ, ਔਰ ਮੇਰੀ ਬਾਂਹ ਬੂ ਨਹੀਂ ਮਰੋੜ ਸਕਦੇ, ਸਵਾਲ ਪੈਦਾ ਨਹੀਂ ਹੁੰਦਾ, ਮੈਂ ਚੋਨੀ ਰਵਾਦਾਰ ਨਹੀਂ ਖੇਡ। ਹੁਣ ਇਹ ਉੱਥੇ ਆਉਣਗੇ ਵੀ ਇਹ ਜਦੋਂ ਪੀਡੀਐਸ ਬੰਦ ਕਰਨਗੇ, ਤੁਸੀਂ ਇਹ ਵੇਖੋ ਰਿਲਾਇੰਸ ਦੀ ਮੋਨੋਪੋਲੀ ਪਹਿਲਾਂ ਹੀ ਬਣੀ ਹੋਈ ਹੈ, ਉਹਨੂੰ ਉਹ ਹਿਲਾ ਹੀ ਨਹੀਂ ਸਕਦਾ। ਪੁੱਛੋ ਕਿੱਦਾਂ? ਹੁਣ ਖਰੀਦਦਾਰੀ ਜਿਹੜੀ ਹੁੰਦੀ ਹੈ ਉਹ ਆਨਲਾਈਨ ਹੁੰਦੀ ਹੈ ਭਾਜੀ। ਅੰਬਾਨੀ ਰਿਟੇਲ ਖੁੱਲੀ, ਉਹਨੂੰ ਕਿਹਨੇ ਐਂਡੋਰਸ ਕੀਤਾ? ਫੇਸਬੁੱਕ, WhatsApp ਤੇ ਜੀਓ ਇਕੱਠਾ ਹੋ ਗਿਆ, ਤੇ ਜੀਓ ਕਰੋੜ ਦਾ ਬਣ ਗਿਆ। 137 ਕਰੋੜ ਚੋਂ 100 ਕਰੋੜ ਬੰਦਾ ਸਿੱਧਾ ਇਹਨਾਂ ਦੇ ਥੱਲੇ, ਹਿੱਲ ਹੀ ਨਹੀਂ ਸਕਦਾ। ਮੋਨੋਪੋਲੀ ਕਿੱਥੋਂ ਹਿੱਲੂ? ਫੇਸਬੁੱਕ ਨੇ ਦੇਖਿਆ ਭਾਈ ਇਹ ਤਾਂ ਸਾਰੀਆਂ ਘੁੰਡੀਆਂ ਹੀ ਬਦਲਤੀਆਂ ਇਹਨਾਂ ਨੇ। ਪਹਿਲਾਂ ਅਸੀਂ ਸਿੱਧਾ ਚੱਕ ਲੈਂਦੇ ਸੀ ਐਪਲ ਤੋਂ ਸਾਰੇ ਹੀ ਫੋਨ, ਹੁਣੇ ਕਹਿੰਦੇ 25% ਚੱਕੋ। ਮਹਾਰਾਜ ਗੋਡੇ ਹੀ ਟੇਕ ਦਿਓ, ਸਿੱਧਾ ਹੀ ਨਾਲ ਲੱਗ ਜਾਓ, ਰਲ ਮਿਲ ਕੇ ਪਾਰਟਨਰ। ਮਹਾਰਾਜ 3 ਬੰਦਿਆਂ ਦੇ ਕੋਲ ਪੂਰਾ ਦੇਸ਼ ਦਾ ਕੰਟਰੋਲ ਹੈ। 100 ਮੇਰੇ ਖਿਆਲ 5 ਕਰੋੜ
ਲੋਕਾਂ ਦਾ ਸਿੱਧਾ ਆਨਲਾਈਨ ਔਰ SBI ਨਾਲ ਡੀਲ ਕਰ ਲਈ। SBI ਦਾ ਵੀ 70% ਡਾਟਾ ਇਹਨਾਂ ਕੋਲ ਹੈ। ਆਨਲਾਈਨ ਕੋਈ ਖਰੀਦ ਨਹੀਂ ਸਕਦਾ ਅੰਬਾਨੀ ਤੋਂ ਪਾਸੇ ਜੀਓ ਪੇਮੈਂਟ ਬੈਂਕ ਪਹਿਲਾਂ ਨਾ ਬੈਂਕ ਕਾਰਪੋਰੇਟ ਬੈਂਕ ਸਾਹਿਬ ਨੂੰ ਖੁੱਲ੍ਹਣ ਨਹੀਂ ਸੀ ਦਿੰਦਾ। ਉਹ ਕਹਿੰਦਾ ਯਾਰ ਜੇ ਕਾਰਪੋਰੇਟ ਬੈਂਕ ਖੋਲ੍ਹ ਦਿਓਗੇ ਤੇ ਜਿਹੜਾ ਕਾਰਪੋਰੇਟ ਹੈ ਉਹ ਪੈਸੇ ਲਊਗਾ ਲੋਕਾਂ ਦੇ ਤੇ ਆਪਣੇ ਆਪ ਨੂੰ ਹੀ ਦੇ ਲੂ, ਮੈਂ ਨਹੀਂ ਖੋਲ੍ਹਣ ਦਿੰਦਾ। ਇਹਨਾਂ ਨੇ ਹੁਣ ਕਾਰਪੋਰੇਟ ਬੈਂਕ ਵੀ ਖੋਲ੍ਹ ਦਿੱਤੇ, ਤੁਸੀਂ ਹਿੱਲ ਹੀ ਨਹੀਂ ਸਕਦੇ। ਔਰ ਫਿਰ ਗਰੀਬ, ਮੈਂ ਸਵਾਲ ਕਰਦਾ, ਗਰੀਬ ਨੂੰ ਇਹ ਨਹੀਂ ਪਤਾ ਕਿ ਭਾਈ ਜਦੋਂ ਉਹ ਖਰੀਦਣ ਜਾਊ ਉਹਨੂੰ 3 ਰੁਪਏ ਦਾ ਮਿਲੂ ਕਿ ਅੰਬਾਨੀ ਦੇ ਰੇਟ ਤੇ ਮਿਲੂ। ਆਪ ਹੀ ਦੇਖੋ ਹੁਣ ਜਿਹੜੀ PDS ਦੇ ਵਿੱਚ ਉਹਨੂੰ ਉਹ ਤਾਂ ਕੈਸ਼ ਹੋ ਗਿਆ, ਆਟੋਮੈਟਿਕਲੀ ਮਾਰਕੀਟ ਰੇਟ ਤੇ ਮਿਲਿਆ। ਜਦੋਂ ਕੈਸ਼ ਦੇ ਉੱਤੇ ਆ ਗਿਆ ਉਹ ਤੇ ਉਹ ਮਾਰਕੀਟ ਰੇਟ ਤੇ ਖਰੀਦੂ ਨਾ। ਕਿੱਡੀ ਗੇਮ ਹੈ, ਤੁਸੀਂ ਦੇਖੋ ਸਹੀ, ਇਹ ਕਦੋਂ ਦੀ ਚੱਲਣ ਡਈ ਹੈ? ਇਹ ਕੋਈ ਅੱਜ ਦੀ ਨਹੀਂ ਚੱਲਣ ਡਈ, ਇਹ ਕਿੰਨੀ ਦੇਰ ਦੀ ਚੱਲਣ ਡਈ ਹੈ। ਔਰ ਇਹ ਬਗੈਰ ਪੋਲੀਟੀਕਲ ਸਹਿਯੋਗ ਹੋ ਸਕਦਾ ਹੈ? ਕੈਨ ਯੂ ਬੀਟ ਇਟ? ਐਂਡ ਇਟ ਇਜ਼ ਰਿਗਾਰਡਲੈਸ ਆਫ ਦ 3 ਲਾਜ਼ ਵੀ ਲਾਗੂ ਹੋਣ ਨਾ ਹੋਣ। ਇਹ ਮੈਂ ਕਹਿ ਰਿਹਾ ਪਹਿਲੇ ਦਿਨ ਤੋਂ ਵੀ ਇਹ ਜਿਹੜੇ ਲਾਜ਼ ਨੇ ਇਹਨਾਂ ਨੂੰ ਤੁਸੀਂ ਰਿਪੀਲ ਕਰਾ ਲਓ ਜਾਂ ਨਾ ਕਰਾਓ। ਇਹ ਗੇਮ ਨੂੰ ਫਰਕ ਪੈਂਦਾ ਭਾਜੀ, ਤੁਸੀਂ ਤੇ ਚੰਗੇ ਸਿਆਣੇ ਹੋ। ਮੈਂ ਇਸੇ ਕਰਕੇ ਇਹ ਸੱਚ ਨੂੰ, ਹਾਲੇ ਮੈਂ ਅੱਗੇ ਚੱਲੂ ਥੋੜ੍ਹਾ, ਮੈਂ ਇਸੇ ਕਰਕੇ ਇਸ ਸੱਚ ਨੂੰ ਬੇਨਕਾਬ ਕਰਨਾ ਚਾਹੁੰਦਾ ਸੀਗਾ ਕਿਉਂਕਿ ਤੁਹਾਡੀ ਕ੍ਰੈਡੀਬਿਲਿਟੀ ਹੈ। ਲੋਕਾਂ 'ਚ ਖੜ ਕੇ ਮੇਰੇ ਵੱਲੋਂ ਹੀ ਸਵਾਲ ਕਰ ਦਿਓ, ਮਾਈ ਦਾ ਲਾਲ ਜੰਮਿਆ ਨਹੀਂ, ਕੋਈ ਆ ਕੇ ਬਹਿ ਜੇ, ਮੈਂ ਜਾਣਾ ਇਕੱਲਾ ਜਾਊਂ, ਆ ਕੇ ਬਹਿ ਗੱਲ ਕਰ। ਇਹ ਹੈ ਕਿ ਨਹੀਂ ਹੈ? ਕਿੱਡਾ ਪੱਖਪਾਤ ਕਰਦੇ ਆ ਇਹ। ਉਹਨੂੰ ਮੈਕਸਿਮਮ ਸਪੋਰਟ ਪ੍ਰਾਈਸ, ਇਹਨੂੰ ਮਿਨੀਮਮ ਸਪੋਰਟ ਪ੍ਰਾਈਸ ਨਹੀਂ। ਹਾਂਜੀ, ਸਾਰਾ ਦੇਸ਼ ਲੁਟਾਤਾ, ਗਿਰਵੀ ਰੱਖਿਆ, ਗਿਰਵੀ। ਫਿਰ ਤੁਸੀਂ ਅੱਗੇ ਆਓ। ਮਹਾਰਾਜ ਸਟੇਟ ਮੇਰੇ ਸੁਪਨੇ ਹੈ, ਮੈਂ ਉਹਨਾਂ ਸੁਪਨਿਆਂ ਨੂੰ ਜਿਉਣਾ ਤੇ ਮੈਂ ਰੱਬ ਨੂੰ ਜੋ ਅਰਦਾਸ ਕੀਤੀ ਹੈ ਉਹ ਪੂਰੀ ਹੋਈ ਅੱਜ ਤੱਕ। 45 ਸਾਲ ਤੱਕ ਸਾਰਾ ਕੁਝ ਪੂਰਾ ਕਰ ਲਿਆ। ਮੇਰਾ ਸੁਪਨਾ ਹੈ, ਮੈਂ ਦੇਖਦਾ ਕਿ ਪੰਜਾਬ ਦਾ ਐਗਰੀਕਲਚਰ ਸਾਡੀ ਰੀੜ੍ਹ ਦੀ ਹੱਡੀ ਹੈ। ਭਾਈ ਅਸੀਂ ਮਾਰਕੀਟਿੰਗ ਸਟ੍ਰੈਟਜੀ ਬਣਾਈਏ, ਅਸੀਂ ਇਕੱਠੇ ਹੋਈਏ, ਅਸੀਂ ਕੋਆਪਰੇਟਿਵ ਬਣਾਈਏ। ਭਾਈ ਅਸੀਂ ਕੋਆਪਰੇਟਿਵ ਹੋ ਕੇ ਗਰੀਬ ਛੋਟਾ ਜਿਹੜਾ ਫਾਰਮਰ ਹੈ ਉਹਨੂੰ ਚੁੱਕੀਏ। ਪਰ ਜਿਹੜੇ ਮੈਂ ਸੁਪਨੇ ਦੇਖਦਾ ਇਹ ਬੀਜ ਦੇਣਗੇ, ਉਹਨਾਂ ਨੂੰ ਖਤਮ ਕਰ ਦੇਣਗੇ। ਪੁੱਛੋ ਕਿੱਦਾਂ? ਕਿਸੇ ਵੀ ਐਗਰੀਕਲਚਰ ਦੀ ਜੇ ਟਰਾਂਸਫਾਰਮੇਸ਼ਨ ਤੁਸੀਂ ਕਰਨੀ ਹੈ ਤੁਹਾਨੂੰ ਬਫਰ ਸਟਾਕ ਚਾਹੀਦਾ। ਕਿਉਂ? ਕਿਉਂਕਿ ਭਾਈ ਉਗਣ ਨੂੰ ਤਾਂ ਲੱਗਣੇ 6 ਮਹੀਨੇ, ਖਾਣਾ ਤੁਸੀਂ ਰੋਜ਼ ਹੈ। ਕੋਈ ਫਸਲ ਲੈ ਲਓ, ਉਹਨੂੰ ਉਗਣ ਨੂੰ 4 ਮਹੀਨੇ ਲੱਗਣੇ, 5 ਮਹੀਨੇ ਲੱਗਣੇ ਹੈ, ਖਾਣਾ ਤੁਸੀਂ ਰੋਜ਼ ਹੈ, ਹਰ ਰੋਜ਼ ਤੁਸੀਂ ਖਾਣਾ। ਤੁਹਾਨੂੰ ਬਫਰ ਸਟਾਕ ਚਾਹੀਦਾ ਹੀ ਚਾਹੀਦਾ। ਹੁਣ ਬਫਰ ਸਟਾਕ ਕਿਹਦੇ ਕੋਲ ਹੈ ਭਾਜੀ? ਅਡਾਨੀ। ਮੈਂ ਕਿਹਾ ਸੂਬਾ ਲੱਖ ਜ਼ੋਰ ਲਾ ਲੇ, ਲੱਖ ਜ਼ੋਰ ਲਾ ਲੇ, ਸੂਬਾ ਮੁਹਤਾਜ ਬਣਾਤਾ। ਜਿਹੜੇ ਉਦੋਂ ਕਹਿੰਦੇ ਹੁੰਦੇ ਸੀ GST, ਵਾਹ ਜੀ ਵਾਹ, ਮੈਂ ਉਦੋਂ ਕਿਹਾ ਸੀ 2 ਸਾਲ ਪਹਿਲਾਂ ਵੀ ਤੁਹਾਡੇ ਹੱਥ ਠੂਠਾ ਦੇ ਦੇਣਗੇ। ਦਿਸ ਇਜ਼ ਅ ਡਾਇਰੈਕਟ ਅਟੈਕ ਔਨ ਦੀ ਫੈਡਰਲ ਸਟਰਕਚਰ ਆਫ ਇੰਡੀਆ। ਖਤਮ ਕਰ ਦੇਣਗੇ, ਨਹਿਸ ਤਹਿਸ ਕਰ ਦੇਣਗੇ, ਬਿਲਕੁਲ ਬਰਬਾਦ ਕਰ ਦੇਣਗੇ। ਵੀ ਆਰ ਹੈਡਡ ਦੈਟ ਵੇ। ਫਿੱਟ ਕਰ ਲਿਆ ਸਾਰਾ ਕੁਝ ਇਹਨਾਂ ਨੇ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ। ਇਹ ਤੇ ਗੁੜ ਦੇ ਕੇ ਮਾਰਦੇ ਆ, ਗੁੜ ਦੇ ਕੇ ਮਾਰਦੇ ਆ। ਇਹ ਤਾਂ ਪਹਿਲੀ ਵਾਰ ਹੈ ਕਿਸਾਨ ਨੇ ਥੁੱਕਿਆ, ਥੂ ਉਹਨੇ ਥੁੱਕਿਆ। ਇਸ ਕਰਕੇ ਉਹ ਸੁਪਨੇ ਵੀ ਸਾਕਾਰ ਨਹੀਂ ਹੋਣੇ। ਫਿਰ ਭਾਈ ਇਹ ਕੀ ਚੱਕਰ ਕੀ ਹੈ? ਇਹ 2 ਬੰਦਿਆਂ ਪਿੱਛੇ 70 ਕਰੋੜ ਬੰਦਿਆਂ ਨੂੰ ਗੁੱਝੀ ਗੇਮ ਦੇ ਕੇ ਇਹ ਮਰਨ ਡਏ ਹੈ। ਕਿਉਂ? ਕੀ ਗੱਲ ਕੀ ਹੈ ਬਈ? ਗੱਲ ਬੜੀ ਸਿੰਪਲ ਹੈ। ਵੇਖੋ ਕਿਹਨਾਂ ਦੇ ਜਹਾਜ਼ਾਂ ਚੜ੍ਹਦੇ ਆ ਜਦੋਂ ਇਲੈਕਸ਼ਨ ਕੰਪੇਨ 'ਚ ਜਾਂਦੇ ਆ, ਦੇਖੋ ਨਾ, ਮੈਂ ਤੇ ਆਪ ਵੇਖਿਆ। ਕੌਣ ਇਲੈਕਸ਼ਨ ਫੰਡਿੰਗ ਕਰਦਾ? ਤੀਜੀ ਗੱਲ, ਮੀਡੀਆ ਹੀ ਦੇਖ ਲਓ ਕਿੰਨਾ ਕੰਟਰੋਲ 'ਚ ਹੈ, ਕਿੱਥੇ ਕਿਹਦੇ ਕੰਟਰੋਲ 'ਚ ਹੈ ਦੇਖ ਲਓ। 70% ਕਿਹਦਾ ਕੰਟਰੋਲ ਹੈ ਦੇਖ ਲਓ। ਉਹ ਪੈਸੇ ਕਿੱਥੋਂ ਆਉਂਦੇ ਆ ਭਾਈ? मैं कल क्या सी कि तुम्हारी तहजीब खुद अपने खंजर से खुदकुशी करेगी। जो आशियाना शाख नाजुक पे होगा ना पायदार होगा। तुसी अपनी तहजीब दे नाल खुदकुशी कर रहे हो, आचरण व्यवहार दे नाल। ये कोमल डाल दे उत्ते आशियाना बनाओ, कित्थे ना पायदार होगा। ये पहली बार ये मतलब एक मूवमेंट बनी है, चंद लोगों तक सीमित नहीं, पूरे हिंदुस्तान की बनी।
ਇਸ ਕਰਕੇ ਇਹ ਬਹੁਤ ਇੰਪੋਰਟੈਂਟ ਹੈ ਭਾਜੀ ਕਿ ਤੁਸੀਂ ਇਸ ਆਵਾਜ਼ ਨੂੰ ਲੋਕਾਂ ਤੱਕ ਲੈ ਕੇ ਜਾਓ। ਮੈਂ ਤੇ ਮਤਲਬ ਜਿਹੜਾ ਮੇਰੇ ਅਰਮਾਨ ਸੀ ਮੈਂ ਤਾਂ ਜੀ ਲਿਆ, ਪਰ ਮੈਂ ਲੜੂੰ, ਇੰਚ ਨਹੀਂ ਪਿੱਛੇ ਹਟਦਾ। ਪਰ ਮੈਨੂੰ ਕੋਈ ਇਹ ਗਰਜ ਨਹੀਂ ਕਿ ਮੈਨੂੰ ਕੁਝ ਚਾਹੀਦਾ। ਨਿੱਜੀਕਰਨ ਦੀ ਲੜਾਈ ਵੇਖੀ, ਏਵੀਏਸ਼ਨ ਦੇ ਅਸੀਂ ਦੇਖੀਏ 에ਅਰਪੋਰਟ 6 ਅੱਜ ਹੀ ਰਿਪੋਰਟ ਆਈ ਇੰਡੀਅਨ ਐਕਸਪ੍ਰੈਸ ਦੀ ਏਅਰਪੋਰਟ ਦੇ ਨਾਲ ਪੋਰਟ ਪੋਰਟ ਮੁੰਦਰਾ ਪੋਰਟ ਫਲਾਨਾ। ਨਹੀਂ, ਨੀਤੀ ਆਯੋਗ ਐਂਡ ਫਾਈਨੈਂਸ ਮਿਨਿਸਟਰੀ ਨੇ ਆਬਜੈਕਸ਼ਨ ਵੀ ਲਾਈ, ਫਿਰ ਵੀ ਦਿੱਤੇ ਗਏ ਅਡਾਨੀ ਨੂੰ। ਅਡਾਨੀ ਦਾ ਐਕਚੁਅਲ ਜਿਹੜਾ ਵੈਲਥ ਹੈ ਉਹ $26 ਬਿਲੀਅਨ ਹੈ ਤੇ ਕਰਜ਼ਾ $30 ਬਿਲੀਅਨ ਹੈ। ਹਾਂ, ਤੁਸੀਂ ਜਿਹੜੀ ਪੋਰਟ ਦੀ ਗੱਲ ਕੀਤੀ ਬੜੀ ਇੰਟਰਸਟਿੰਗ ਚੀਜ਼ ਹੈ। ਆਪਣੇ ਪੰਜਾਬ ਦੀ ਕਿਸਾਨੀ ਨਾਲ ਲਿੰਕਡ ਹੈ। ਜਿਹੜੇ ਆਪਾਂ ਪਹਿਲਾਂ ਬਾਰਡਰ ਤੋਂ ਟ੍ਰੇਡ ਕਰਦੇ ਸੀਗੇ ਉਹਨਾਂ ਨੇ ਬੰਦ ਕਰਤੀ, ਤੇ ਹੁਣ ਜਦੋਂ ਉਹ ਪਾਕਿਸਤਾਨ ਤੋਂ ਘੁੰਮ ਕੇ ਆਂਦੀ ਹੈ ਤੇ ਉਹਨੂੰ ਮੁੰਬਈ ਪੋਰਟ ਤੇ ਕਹਿੰਦੇ ਖੋਲ ਨਹੀਂ ਸਕਦੇ, ਐਂਟੀ ਨੈਸ਼ਨਲ ਹੈ, ਮੁੰਦਰਾ ਪੋਰਟ ਤੇ ਖੋਲ ਲੈਂਦੇ ਨੇ ਉਹਨੂੰ, ਫਿਰ ਉਹ ਮੁੰਦਰਾ ਪੋਰਟ ਤੋਂ ਹੋ ਕੇ ਪੰਜਾਬ ਆ ਜਾਂਦਾ। ਵੇਖੋ ਇਹ ਦੇਖੋ ਕਿੰਨੀ ਵੱਡੀ ਗੱਲ ਕੀਤੀ ਹੈ ਮੁੰਡੇ ਨੇ, ਹੈ ਇਹ ਮਤਲਬ ਵੇਖੋ ਤਰਨਤਾਰਨ ਤੋਂ ਪਾਕਿਸਤਾਨ ਟ੍ਰੇਡ ਮੁੰਦਰਾ ਪੋਰਟ ਦੇਖੋ 22 ਕਿਲੋਮੀਟਰ ਜਾਣਾ ਸਾਡੇ, ਮਤਲਬ ਕਿਸਮਤ ਤੇ ਤਾਲੇ ਲਾਤੇ ਇਹਨਾਂ ਨੇ। ਆ ਛੋਟੀ ਪੈਂਟ ਕੁਰਸੀ ਦੇ ਮੈਂ ਕਰ ਲਵਾਂ। ਸਾਡੇ ਅਗਰ ਅੰਮ੍ਰਿਤਸਰੋਂ ਜਾਣਾ ਹੈ ਤੇ 22 ਕਿਲੋਮੀਟਰ ਜਾਣਾ ਹੈ, ਸਾਡਾ ਸਮਾਨ 2100 ਕਿਲੋਮੀਟਰ ਜਾਂਦਾ ਦੁਬਈ ਨੂੰ। ਕਰਾਚੀ ਬੰਬੇ ਖੁੱਲ੍ਹਾ 2100 ਕਿਲੋਮੀਟਰ ਜਾਂਦਾ, ਉੱਥੋਂ ਘੁੰਮ ਕੇ ਫਿਰ ਆਉਂਦਾ। ਫਿਰ ਜੇ ਕਿਤੇ ਖੜਦਾ ਹੈ ਜਾ ਕੇ, ਉਹ ਮੁੰਦਰਾ ਪੋਰਟ ਹੈ, ਕਿਉਂਕਿ ਉੱਥੇ $5 ਘੱਟ ਰੇਟ ਰੱਖਿਆ ਹੋਇਆ। ਇਹਨਾਂ ਦੇ ਪਿਓ ਦਾ ਰਾਜ ਹੈ, ਹੈਂ? ਤੇ ਪਿਓ ਕੌਣ ਹੈ ਮੈਨੂੰ ਸਮਝ ਨਹੀਂ ਆਈ। ਇਹਦੇ ਬਾਪ ਦਾ ਪਿਓ ਤੇ ਇਹ ਨੇ ਜਿਹੜੇ ਨੀਤੀਆਂ ਬਣਾਉਂਦੇ, ਨਚਾਉਂਦੇ ਆ। ਦੁੱਖ ਹੁੰਦਾ ਹੈ। ਇਸੇ ਕਰਕੇ ਮੈਂ ਕਹਿੰਦਾ ਕਿ ਯੂ ਕੈਨੋਟ ਟੇਕ ਇਟ ਫॉर ਗ੍ਰਾਂਟਡ ਕਿ ਅ ਨੇਸ਼ਨਸ ਡੈਸਟੀਨੀ ਵਿਲ ਬੀ ਸਕਸੈਸਫੁਲ ਫॉर ਸ਼ੋਰ। ਐਂਟੀ ਨੈਸ਼ਨਲ ਜਿਹੜਾ ਨਾਲ ਖੜਾ ਠੀਕ ਹੈ, ਐਂਟੀ ਨੈਸ਼ਨਲ ਹੋਏ ਉਹ ਤੂੰ ਐ ਹੋਏ, ਮੈਂ ਖੜ ਗਿਆ ਪਿਆ, ਮੈਂ 1 ਇੰਚ ਪਿੱਛੇ ਨਹੀਂ ਉੱਠਿਆ ਅੱਜ ਤੱਕ। ਆਈ ਹੈਵ ਨੈਵਰ ਫਲਿੰਚਡ ਨੋਰ ਬੈਕਡ ਐਨ ਇੰਚ। ਉੱਥੇ ਵੀ ਮੈਂ ਕਿਹਾ ਇਹ ਪੰਜਾਬੀ ਨੂੰ ਪੁੱਛ ਕੇ ਵੇਖੋ ਵੀ ਇਹ ਸਾਨੂੰ ਡੈਲੀਬਰੇਟ ਮੈਕੈਨਿਜ਼ਮ ਦੇ ਨਾਲ ਮਾਰ ਰਹੇ ਕਿ ਨਹੀਂ ਮਾਰ ਰਹੇ। ਡੈਲੀਬਰੇਟ ਮੈਕੈਨਿਜ਼ਮ ਦੇ ਨਾਲ ਮਾਰ ਰਹੇ, ਸੋਚੀ ਸਮਝੀ ਸਾਜ਼ਿਸ਼ ਦੇ ਤਲੇ ਮਾਰ ਰਹੇ। ਆਈ ਰੈਸਟ ਮਾਈ ਕੇਸ। ਇਹਦੇ 'ਚੋਂ ਕੋਈ ਚੀਜ਼ ਕਿਸੇ ਨੇ, ਹਿੰਦੁਸਤਾਨ ਦਾ ਕੋਈ ਮੰਤਰੀ ਵਜ਼ੀਰ ਤੇ ਕਾਹਦੇ ਰਹਿ ਗਏ। ਮੈਂ ਤਾਂ ਪਹਿਲਾਂ ਹੀ कहता कि शतरंज का वजीर और इंसान का ज़मीर अगर मर जाए तो खेल ख़त्म। मैं तो पहले ही कही बैठा, मुक गया काम। काहदे रह गए हुण ते ये पर्दे फाश हो गए, लोकां च आ गए, सामने आ गए। पहला तो वो मेरे वर्गा एक हुंदा सीगा, ਉਹਦੇ मगर पै जांदे बॉट जे आए, मैनूं समझ नहीं सी आउंदी, पर मैं कदे डरिया नहीं। जिन्ने कोई शरीफ बंदे ताड़ दे ਇਹਦੇ ਗਾਲ ਉਹਦੇ ਗਾਲ। ਉਹ ਭਾਈ ਕਿਉਂ ਆਵਾਜ਼ ਚੁੱਕਦੇ ਹੋ? ਆਰਗੂਮੈਂਟ ਚੁੱਕੋ, ਆਪਦੀ ਰੀਜ਼ਨ ਦਿਓ। ਤੇ ਹੁਣ ਦਿੱਲੀ 'ਚ ਜਦੋਂ 10,000 ਆਵਾਜ਼ ਆਉਂਦੀ ਹੈ ਥਾੜ ਕਰਦੀ, ਤੇ ਸਮਝ ਨਹੀਂ ਆਉਂਦਾ ਹੁਣ ਕਿਹਨੂੰ ਵੋਟ ਲਾਈਏ ਤੇ ਕਿਹਨੂੰ ਉਹ ਲਾਈਏ, ਤੇ ਸਾਰਿਆਂ ਦਾ ਪੋਟ ਕਰਤਾ ਉਹਨਾਂ ਨੇ। ਸਮਝ ਨਹੀਂ ਨਾ ਆਉਂਦੀ ਹੁਣ ਵੀ ਕਿਹਨੂੰ ਬੋਲੀਏ। 10,000 ਆਵਾਜ਼ ਆਉਂਦੀ ਹੈ ਧਾੜ ਕਰਦੀ 10,000 ਆਵਾਜ਼ ਆਉਂਦੀ ਹੈ ਹਰ ਰੋਜ਼ ਨਵੇਂ, ਸਿਰ ਉੱਚਾ ਹੁੰਦਾ। ਫਿਰ ਉਹਨੂੰ ਕਹੀਦਾ ਪੋਲੀਟੀਕਲ ਆ ਫਲਾਨਾ। ਲੈ ਦੱਸ, ਅਸੀਂ ਤਾਂ ਇੱਥੇ ਬੈਠੇ ਹਾਂ ਭਾਈ, ਹਰ ਰੋਜ਼ ਨਾਲੇ ਟਵੀਟ ਪਾਈਦਾ, ਨਾਲੇ ਉਹਨਾਂ ਦੀ ਹੱਲਾਸ਼ੇਰੀ ਕਰੀਦੀ, ਨਾਲੇ ਟਿਕਾ ਕੇ ਉਹਨਾਂ ਨਾਲ ਖੜੇ, ਮੋਢੇ ਨਾਲ ਮੋਢਾ ਲਾ ਕੇ ਖੜੇ, ਬਦਲੇ 'ਚ ਕੁਛ ਨਹੀਂ ਚਾਹੀਦਾ। ਗੱਲ ਆ ਵੀ ਬਹੁਤ ਸਾਰੇ ਜਿੱਦਾਂ ਲੋਕਾਂ ਦਾ ਕਈਆਂ ਦੇ ਵਿੱਚ ਇਹ ਵੀ ਮਤਲਬ ਸਮਝ ਹੈ ਕਿ ਇੱਕ ਤਰ੍ਹਾਂ ਦਾ ਜਿਹੜਾ ਅੰਦੋਲਨ ਹੈ ਇਕੱਲੇ ਕਿਸਾਨਾਂ ਦਾ, ਜਿਹੜੇ ਦੂਜਿਆਂ ਨੂੰ ਕਈਆਂ ਨੂੰ ਲੱਗਦਾ ਵੀ ਅਸੀਂ ਸ਼ਾਇਦ ਪ੍ਰਭਾਵਿਤ ਨਹੀਂ ਹੋਣਾ, ਉਹਨਾਂ ਲਈ ਤੁਸੀਂ ਕਿਵੇਂ ਸੋਚਦੇ ਵੀ ਉਹ ਕਿਵੇਂ ਜੁੜੇ ਨੇ ਜਾਂ ਉਹਨਾਂ ਨੂੰ ਨਾਲ ਕਿਵੇਂ ਆਉਣਾ ਚਾਹੀਦਾ? ਇਹ ਗਲਤ ਗੱਲ ਹੈ ਬਿਲਕੁਲ। ਭਾਜੀ ਤੁਸੀਂ ਬੜਾ ਵੱਡਾ ਸਵਾਲ ਕੀਤਾ ਹੈ। ਮੈਨੂੰ ਬੜੇ ਲੋਕ ਪੁੱਛਦੇ ਆ ਜੇਸੂ ਸਾਹਿਬ ਦਿੱਲੀ ਜਾਓ। ਮੈਂ ਉਹਨਾਂ ਨੂੰ ਕਹਿੰਦਾ ਕਿ ਇਹ ਪੋਲੀਟੀਕਲ ਮੂਵਮੈਂਟ ਹੈ ਜਾਂ ਸੋਸ਼ਲ ਮੂਵਮੈਂਟ ਹੈ? ਇਹ ਲੋਕਾਂ ਦੀ ਮੂਵਮੈਂਟ ਹੈ ਜਾਂ ਕਿਸੇ ਪੋਲੀਟੀਸ਼ੀਅਨ ਨੇ ਖੜੀ ਕੀਤੀ ਹੈ? ਇਹ ਮਾਫ ਕਰਨਾ, ਪੋਲੀਟੀਸ਼ੀਅਨ ਐਡੇ ਹੀ ਤਕੜੇ ਹੁੰਦੇ ਤੇ ਇਹ ਦਿਨ ਕਿਉਂ ਦੇਖਦੇ? ਸਮਝਦੇ ਹੋ? ਇਸ ਕਰਕੇ ਜਦੋਂ ਮੈਨੂੰ ਕਹਿੰਦੇ ਆ, ਮੈਂ ਕਹਿੰਦਾ ਜੇ ਮੈਂ ਜਾ ਕੇ ਖੜ ਗਿਆ, ਮੈਂ 4 ਵਾਰ ਦਾ MP ਹਾਂ, ਮੇਰੀ ਵਾਈਫ ਜਿੱਤੀ ਹੈ, ਮੈਂ 5ਵੀਂ ਵਾਰ ਦਾ ਮੰਤਰੀ ਹਾਂ, ਅਸੀਂ ਰਲ ਮਿਲ ਕੇ 5-6 ਇਲੈਕਸ਼ਨ ਜਿੱਤ ਲਏ 15-16 ਸਾਲਾਂ 'ਚ। ਜਦੋਂ ਮੈਂ ਉੱਥੇ ਖੜੂੰਗਾ ਕਹਿਣਗੇ ਦੇਖੋ ਜੀ ਅਸੀਂ, ਉਦੋਂ ਹੀ ਨਾਲ ਦੀ ਨਾਲ ਇਹਨਾਂ ਦੇ ਮੰਤਰੀ ਨੇ ਕਿਸੇ ਨੇ ਟਾਟਰਾ ਜਿਹੜਾ ਹੈ ਉਹਨੇ ਨਾਲ ਦੀ ਨਾਲ ਕਹਿ ਦੇਣਾ ਦੇਖੋ ਜੀ ਦੇਖੋ ਇਹ ਆਪੋਜੀਸ਼ਨ ਕਰਾ ਰਹੀ ਹੈ।
ਫੱਟ ਦੇਣੇ। ਦੇਖੋ ਜੀ ਦੇਖੋ, ਇਹ ਤੇ ਆਪੋਜੀਸ਼ਨ ਕਰਾ ਰਹੀ ਹੈ। ਉਹ ਭਲੇ ਉਹ ਲੋਕੋ, ਕੀ ਕਰ ਰਹੇ ਹੋ ਤੁਸੀਂ? ਮਤਲਬ ਇੰਨਾ ਤੁਹਾਡਾ ਜ਼ਮੀਰ ਮਰ ਗਿਆ ਓਏ ਹੈ ਵੀ ਤੁਸੀਂ ਭੋਲੇ ਭਾਲੇ ਕਿਸਾਨਾਂ ਦੀ ਰੋਜ਼ੀ ਰੋਟੀ ਉਹਦੇ ਪੇਟ ਤੇ ਲੱਤ ਮਾਰ ਕੇ ਇੱਕ ਬੰਦੇ ਨੂੰ ਦਿਓਗੇ, ਫੰਡਿੰਗ ਕਰਾਓਗੇ, ਹੈ ਮੀਡੀਆ ਚਲਾਓਗੇ, ਹੈ ਐਂ ਚੱਲਦਾ ਹੁੰਦਾ? ਪੰਜਾਬੀ ਨਹੀਂ ਝੁਕਦੇ। ਫਿਰ ਉਹ ਕਹੇ ਨਾ ਜੋ ਕਿ ਮੈਂ ਉੱਥੇ ਹੀ ਕਿਹਾ ਸੀ ਖੜ ਕੇ, ਜਦੋਂ ਮੈਨੂੰ ਪੁਲਿਸ ਵਾਲੇ ਨੇ ਰੋਕਿਆ ਉੱਥੇ, ਮੈਂ ਕਿਹਾ ਤੇਰੇ ਕੋਲ ਵਾਰੰਟ ਹੈ? ਕਹਿੰਦਾ ਜੀ ਉਹ DIG ਸਾਹਿਬ ਆ ਰਹੇ ਹੈ। ਮੈਂ ਕਿਹਾ ਫਿਰ ਜਦੋਂ ਨੂੰ ਜਦ ਤੱਕ ਉਹ ਆਉਂਦੇ ਨਹੀਂ ਮੈਂ ਇੱਥੇ ਖੜੂੰਗਾ? ਹਟ ਪਰੇ। ਮੈਂ ਚੁੱਕੀਆਂ ਗੱਡੀਆਂ ਉਹ ਮਰੀ ਭਗਾ ਕੇ, ਪਿਓ ਬਣਾ ਕੇ ਛੱਡ ਕੇ ਗਿਆ। ਲੋਕਤੰਤਰ ਹੈ ਭਾਈ। ਸਾਨੂੰ ਕੋਈ ਆ ਕੇ ਗਾਲ ਵੀ ਕੱਢ ਦਿੰਦਾ, ਇੰਨੇ ਲੱਖਾਂ ਲੋਕ ਪਿਆਰ ਕਰਦੇ, ਕੋਈ ਗਾਲ ਵੀ ਕੱਢਦਾ, ਦਾੜੀ ਦਾ ਵਾਲ ਚਿੱਟਾ ਹੋ ਜਾਂਦਾ, ਫਿਰ ਕੀ ਹੋਇਆ? ਠੀਕ ਹੈ ਭਾਈ, ਇਹਦਾ ਹੱਕ ਹੈ। 5-6 ਇਲੈਕਸ਼ਨ ਜਿਤਾ ਦੇ, ਸਾਰੇ ਰੋਮ ਰੋਮ ਰਹਿਣੀ ਹੈ। ਸਿੱਧੂ ਸਾਹਿਬ ਦਿੱਲੀ ਨਹੀਂ ਗਏ ਹੈ, ਹੋਰ ਕੋਈ ਲੱਭਦਾ ਨਹੀਂ ਨਾ ਸਿੱਧੂ ਦੇ ਖਿਲਾਫ। ਸਿੱਧੂ ਦਿੱਲੀ ਨਹੀਂ, ਮਾਰਨੀ ਹੈ ਮੂਵਮੈਂਟ, ਸੋਸ਼ਲ ਮੂਵਮੈਂਟ ਨੂੰ ਪੋਲੀਟੀਕਲ ਕਰਨਾ, ਖਤਮ ਕਰਨੀ ਹੈ, ਉਹਨੂੰ ਬਿਲਿਟਲ ਕਰਨਾ ਹੈ, ਇੱਕ ਸਮੁੰਦਰ ਨੂੰ ਟੋਪੇ ਸਿੱਟਦੇ ਆ। But Sindhu, coming to the other point, state government, what do you think about the Punjab government's stance on this whole issue? Now, there were allegations that there were senior police officers camping in Delhi from the past almost over a month, and they are gathering information, they're trying to strike deals, pressurizing the union leaders. What do you have to say about your own government in the state in Punjab? I think it's a very good question. The best person who can answer you is the Honorable Chief Minister. So what do you have to say about it? Nothing. You are part of that government. मैं की क्या मित्रा, मैं की क्या? Do you think about it? Think. देखो मैं तो जवाब दे दूँ, तकड़ा दूँ। दोस्त मेरी जिंदगी शुरू तो देख, इंग्लैंड छड़ के आया, कई लोग ਉਹਨੂੰ डिस्टॉर्ट करने की भी कोशिश करते, बड़े उम्र वाले भी लोग। मैं कहना टका के कहना, साਰਿਆਂ ਨੂੰ ਅੱਜ ਛਾਤੀ ਠੋਕ ਕੇ ਕਹਿਣਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਦੀ ਵੈਲਿਊਜ਼ ਦੈਟ ਆਈ ਸਟੈਂਡ ਫॉर, देयर इज नो शॉर्टकट। ਜਿਹੜੀ ਚੀਜ਼ ਤੇ ਮੈਂ ਸਟੈਂਡ ਲਿੱਤਾ ਉਹਦੇ 'ਚ ਕੋਈ ਸ਼ਾਰਟਕਟ ਨਹੀਂ ਹੈ। ਜਿਹੜੀ ਚੀਜ਼ ਮੈਂ ਅਕੰਪਲਿਸ਼ ਕਰਨੀ ਹੈ ਉਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਹੈ, ਕੋਈ ਸਮਝੌਤਾ ਨਹੀਂ ਹੈ। ਸਰਕਾਰਾਂ ਛੱਡੀਆਂ, ਮੰਤਰਾਲੇ ਛੱਡੇ, ਜੋ ਬਾਪ ਨੇ ਕਰਨਾ ਹੁੰਦਾ ਅਸੀਂ ਆਪਣੇ ਪਿਓ ਵਾਲਿਆਂ ਦੇਖੀ ਦਾ ਹੁੰਦਾ। ਮੈਂ ਤੈਨੂੰ ਛੋਟੀ ਜਿਹੀ ਕਹਾਣੀ ਸੁਣਾਉਂਦਾ, ਪੂਰਾ ਹੀ ਕਰ ਦੂੰ ਸਾਰਾ। ਇੱਥੇ ਅੰਮ੍ਰਿਤਸਰ ਵਚਨ ਦਿੱਤਾ, ਜੇਲੀ ਸਾਹਿਬ ਨੇ ਆਖਿਆ ਭਾਈ ਕੁਰੂਕਸ਼ੇਤਰੋਂ ਲੜ ਲੈ, 3 ਲੱਖ ਤੇ ਜਿੱਤੇਗਾ। ਮੇਰੇ ਸਰਵੇ ਨੇ ਉਹ ਬੀਟੇ ਥੀਟੇ ਜੇ ਦਿਖਾਉਂਦੇ ਨੇ, ਟਿਕ ਟਿਕ ਟਿਕ, ਉਹ ਆਪਣਾ ਹੀ ਸਰਵੇ ਨਹੀਂ ਕਰ ਸਕੇ, ਬਸ ਇੱਥੇ ਹੀ ਹਾਰ ਸਕਦੇ। ਇੱਥੋਂ ਲੜ ਲੈ ਭਾਈ, ਇੱਥੋਂ ਲੜ ਲੈ ਭਾਈ, ਤੇ ਇੱਥੋਂ ਲੜ ਲੈ ਹਿੰਦੁਸਤਾਨ ਦਾ ਵੀ। ਮੈਂ ਕਹਿੰਦਾ ਜੀ ਮੈਂ ਇੱਥੋਂ ਨਾ, ਮੈਂ ਉੱਥੋਂ ਨਾ, ਮੈਂ ਉੱਥੋਂ, ਜਾਂ ਅੰਮ੍ਰਿਤਸਰ ਜਾਂ ਨਹੀਂ ਲੜਦਾ। ਉਹ ਕਹਿੰਦੇ ਕਿਉਂ? ਮੈਂ ਕਿਹਾ ਮੇਰੇ ਪਿਓ ਨੇ ਇੱਕੋ ਗੱਲ ਕਹੀ ਸੀ ਵੀ ਬੇਟਾ ਜ਼ਿੰਦਗੀ 'ਚ ਸਭ ਜਾਂਦਾ ਜਾਵੇ, ਨਾਮ ਨਹੀਂ ਜਾਣਾ ਚਾਹੀਦਾ, ਇੱਜ਼ਤ ਨਹੀਂ ਜਾਣੀ ਚਾਹੀਦੀ, ਔਰ ਵਚਨ ਨਹੀਂ ਜਾਣਾ ਚਾਹੀਦਾ। ਮੈਂ ਕਿਹਾ ਮੈਂ ਤੁਹਾਡੀ ਰਿਸਪੈਕਟ ਕਰਦਾ, ਤੁਸੀਂ ਲੜੋ। ਹਿੰਦੁਸਤਾਨ ਦਾ ਵਜ਼ੀਰ, ਫਾਈਨੈਂਸ ਮਿਨਿਸਟਰ 2 ਲੱਖ ਤੇ ਹਰਿਆ। ਤੁਹਾਨੂੰ ਲੱਗਦਾ ਲੋਕਾਂ ਨੂੰ ਸਮਝ ਨਹੀਂ ਆਉਂਦੀ? ਪਹਿਲੀ ਚੀਜ਼ ਉਹ ਛੱਡੀ, ਠੀਕ ਹੈ ਜੀ। ਉਦੋਂ ਬਾਅਦ ਬੁਲਾਇਆ ਨਹੀਂ ਉਹਨਾਂ ਨੇ। ਫਿਰ ਜਦੋਂ ਇਲੈਕਸ਼ਨ ਆਇਆ ਫਿਰ ਸਿੱਧੂ ਯਾਦ ਆ ਗਿਆ, ਮੈਂ ਫਿਰ ਗਿਆ, ਲਓ ਜੀ ਰਾਜ ਸਭਾ ਲੈ ਲਓ। ਮੈਂ ਕਿਹਾ ਮੈਂ ਕਿਹਾ ਮੈਂ ਚੁਣਿਆ ਨੁਮਾਇੰਦਾ, ਮੈਨੂੰ ਉਸੇ ਦਾ ਨਸ਼ਾ ਹੈ। ਜਿੱਦਣ ਮੈਨੂੰ ਲੋਕ ਰਿਜੈਕਟ ਕਰਨਗੇ ਮੈਂ ਕੋਈ ਗੱਲ ਹੀ ਨਹੀਂ, ਉਹਨਾਂ ਦੇ ਗੋਡੀ ਹੱਥ ਲਾ ਦਿਆਂਗੇ ਵੀ ਇੰਨੀ ਵਾਰ ਜਿਤਾਤੇ, ਠੀਕ ਹੈ। ਨਹੀਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਫਲਾਣਾ। ਮੈਂ ਕਿਹਾ ਜੀ ਇਹ ਰਾਜ ਸਭਾ ਮੈਨੂੰ ਪੰਜਾਬ ਵੱਲ ਜਾਂਦੀ ਹੈ, ਮੇਰੇ ਲਈ ਪੁੰਨ ਸਥਲੀ ਹੈ। ਉਸ ਦਿਨ ਦੀ ਸਟੇਟਮੈਂਟ ਦੇਖ ਲਓ ਮੇਰੀ। ਮੈਂ ਕਿਹਾ ਮੇਰੇ ਲਈ ਪੁੰਨ ਸਥਲੀ ਹੈ, ਇਟ ਵਿਲ ਬੀ ਅ ਪਲੇਸ ਆਫ ਵਰਸ਼ਿਪ ਫॉर ਮੀ ਇਫ ਆਈ ਗੋ ਦੈਟ ਵੇ। ਤੇ ਜੇ ਮੈਨੂੰ ਪੰਜਾਬ ਤੋਂ ਦੂਰ ਕਰਦੀ ਹੈ ਫਿਰ ਇਹ ਮੇਰੇ ਲਈ ਹੋਣੀ ਨਾ ਹੋਣੀ ਇੱਕ ਬਰਾਬਰ ਹੈ। ਪਹਿਲੇ ਦਿਨ ਦੀ ਸਟੇਟਮੈਂਟ ਦੇਖ ਲਓ, ਰਾਜ ਸਭਾ ਦੇ ਬਾਹਰ ਖੜ ਕੇ। ਮੇਰਾ ਜੀ ਨਾ ਕਰਿਆ ਕਰੇ, ਮੈਂ ਚੁਣਿਆ ਨੁਮਾਇੰਦਾ, ਨੋਮੀਨੇਟਡ ਜਾਂ ਉਹ ਅੰਦਰ ਜਾਇਆ ਕਰਾਂ, ਮੇਰੀਆਂ ਲੱਤਾਂ ਜੀਆਂ ਜ਼ੋਰ ਹੀ ਨਾ ਚੁੱਕਿਆ ਕਰਨ। ਕੋਈ ਗੱਲ ਨਹੀਂ, ਜਿੱਦਾਂ ਸਿੱਧਾ ਕਰਦੇ। ਇੱਕ ਵੱਡੇ ਸਾਹਿਬ ਨੇ ਬੁਲਾਇਆ, ਮੈਂ ਨਾਂ ਨਹੀਂ ਲੈਣਾ ਕਿਉਂਕਿ ਉਹ ਦੇਖੋ ਜਿਹੜੀ ਚੀਜ਼ ਬੰਦ ਕਮਰਿਆਂ 'ਚ ਹੁੰਦੀ ਹੈ, ਮੈਂ ਕਦੇ ਕਿਸੇ ਦਾ ਵਿਸ਼ਵਾਸ ਨਹੀਂ ਤੋੜਿਆ, ਉਹਨਾਂ ਦਾ ਵੀ ਨਹੀਂ ਤੋੜਿਆ। ਅਗੇ ਤੁਮ ਇਨਕੀ ਕੰਪੇਨ ਕਰੋ, ਆ 2 ਰਾਹੂ ਕੇਤੂਆਂ ਦੀ ਕਰੋ ਕੰਪੇਨ। ਮੈਂ ਕਿਹਾ ਜੀ ਇਹ ਗ੍ਰਹਿਣ ਨੇ, ਮੈਂ ਨਹੀਂ ਨੇੜਦੀ ਨਹੀਂ ਜਾਂਦਾ। ਮੈਂ ਤਾਂ ਇਹਨਾਂ ਦੀ ਮੈਂ ਕਿਹਾ ਸਵਾਲ ਪੈਦਾ ਨਹੀਂ, ਮੈਂ ਨਾਂ ਨਹੀਂ ਲੈਣਾ, ਸਭ ਸਮਝਦੇ ਆ ਵੀ ਕਿਹਨੇ ਗ੍ਰਹਿਣ ਲਾਇਆ ਪੰਜਾਬ ਨੂੰ। ਹਾਂਜੀ ਮੈਂ ਨਹੀਂ ਜਾਂਦਾ ਜੀ, ਜ਼ੋਰ ਲਾ ਲਓ।
ਮੈਂ ਕਿਹਾ ਮੈਂ ਰਾਜ ਸਭਾ ਤੁਹਾਨੂੰ ਦੇ ਦੇਣਾ। ਅੱਛਾ 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 ਕੋਈ ਬਾਤ ਨਹੀਂ। ਉਹਨੇ ਕਿਹਾ ਦੇਖਿਆ ਇਹਦਾ ਕੀ ਪਤਾ ਲੱਗਦਾ ਕੀ ਕਰਦੇ। ਥੋੜੀ ਦੇਰ ਬਾਅਦ ਮੈਨੂੰ ਬੁਲਾਇਆ, ਕੰਪੇਨ ਕਰੋਗੇ? ਮੈਂ ਨਹੀਂ ਕਰਦਾ। ਕਹਿੰਦਾ ਫਿਰ ਪੰਜਾਬ ਤੋਂ ਦੂਰ ਰਹੋ। ਹੁਣ ਇਹਨੂੰ ਤੁਸੀਂ ਇਹ ਕਹੋਗੇ ਵੀ ਸਿੱਧੂ ਦੀ ਬਣਦੀ ਨਹੀਂ, ਆਓ ਮਾਰਿਆ ਚੁੱਕ ਕੇ ਠਾਂ ਕਰਦਾ। ਮੈਨੂੰ ਪਤਾ ਸੀ ਜੇ ਮੈਂ ਜਾ ਕੇ ਕਹੂੰ ਵੀ ਜੀ ਮੈਂ ਇਹ ਮੇਰੇ ਲਈ ਠੀਕ ਨਹੀਂ ਹੈ, ਇਹਨਾਂ ਨੂੰ ਜਾਣ ਨਹੀਂ। ਉਹ ਗੁਜਰਾਤ 'ਚ ਨਾ ਦੁਕਾਨ ਚਲਾਉਂਦੇ ਨਾ ਜਦੋਂ ਬਾਪੂ ਬੈਠ ਕੇ, ਤੇ ਉਹ ਘਰੇ ਬਹਿ ਜਾਂਦਾ, ਮੁੰਡਾ ਸਵੇਰੇ ਤੋਂ ਲੱਗਿਆ ਫੋੜ ਫੋੜ ਦੁਕਾਨ ਦੀ, ਉਹ ਸ਼ਟਰ ਬੰਦ ਕਰ ਫਲਾਨਾ। ਜਦੋਂ ਅੱਕਿਆ ਮੁੰਡਾ ਭੱਜ ਜਾਂਦਾ ਨਾ, ਫੇਰ ਸਾਰੇ ਘਰ ਨੂੰ ਪਰਤੂ ਪੈਂਦਾ, ਫਿਰ ਉਹ ਤਾਂ ਭੱਜ ਗਿਆ ਹਾਂਜੀ। ਤੇ ਫੇਰ ਸਾਰੇ ਸੁੱਤੇ ਉੱਠੇ ਕਿ ਜੀ ਐਸੇ ਕਰ ਦੋ ਐਸੇ ਕਰ ਦੋ। ਉਦੋਂ ਬਾਅਦ ਜੀ ਇੱਥੇ ਆ ਗਏ। ਬਲਬਲੇ ਸੀ ਅਸੀਂ, ਕੋਈ ਕੰਪਰੋਮਾਈਜ਼ ਉੱਥੇ ਵੀ ਨਹੀਂ ਕੀਤਾ। ਲੇਕਿਨ ਜਿਹੜਾ ਹਾਈ ਕਮਾਂਡ ਨੇ ਜੋ ਕਿਹਾ ਉਹਦੀ ਇੱਜ਼ਤ ਕੀਤੀ, ਜਿਹਨੂੰ ਲੀਡਰ ਚੁਣਿਆ ਉਹਦੀ ਇੱਜ਼ਤ ਕੀਤੀ, ਉਹਨੂੰ ਕਿਹਾ ਠੀਕ ਹੈ ਕੋਈ ਰੌਲਾ ਨਹੀਂ। ਮੇਰੀ ਵਾਈਫ ਨੂੰ ਅੱਜ ਜਿਹੜੀ ਹੁਣ ਰਾਜਕੁਮਾਰ ਵੇਰਕਾ ਸਾਹਿਬ ਕੋਲ ਹੈ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇਤੀ। ਮੇਰੇ ਮੁੰਡੇ ਨੂੰ ਡਿਪਟੀ ਐਡਵੋਕੇਟ ਪਤਾ ਨਹੀਂ ਕੀ ਅਸਿਸਟੈਂਟ ਐਡਵੋਕੇਟ ਜਨਰਲ ਦੇਤਾ। ਠੀਕ ਹੈ ਜੀ। ਮੈਂ 2 ਥਾਵਾਂ 'ਤੇ ਜਾਂਦਾ ਹੁੰਦਾ, ਇੱਕ ਬਨਾਸ ਜੀ ਕੋ, ਇੱਕ ਪ੍ਰਜਿੰਦਰ ਸਿੰਘ ਹਮਦਰਦ ਸਾਹਿਬ, ਬੜੀ ਇੱਜ਼ਤ ਹੈ। ਉਹ ਜਦੋਂ ਮੇਰਾ ਔਖਾ ਟਾਈਮ ਸੀ ਉਹ ਖੜਿਆ ਸੀ ਬੰਦਾ, ਮੈਂ ਇਸੇ ਕਰਕੇ ਉਹਨੇ ਜੁੱਤੀ ਨੂੰ ਹੱਥ ਲਾਉਣਾ। ਕਦੇ ਦੇਖ ਲਿਓ ਮੈਂ ਉਹਨੂੰ ਜੁੱਤੀ ਨੂੰ ਹੱਥ ਲਾਉਣਾ। ਉਹਦੇ ਕਾਰਨ ਨੇ, ਕਿਉਂਕਿ ਅਹਿਸਾਨ ਫਰਾਮੋਸ਼ ਬੰਦੇ ਦਾ ਬੋਝ ਟੁਕਦੀ ਨਹੀਂ। ਉਹ ਮੈਨੂੰ ਕਹਿੰਦਾ ਨਵਜੋਤ ਹੁਣ ਤੂੰ ਕਿਹੜੇ ਮੂੰਹ ਨਾਲ ਕਹੇਂਗਾ ਓਏ ਬਈ ਇਹ ਪਰਿਵਾਰਵਾਦ ਹੈ। ਇਹ ਮਨ 'ਚ ਆਇਆ ਵੀ ਪਰਿਵਾਰਵਾਦ ਵਾਕਈ ਗੱਲ ਸਹੀ ਹੈ ਯਾਰ, ਇਹਨਾਂ ਦੋ ਇਹ ਤਾਂ ਗੇਮ ਨਾ ਹੋਵੇ ਕੋਈ ਹੈ ਜੀ। ਮੈਂ ਵਾਪਸ ਗਿਆ ਤੇ ਮੇਰਾ ਮੁੰਡਾ ਬਾਹਰ ਖੜਾ, ਮੈਨੂੰ ਕਹਿੰਦਾ ਪਾਪਾ ਦੇ ਆਰ ਅਕਿਊਜ਼ਿੰਗ ਯੂ ਆਫ ਨੈਪੋਟਿਜ਼ਮ। ਮੈਂ ਕਿਹਾ ਯਾਰ ਮੈਨੂੰ ਇਹਦਾ ਮਤਲਬ ਨਹੀਂ ਪਤਾ, ਸਮਝਾ ਤਾਂ ਸਹੀ ਜਰਾ। ਕਹਿੰਦਾ ਯੂ ਨੋ ਇਟ। ਮੈਂ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ। ਕਹਿੰਦਾ ਪਾਪਾ ਆਈ ਐਮ ਗੋਇੰਗ ਟੂ ਦਿੱਲੀ, ਆਈ ਐਮ ਨਾਟ ਸਟੇਇੰਗ ਹੇਅਰ। ਮੈਂ ਤੇਰੀ ਮਾਂ? ਕਹਿੰਦਾ ਮੈਂ ਆਪਣੀ ਮਾਂ ਨੂੰ ਕਹਿਤਾ ਵੀ ਮੇਰੇ ਮਰੇ ਦਾ ਮੂੰਹ ਦੇਖੇ ਜੇ ਤੂੰ ਇਹ ਕਾਰਪੋਰੇਸ਼ਨ ਜੁਆਇਨ ਕੀਤੀ। ਹੀ ਲੈਫਟ। ਅਸੀਂ ਲੋਕਾਂ ਦਾ ਵਿਸ਼ਵਾਸ ਨਹੀਂ ਤੋੜ ਸਕਦੇ ਮਹਾਰਾਜ। ਇਹ ਪਦ ਪੁੱਦ ਕੀ ਨੇ, ਇਹ ਹੈ ਕੀ? ਤੁਹਾਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਦੀ ਪਛਾਣ ਇੱਕ ਮੰਤਰੀ ਹੈ? 30 ਸਾਲ ਕ੍ਰਿਕਟ ਖੇਡੀ, ਉਹ ਤਪੱਸਿਆ, ਉਹ ਮੈਰਿਟ ਆਨਰ ਹੁੰਦੀ ਹੈ ਉੱਥੇ 137 ਕਰੋੜ 'ਚ। ਲੇਕਿਨ ਹਿੰਮਤ ਤਾਂ ਨਹੀਂ ਹਾਰੀ। ਬੜੇ ਬੜੇ ਵੱਡੇ ਵੱਡੇ ਪੋਲੀਟੀਸ਼ੀਅਨ ਆਏ, ਫਿਲਮ ਵਰਲਡ 'ਚੋਂ, ਬਾਲੀਵੁੱਡ 'ਚੋਂ, ਸੈਲੀਬ੍ਰਿਟੀ। ਇੱਕ ਇਹਨਾਂ ਦੇ ਵੀ ਹੈਗੀ ਹੈ ਸੈਲੀਬ੍ਰਿਟੀ, 2 ਇਲੈਕਸ਼ਨ ਹਰੀ ਟਾਂ ਕਰਦੀ ਮੰਤਰੀ ਹੈ। ਪਹਿਲੀ ਵਾਰ ਸੈਲੀਬ੍ਰਿਟੀ ਜਿੱਤਦਾ ਭਾਜੀ, ਦੂਜੀ ਵਾਰ ਉਹਦਾ ਕੰਮ ਜਿੱਤਦਾ, ਤੀਜੀ ਵਾਰ ਉਹਦਾ ਆਚਰਣ ਵਿਵਹਾਰ ਜਿੱਤਦਾ, ਤੇ ਚੌਥੀ ਵਾਰ ਉਹਦਾ ਕਿਰਦਾਰ ਜਿੱਤਦਾ। ਔਰ ਜਿਹਦੇ ਪੱਲੇ ਕਿਰਦਾਰ ਹੈ ਜ਼ਿੰਦਗੀ 'ਚ ਕਦੇ ਹਾਰਦਾ ਨਹੀਂ, ਉਹਦੀ ਜਿੱਤ ਹੈ ਹਮੇਸ਼ਾ। ਫੱਟ ਬਾਂਹ ਰੋੜ ਲੈਂਦੇ। ਮੈਂ ਕਹਿੰਦਾ ਥੋੜਾ ਜਿਹਾ ਚੀਂ ਤਾਂ ਕਰੇ ਕੋਈ, ਫੱਟ ਬਾਂਹ ਰੋੜ ਦਿੰਦੇ ਆ, ਕਰੇ ਕੋਈ ਮੇਰੀ ਮਰੋੜ ਕੇ ਖਾ ਕੀ ਕਰ ਦੂੰ। ਕਾਵਰਡਸ ਡਾਈ ਮੈਨੀ ਟਾਈਮਸ ਬਿਫੋਰ ਦੇਅਰ ਡੈਥਸ, ਦ ਵੈਲੀਐਂਟ ਟੇਸਟ ਆਫ ਡੈਥ ਬਟ ਵੰਸ। ਬਹਾਦਰ ਜੀਵਨ 'ਚ ਇੱਕ ਵਾਰ ਮਰਦਾ, ਰੋਜ਼ ਰੋਜ਼ ਮਰਨ ਨਾਲੋਂ ਤਾਂ ਬੰਦਾ ਇੱਕ ਵਾਰ ਮਰੇ ਨਾ। ਆ ਖੜੇ ਆ ਕਿਸਾਨ, ਵੱਟ ਕੱਢ ਤੇ। ਮੈਂ ਕਹਿੰਦਾ ਮੈਂ ਕਦੇ ਜ਼ਿੰਦਗੀ ਸੋਚ ਨਹੀਂ ਸਕਦਾ। ਸਾਡੀ ਕੌਨਸਟੀਟਿਊਸ਼ਨ ਯੂਨਿਟੀ ਇਨ ਡਾਇਵਰਸਿਟੀ ਕਹਿੰਦੀ ਹੈ। ਯੂਨਿਟੀ ਇਨ ਡਾਇਵਰਸਿਟੀ ਆਹ ਦਿਖਦੀ ਹੈ ਹੁਣ, ਜ਼ਾਤ ਪਾਤ ਤੋਂ ਉੱਤੇ ਹੈ, ਸਭ ਧਰਮ ਇੱਕ ਨੇ। ਵੇਖੋ ਤੁਸੀਂ ਕਿਵੇਂ ਖੜੇ ਆ ਲੋਕ। ਹਰਿਆਣਾ ਪੰਜਾਬ ਜੋੜਤਾ, ਇੱਕ ਇੱਕ ਬੰਦਾ ਜੋੜਤਾ। ਮੈਂ ਤੇ ਪੰਜਾਬ ਦੇ ਕਿਸਾਨ ਨੂੰ ਪਹਿਲਾਂ ਦਾ ਕਹਿਣਾ, ਅੱਜ ਦਾ ਨਹੀਂ ਕਹਿੰਦਾ। ਮੇਰੀਆਂ ਰეკਮੈਂਡੇਸ਼ਨਸ ਦੇਖ ਲਓ ਜਿਹੜੀ ਹੱਕ ਕਮੇਟੀ ਦੇ, ਮੈਂ ਤੇ ਉਦੋਂ ਦਾ ਕਹਿਣਾ ਕਿ ਭਾਈ ਜੋ ਅਸੀਂ ਖਾਂਦੇ ਆ ਉਗਾਉਂਦੇ ਆ, ਦੱਸ ਦਿਓ। ਮੈਂ ਤੇ ਪਹਿਲੇ ਦਿਨ ਦਾ ਕਹਿਣਾ ਕਿ ਭਾਈ ਹੁਣ ਅਮੂਲ ਹੈ, ਆ ਵੇਰਕਾ ਲੈ ਲਓ, ਅਮੂਲ ਕੁਝ ਨਹੀਂ, ਆਪਾਂ ਵੇਰਕਾ ਲੈ ਲਓ। ਉੱਥੇ ਤਾਂ 5 ਲੀਟਰ ਦੁੱਧ ਪਾਉਣ ਵਾਲਾ ਵੀ ਖੜਾ ਹੁੰਦਾ ਤੇ 500 ਲੀਟਰ ਪਾਉਣ ਵਾਲਾ ਵੀ ਖੜਾ ਹੁੰਦਾ। ਇੱਕ ਰੇਟ ਦੇ ਉੱਤੇ ਮਿਲਦਾ, ਚੁੱਕਦੇ ਆ, ਟੱਕ ਦੇਣੇ, ਉਹ ਮਾਰਦੇ ਆ। ਇਹਨਾਂ ਦੀ ਕੀ ਮਜਾਲ ਹੈ ਪੈਰ ਧਰ ਦੇਣ। ਜੇ ਅਸੀਂ ਇਕੱਠੇ ਹੋ ਜਾਈਏ, ਜੇ ਸਰਕਾਰ ਟ੍ਰੇਡਿੰਗ ਦੇ ਵਿੱਚ ਮਦਦ ਕਰੇ, ਮਾਰਕੀਟਿੰਗ ਦੀ ਉਹ ਕਰੇ, ਜੇ ਸਟੋਰੇਜ ਦੇਵੇ, ਫਰਕ ਕੀ ਹੈ ਕਿਸਾਨ ਦਾ ਔਰ ਅੰਬਾਨੀ ਦਾ, ਅਡਾਨੀ ਦਾ? ਕੀ ਫਰਕ ਹੈ ਮਿੱਤਰਾ? ਇੱਕ ਸਟੋਰੇਜ ਦਾ ਫਰਕ ਹੈ ਔਰ ਕੁਝ ਵੀ ਨਹੀਂ। ਇੱਕ ਸਟੋਰੇਜ ਦਾ ਫਰਕ ਹੈ। 3 ਰੁਪਈਏ ਨੂੰ ਟਮਾਟਰ ਸੀਜ਼ਨ 'ਚ ਲੈਂਦਾ, ਉਹ ਲਿਆ ਕੇ ਮੰਡੀ 'ਚ ਰੱਖਦਾ। ਮੈਂ ਮੰਡੀ 'ਚ ਜਾ ਕੇ ਬੋਲਿਆ ਸੀ, ਦੇਖ ਤੂੰ 20 ਲੱਖ ਚੱਲੀ ਪਈ ਅੱਜ ਵੀ, ਲੋਕ ਹੁਣ ਵੀ ਦੇਖਦੇ ਆ। 3 ਰੁਪਈਏ ਦਾ ਟਮਾਟਰ ਦਿੰਦਾ ਉਹ ਆ ਕੇ ਮੰਡੀ 'ਚ,
ਕੋਈ ਕਹਿੰਦਾ 5 ਲੈ ਲੂੰ, ਕੋਈ ਕਹਿੰਦਾ 3 ਲੈ ਲੂੰ। ਜਦੋਂ ਉਹ 3 ਦਾ ਦਿੰਦਾ ਉਹਨੂੰ ਨਾਲ ਦੀ ਨਾਲ ਇੱਕ ਸਟੋਰ ਜੇ 'ਚ ਪਾ ਕੇ ਉਸੇ ਦਿਨ ਮਾਰਕੀਟ ਦੇ ਵਿੱਚ 25 ਦਾ 30 ਦਾ ਵੇਚਦੇ ਆ, ਤੇ ਉਦੋਂ ਬਾਅਦ ਮਹੀਨੇ ਬਾਅਦ ਉਹ 60 ਦਾ ਵਿਕਦਾ, ਕਿਤੇ 70 ਦਾ ਵਿਕਦਾ। ਤੇ ਜੇ ਕਿਸਾਨ ਨੇ ਜਿਹਨੇ 3 ਰੁਪਏ ਦਾ ਦਿੱਤਾ ਉਹਨੇ ਜਾ ਕੇ ਮਾਰਕੀਟ ਦੇ ਵਿੱਚ ਜਾ ਕੇ ਟਮਾਟਰ ਖਰੀਦਣਾ, ਉਹ ਵੀ 60 ਦਾ ਖਰੀਦਦਾ। ਲਾਣਤ, ਇਹ ਤੁਸੀਂ ਅੰਨ ਦਿੱਤਾ। ਮੈਂ ਕਿਹਾ ਦੇਖੋ ਵੇਖੋ ਮੇਰੀ ਗੱਲ, ਮੈਂ ਕਹਿੰਦਾ ਅਸੀਂ ਗੁਰੂਆਂ ਨੂੰ ਮੰਨਦੇ ਆ ਨਾ ਛੋਟੇ ਭਾਈ, ਸਭ ਤੋਂ ਵੱਧ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰਾਂ ਦੇ ਨਾਮ। ਗੁਰੂ ਸਾਹਿਬ ਦਾ ਕੀ ਸੰਦੇਸ਼ ਹੈ? ਆਪਣ ਹੱਥੀ ਆਪਣਾ ਆਪੇ ਹੀ ਕਾਜ ਸੰਵਾਰੀਏ। ਕਦ ਤੱਕ ਨਿਰਭਰ ਰਵਾਂਗੇ? ਪੰਜਾਬੀ ਮੰਗਦਾ ਕਿਤੇ ਦੇਖਿਆ ਕਿਤੇ ਕਿਸੇ ਪੰਜਾਬੀ ਨੂੰ ਮੰਗਦੇ? ਹੱਥ ਐ ਰਿਹਾ ਪੰਜਾਬ ਦਾ, ਕਿਤੇ ਦੇਖ ਲੈ, ਫਰੰਟ ਤੇ ਦੇਖ ਲੈ, ਫੌਜ 'ਚ ਦੇਖ ਲੈ, ਕਿਤੇ ਦੇਖ ਲੈ ਹੱਥ ਐ ਪੰਜਾਬੀ ਦਾ, ਐ ਨਹੀਂ ਕੀਤਾ ਉਹਨੇ ਕਦੇ। ਤੇ ਜਿੱਥੇ ਅੜ ਗਿਆ ਫਿਰ ਸੂਰਮਾ, ਉੱਥੇ ਅੜ ਗਿਆ। ਕਦੀ ਮੁੰਡੇ ਤੇ ਬਖਸ਼ਿਸ਼ ਕੀਤੀ, ਰੱਬ ਨੇ ਮਿਹਰ ਕੀਤੀ, ਤੁਸੀਂ ਕੰਟਰੋਲ ਕਰ ਸਕਦੇ ਹੋ ਪੰਜਾਬ ਨੂੰ ਖੇਤੀਬਾੜੀ? ਮੇਰੀ ਗੱਲ ਨੂੰ ਸੁਣੋ ਭਾਜੀ, ਮੇਰੀ ਗੱਲ ਛੱਡੋ। ਕੋਈ ਬੰਦਾ ਥੋੜੀ ਜੀ ਨੀਅਤ ਨਾਲ ਅੱਗੇ ਆਵੇ, ਥੋੜੀ ਜੀ ਨੀਅਤ ਨਾਲ ਅੱਗੇ 2-3 ਸਾਲਾਂ 'ਚ ਐ ਪੱਧਰ ਠੱਕ। ਲੀ ਵਨ ਖੂ, ਕੀ ਨਾਂ ਸੀ ਉਹਦਾ ਯਾਰ, ਜਿਹੜਾ ਉੱਥੇ ਦਾ ਸਿੰਗਾਪੁਰ ਦਾ ਪ੍ਰਾਈਮ ਮਿਨਿਸਟਰ ਹੈ, ਮੈਂ ਜਿਹਦਾ ਨਾਮ ਘੱਟ ਬਣਾਉਂਦਾ, ਤੁਸੀਂ ਦੇਖ ਲਿਓ। ਮਹਾਰਾਜ ਮੱਛੀ ਮਾਰਕੀਟ ਸੀ, ਇੰਡੋਨੇਸ਼ੀਆ ਤੋਂ ਸਿੰਗਾਪੁਰ ਜਦੋਂ ਅੱਡ ਹੋਇਆ, ਇੱਕ ਮੱਛੀ ਮਾਰਕੀਟ ਸੀ ਛੋਟੀ ਜੀ, ਮੱਛੀਆਂ ਵੇਚਦੀਆਂ ਹੁੰਦੀਆਂ ਸੀ। ਉਹ ਆਇਆ ਪ੍ਰਾਈਮ ਮਿਨਿਸਟਰ ਬਣਿਆ, ਤੇ ਉਹਨੇ ਉਸ ਮੱਛੀ ਮਾਰਕੀਟ ਨੂੰ ਵਰਲਡ ਦੀ ਨੰਬਰ 2 ਇਕਨੋਮੀ ਟ੍ਰਾਂਸਫਰ ਕਰਤਾ। ਉਹਨੂੰ ਚੌਥੇ ਮਹੀਨੇ ਕਿਸੇ ਨੇ ਪੁੱਛਿਆ, ਉਹ ਕਹਿੰਦਾ ਕਰਪਸ਼ਨ ਕਿਵੇਂ ਦੂਰ ਕਰੇਗਾ? ਕਹਿੰਦਾ ਕਰਪਸ਼ਨ ਦੂਰ ਕਰਨੀ ਹੈ। ਕਹਿੰਦਾ ਕਰਪਸ਼ਨ ਦੂਰ ਤਾਂ ਹੋਣੀ ਹੈ ਜੇ ਉੱਤੇ ਬੰਦੇ ਬੈਠੇ ਨੂੰ ਅਸੀਂ ਸਜ਼ਾ ਦੇਵਾਂਗੇ। ਕਰਪਸ਼ਨ ਕਹਿੰਦਾ ਥੱਲੋਂ ਕਦੇ ਨਹੀਂ ਆਉਂਦੀ। ਫਿਸ਼ ਸਟਾਰਟ ਟੂ ਸਟਿੰਕ ਐਟ ਦੀ ਹੈਡ, ਉੱਪਰਲਾ ਬੰਦਾ ਟੰਗ ਦਿਓ। ਉਹਨੇ ਕਿਹਾ ਨਹੀਂ। ਉਦੋਂ 1 ਮਹੀਨੇ ਬਾਅਦ ਉਹਦਾ ਇੱਕ ਮੰਤਰੀ ਕਿਸੇ ਇੰਡਸਟਰੀਅਲਿਸਟ ਨਾਲ 4 ਦਿਨ ਦੀ ਛੁੱਟੀ ਮਨਾਉਣ ਚਲਿਆ ਗਿਆ ਭਾਜੀ। ਕਿੱਥੇ ਛੁੱਟੀ ਮਨਾਉਣ ਗਿਆ? ਸਿੰਗਾਪੁਰ ਤੋਂ ਬਿਲਕੁਲ ਲਾਗੇ ਹੀ ਮਲੇਸ਼ੀਆ ਦੇ ਵਿੱਚ ਕਿਤੇ ਛੁੱਟੀ ਛਾਟੀ ਮਨਾ ਕੇ ਆਇਆ। ਏਅਰਪੋਰਟ ਦੇ ਉੱਤੇ ਹੀ ਵਾਸ ਅਰੈਸਟਡ, ਹੀ ਵਾਸ ਰਿਮੂਵਡ ਫਰਮ ਆਫਿਸ, ਨੋਬਡੀ ਡੇਅਰਡ ਆਫਟਰ ਦੈਟ। ਕਾਂ ਤੇ ਟੰਗੋ, ਕੋਈ ਉਦਾਹਰਣ ਤੇ ਦਿਓ, ਕੋਈ ਪਾਲਿਸੀ ਤੇ ਦਿਓ। ਬਗੈਰ ਪਾਲਿਸੀ ਬਣ ਜੂ। ਮੈਂ ਦੇਖਦਾ ਇੱਥੇ 500 ਵਾਅਦਾ, 800 ਵਾਅਦਾ, ਲੱਭਦਾ ਹੀ ਨਹੀਂ ਕੋਈ। ਕਿਹਨੂੰ ਅਗਲਾ ਪੜ੍ਹਦਾ ਰਵੇ ਨਾ, ਤਾਂ ਉਹ ਪੜ੍ਹਦਾ ਬੌਂਦਲ ਜੇ। ਠੀਕ ਹੈ ਕਿ ਨਹੀਂ? ਤੁਸੀਂ 5-7 ਚੀਜ਼ਾਂ ਦੱਸੋ। ਕੱਲਾ ਅਗਰ ਪੰਜਾਬ ਨੇ ਕੰਟਰੋਲ ਕਰਨੀ ਹੋਵੇ ਪੰਜਾਬ ਦੀ ਐਗਰੀਕਲਚਰ ਕੋਆਪਰੇਟਿਵ ਚ ਆ ਕੇ, ਪੰਜਾਬ ਕੱਲਾ ਕੈਪੇਬਲ ਹੈ ਕਿ ਕਰਨ? ਵਾਹ, 200% ਪੰਜਾਬ ਕੈਪੇਬਲ ਹੈ। ਅਮਰੀਕਾ ਖੜਾ ਕਰਤਾ, ਕੈਨੇਡਾ। ਤੂੰ ਜਾ ਗਿਆ ਨਾ ਮਿੱਤਰਾ ਬਾਹਰ, ਮੈਂ ਦੇਖਦਾ ਉਹਨਾਂ ਤੇਰੀਆਂ ਉਹ ਵੀਡੀਓ, ਖੜੇ ਕਰਤੇ ਕਿ ਨਹੀਂ ਕਰਤੇ? ਦੂਜੇ ਮੁਲਕਾਂ ਨੂੰ ਸਿਹਤ ਪੰਜਾਬ ਨੇ ਦੇਤੀ। ਮਹਾਰਾਜ ਢਾਲ ਬਣਿਆ। 2% ਲੋਕਾਂ ਨੇ 70% ਲੋਕਾਂ ਦਾ ਢਿੱਡ ਭਰਿਆ। ਪੰਜਾਬ ਕਰ ਸਕਦਾ? ਪੰਜਾਬ ਤੇ ਅੱਜ ਵੀ ਟਾਰਚ ਬੇਅਰਰ ਹੈ ਸਰ। ਇਹ ਜਿਹੜਾ ਗੁੜ ਥੁੱਕਿਆ ਨਾ, ਗੁੜ ਦੇ ਕੇ ਜਦੋਂ ਮਾਰਦੇ, ਪੰਜਾਬ ਨਹੀਂ ਥੁੱਕਿਆ। ਔਰ ਪੰਜਾਬ ਦੇ ਹੀ ਆਲੇ ਦੁਆਲੇ ਰੈਲੀ ਕਰ ਰਹੇ ਆ। ਇਹ ਕੋਈ ਛੋਟੀ ਮੋਟੀ ਕੌਮ ਹੈ ਸਰ? ਦੇਖੋ ਤਾਂ ਸਹੀ ਇਤਿਹਾਸ ਸਾਡਾ। ਗਵਰਨਮੈਂਟ ਚ ਦੀ ਬਿੱਲ ਪੰਜਾਬ ਦੀ ਕਦੀ ਹੋਈ? ਵੇਖੋ, ਇਹ ਚੀਫ ਮਿਨਿਸਟਰ ਸਾਹਿਬ ਜਵਾਬ ਦੇ ਸਕਦੇ, ਸਾਡੇ ਸਤਿਕਾਰਯੋਗ ਐਲਡਰ ਨੇ, ਉਹ ਜਵਾਬ ਦੇ ਸਕਦੇ। ਤੁਹਾਡਾ ਮੈਂ ਕਹਿੰਦਾ, ਜੇ ਮੇਰੇ 'ਚ ਬਿਲੀਫ ਨਹੀਂ, ਉਹ ਮੈਂ ਰਾਜਨੀਤੀ ਛੱਡ ਕੇ ਹੋ ਜਾਊਂ। ਮੈਨੂੰ ਕੀ ਲੋੜ ਪਿਆ? ਮਤਲਬ ਮਹਾਰਾਜ ਇਹ ਸਾਰਾ ਕੁਝ ਛੱਡਣ ਨਾਲ ਹੁਣ ਇਹਨਾਂ ਨੇ ਦੇਖਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਕਿੱਦਾਂ ਯਾਰ ਥੋੜ੍ਹਾ ਜਿਹਾ ਇਹਨੂੰ ਟਾਈਟ ਕਰੀਏ। ਇੱਕ ਆਫਰ ਭੇਜੀ ਸਿੱਧੀ ਪਹਿਲਾਂ ਵੀ IPL ਕਰੋ ਜੀ। ਜਦੋਂ ਇਹ ਕਿਸਾਨ ਮੂਵਮੈਂਟ ਸ਼ੁਰੂ ਹੋਈ ਆ, ਉਦੋਂ 2 ਦਿਨ ਪਹਿਲਾਂ ਕਿ ਤੁਸੀਂ ਕੰਟਰੈਕਟ ਸਾਈਨ ਕਰੋ ਵੀ ਦੁਬਈ ਤੋਂ ਵਾਪਸ ਨਹੀਂ ਆਉਂਗੇ ਸਵਾ ਮਹੀਨਾ। ਠੀਕ ਹੈ, ਮੈਂ ਉਦੋਂ ਹੀ ਸਮਝ ਗਿਆ ਸ਼ਾਬਾਸ਼। ਮੈਂ ਕਿਹਾ ਜਿਨ੍ਹਾਂ ਨੇ ਰੁਪਈਆ 100 ਕਰੋੜ ਲਾ ਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇੱਕ ਕੰਪੇਨ ਚਲਾ ਕੇ, ਸੋਨੀ ਵਾਲਿਆਂ ਨੇ ਮੈਨੂੰ ਆ ਕੇ ਕਿਹਾ, ਕਹਿੰਦੇ ਸਰ ਇੰਨਾ ਪੈਸਾ ਕਦੇ ਇੱਕ ਦਿਨ ਦੇ ਵਿੱਚ ਨਹੀਂ ਲੱਗਿਆ। ਉੱਥੋਂ ਹੀ ਪਤਾ ਲੱਗਿਆ ਮੈਨੂੰ ਬੋਟ। ਮੈਂ ਦੇਖਿਆ ਯਾਰ ਜਿਹੜਾ ਇਹ ਗਾਲ ਕੱਢਦਾ, ਇਹ ਕਿੰਨੇ ਕੁ ਬੰਦੇ ਨੇ ਇਹਦੇ ਮਗਰ? ਕੋਈ ਪਤਾ ਨਹੀਂ। ਇੱਕ ਬੰਦਾ ਬੈਠਾ ਟਿਕ 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 ਟਿਕ। ਉਹਨਾਂ ਨੇ ਜਿਨ੍ਹਾਂ ਨੇ ਕੱਢਿਆ ਉਹੀ ਮੈਨੂੰ ਕਹਿ ਰਹੇ ਆ ਵੀ ਸਰ 15 ਕਰੋੜ ਲੈ ਲੈ, ਦੁਬਈ ਚਲੇ ਜਾ। ਵਾਹ, ਮੈਂ ਕਿਹਾ ਸ਼ਾਬਾਸ਼। ਮੈਂ ਕਿਹਾ ਗੇਮ ਤਕੜੀ ਹੈ ਬਈ, ਇਹ ਵੀ ਗੁੱਝੀ ਗੇਮ ਹੈ। ਕੋਈ ਨਹੀਂ, ਮੈਂ ਵਿਚਾਰ ਕਰਾਂਗਾ। ਨਾਲ ਹੀ ਹੁਣ ਮੇਰਾ ਛੋਟਾ ਬੱਚਾ ਹੀ ਹੈ, ਮੈਂ ਤਾਂ ਹੱਥਾਂ 'ਚ ਖਿਡਾਉਣ ਵਾਲੀ ਗੱਲ ਹੀ ਹੈ। ਕਪਿਲ ਭਾਜੀ ਤੁਸੀਂ ਚੱਲੋ। ਮੈਂ ਵੇਖ ਮਿੱਤਰਾ, ਇੰਚ ਨਹੀਂ ਪਿੱਛੇ। ਮੈਨੂੰ ਕੁਝ ਮਿਲਦਾ ਨਹੀਂ ਮਿਲਦਾ, ਮੈਂ ਰਹਿਣਾ ਨਹੀਂ ਰਹਿੰਦਾ, ਪਰ ਇਸ ਸੂਬੇ ਦਾ ਲੜ ਨਹੀਂ ਛੱਡੂੰਗਾ। ਮੈਂ ਐਂਡ ਤੱਕ ਖੜਾ ਰਹੂੰਗਾ, ਆਖਿਰ ਤੱਕ ਖੜਾ ਰਹੂੰਗਾ, ਜਦ ਤੱਕ ਮੇਰੇ ਅੰਦਰ ਸਵਾਸ ਹੈ। ਮੇਰੀ ਕੋਈ ਤਮੰਨਾ ਹੀ ਹੈ ਨਹੀਂ।
ਮੇਰੀ ਕੋਈ ਤਮੰਨਾ ਨਹੀਂ ਹੈ, ਇੱਕ ਰਹਿ ਗਈ। ਤੇ ਜੇ ਉਹ ਨਾ ਪੂਰੀ ਹੋਈ ਦੁਬਾਰੇ ਆऊं, ਲਿਖ ਲਓ ਮੇਰੀ ਗੱਲ ਅੱਜ ਤੁਹਾਨੂੰ ਮੈਂ ਲਿਖ ਕੇ ਦਿਨਾਂ 'ਚ। ਇਹ ਮਿੱਟੀ ਨੂੰ ਕੌਣ, ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਮਿੱਟੀ ਨੂੰ ਕੌਣ ਖਰਾਬ ਕਰ ਸਕਦਾ ਭਾਜੀ? ਇਹ ਵਿਸ਼ਵਾਸ ਅਲਖ ਜਾਗਣੀ ਹੈ। ਇਹ ਜਾਗੀ, ਹੁਣ ਦੇਖੀ ਨਹੀਂ ਜਗੀ, ਇਸ ਤੋਂ ਵੱਧ ਕਿਹਦੀ ਜਗੀ ਹੈ ਹਿੰਦੁਸਤਾਨ 'ਚ? ਕਿਸੇ ਦੀ ਜਾਗੀ? ਸਵਾਲ ਤੇ ਇਹ ਹੈ ਕਿ ਤੁਸੀਂ ਪਾਪੀ ਮਾਰਨਾ ਕਿ ਉਹਦਾ ਪਾਪ ਮਾਰਨਾ? ਪਰ ਤੁਸੀਂ ਮੰਨਦੇ ਹੋ ਨਾ ਸਾਰਿਆਂ ਦੇ ਹਾਲਾਤ ਮੈਂ ਨਹੀਂ ਮੰਨਦਾ। ਕੱਲ ਨੂੰ ਮੇਰੀ ਗੱਲ ਨੂੰ ਘੀਂ ਜੇ ਕਰਦੇ ਹੋਗੇ। ਮੈਂ ਤਾਂ ਬਹੁਤ ਸਿਆਣਾ ਬੰਦਾ ਇਹਨਾਂ ਮਾਮਲਿਆਂ 'ਚ। ਮੈਂ ਤਾਂ ਕਿਸੇ ਦੀ ਫੜਾਈ 'ਚ ਹੀ ਨਹੀਂ ਆਇਆ। ਤੇ ਤੂੰ ਤਾਂ ਛੋਟਾ ਬਹੁਤ ਹੈ, ਮੇਰਾ ਛੋਟਾ ਭਾਈ ਹੈ। ਇਹ ਤੇ ਉਹ ਜਾਣੇ, ਉਹਨਾਂ ਦਾ ਕੰਮ ਜਾਣ। ਮੇਰੇ ਤੇ ਦੱਸ, ਆ ਤੇਰੇ ਸਾਹਮਣੇ ਖੜਾ, ਤੇਰੇ ਸਾਹਮਣੇ ਬੈਠਾ, ਕਰੇ ਕੋਈ ਸਵਾਲ। ਪੋਲੀਟੀਸ਼ੀਅਨਸ ਦਾ ਫਿਰ ਫਿਊਚਰ ਕੀ ਹੈ ਸਿੱਧੂ ਸਾਹਿਬ? ਪੋਲਿਟਿਕਸ ਦਾ ਮੈਂ ਕਹਿੰਦਾ ਮੈਂ ਆਪਣਾ ਫਿਊਚਰ ਬੜਾ ਬ੍ਰਾਈਟ ਦੇਖਦਾ, ਕਿਉਂਕਿ ਮੈਨੂੰ ਇਹ ਪਤਾ ਹੈ ਕਿ ਮੈਂ ਜ਼ਿੰਦਗੀ 'ਚ ਆਪਦੇ ਪਿਓ ਦੀ ਪੱਗ ਨੂੰ ਦਾਗ ਨਹੀਂ ਲਾ ਸਕਦਾ। ਮੇਰੇ ਫਾਦਰ ਨੇ, ਛੋਟੀ ਭੈਣ, ਮੈਂ ਤੈਨੂੰ ਇਹ ਅੱਜ ਅੰਦਰਲੀਆਂ ਗੱਲਾਂ ਕਰ ਰਿਹਾ, ਜਦੋਂ ਮੇਰਾ ਫਾਦਰ ਔਰ ਕੀ ਸੁਤੰਤਰਤਾ ਸੈਨਾਨੀ ਸੀ, ਦੇਸ਼ ਦੀ ਆਜ਼ਾਦੀ 'ਚ ਆਪਦਾ ਘਰ ਛੱਡ ਕੇ ਚਲਿਆ ਗਿਆ, ਆਪਦੇ ਫਾਦਰ ਨਾਲ ਲੜ ਪਿਆ, ਘਰ ਛੱਡ ਕੇ ਚਲਿਆ ਗਿਆ। ਉਹ ਜਦੋਂ ਮਤਲਬ ਉਹਨੂੰ ਪਤਾ ਸੀ, ਕਹਿੰਦੇ ਜਦੋਂ ਬੰਦਾ ਜਾਣ ਲੱਗਦਾ ਨਾ, ਉਹਨੂੰ ਪਤਾ ਹੁੰਦਾ ਵੀ ਯਾਰ ਮੇਰੇ ਸਵਾਸ ਘੱਟ ਨਹੀਂ। ਮੈਨੂੰ ਕਹਿੰਦਾ ਪੁੱਤਰ, ਮੈਂ ਉਹਦੇ ਨਾਲ ਹੀ ਵੱਡਾ ਹੋਇਆ, ਮੈਨੂੰ ਕਹਿੰਦਾ ਮੈਨੂੰ ਗੁਰੂ ਦਕਸ਼ਨਾ ਦੇਂਗਾ? ਮੈਂ ਹੁਣ ਤੇਰਾ ਗੁਰੂ ਵੀ ਹਾਂ, ਮੈਂਟਰ ਵੀ ਹਾਂ, ਸਭ ਕੁਝ ਹਾਂ। ਮੈਂ ਕਿਹਾ ਜੀ ਮਹਾਰਾਜ ਮੈਨੂੰ ਤੁਸੀਂ ਦੱਸੋ, ਮੇਰਾ ਤਾਂ ਹੈ ਹੀ, ਮੇਰਾ ਅਸਤਿਤਵ ਵੀ ਤੁਹਾਡੇ ਕਰਕੇ ਹੈ। ਮੈਂ ਕਿਹਾ ਮੈਂ ਕ੍ਰਿਕਟ ਖੇਡੀ, ਬੋਝ ਸੀ ਮੇਰੇ ਲਈ ਕ੍ਰਿਕਟ, ਪਰ ਮੈਂ ਤੁਹਾਡੇ ਖਾਤਰ ਮੈਂ 500 ਮੈਚ ਖੇਡਦਾ ਹਿੰਦੁਸਤਾਨ ਲਈ। ਵੀ ਮੇਰਾ ਪਿਓ ਇੱਕ ਦਿਨ ਅੱਖਾਂ 'ਚ ਅਥਰੂ ਭਰਦਾ ਸੀਗਾ ਵੀ ਮੇਰਾ ਪੁੱਤ ਕ੍ਰਿਕਟਰ ਨਹੀਂ ਬਣਿਆ। ਮੈਂ ਦੱਸੋ ਤੁਸੀਂ ਚਾਹੁੰਦੇ ਕੀ ਹੋ, ਕੀ ਚਾਹੁੰਦੇ ਹੋ ਮੈਨੂੰ ਦੱਸੋ? ਮੈਂ ਜੇ ਅਸਮਾਨ ਤੋਂ ਤਾਰੇ ਵੀ ਤੋੜਨੇ ਮੇਰੇ ਵਾਸਤੇ ਮੈਂ ਦੇ ਦੂੰ। ਕਹਿੰਦਾ ਫਿਰ ਇੱਕ ਗੱਲ ਦਾ ਵਚਨ ਦੇ ਮੈਨੂੰ। ਮੈਂ ਦੱਸੋ? ਕਹਿੰਦਾ ਵਚਨ ਇਹ ਹੈ ਵੀ ਜੇ ਮੇਰਾ ਦੋਸਤ ਕੋਈ ਤੁਰਦਾ ਫਿਰਦਾ ਜਾਂਦਾ ਹੋਵੇ, ਤੂੰ ਆਪਦੇ ਆਪ ਨੂੰ ਇਸ ਤਰ੍ਹਾਂ ਕੰਡਕਟ ਕਰੇਗਾ ਕਿ ਤੈਨੂੰ ਦੇਖੇ ਉਹ ਭਗਵੰਤ ਸਿੰਘ ਦਾ ਮੁੰਡਾ ਹੈ, ਮੁੰਡਾ ਇਮਾਨਦਾਰ, ਤੇ ਸਮਝ ਲਈ ਤੇਰੇ ਪੂਰਵਜਾਂ ਦਾ ਆਸ਼ੀਰਵਾਦ ਤੇਰੇ ਸਿਰ ਤੇ ਹਮੇਸ਼ਾ ਰਹੂ, ਤੇਰੀ ਹਾਰ ਨਹੀਂ ਹੋਣੀ ਕਦੇ। ਮੈਂ ਵੇਖਿਆ ਕਿ ਜਦੋਂ ਕਿੱਡੀ ਵੀ ਮੁਸੀਬਤ ਆਉਂਦੀ ਐ ਚੁੱਕ ਕੇ ਵਾਹਿਗੁਰੂ ਐਂ ਖੜਾ ਕਰਦਾ, ਟੱਕ ਐ ਮਾਰਦਾ ਠੱਕ। ਆ ਕਰਤਾਰਪੁਰ ਵਾਲਾ ਮਾਮਲਾ ਹਿੱਲਿਆ, ਮੈਂ ਇੰਚ ਨਹੀਂ ਹਿੱਲਿਆ। ਮੈਨੂੰ ਪਤਾ ਸੀ ਕਿ ਜਦੋਂ ਤੁਸੀਂ ਕਰੋੜਾਂ ਦੇ ਭਲੇ ਦੇ ਲਈ ਲੜ ਰਹੇ ਹੋ, ਵਾਹਿਗੁਰੂ ਤੁਹਾਡੇ ਨਾਲ ਅੰਗ ਸੰਗ ਸਹਾਈ ਹੋ ਕੇ ਖੜਦਾ ਹੈ। ਜ਼ੋਰ ਲਾ ਲਿਆ ਇਹਨਾਂ ਨੇ, ਤੁਹਾਨੂੰ ਪਤਾ ਕਿਹਨਾਂ ਨੇ ਜ਼ੋਰ ਲਾ ਲਿਆ ਵੀ ਸਿੱਧੂ ਹਰਾ ਇਹ ਕਿੱਥੇ ਨੇ, ਕਿੱਥੇ ਨੇ? ਲੱਭਦੇ ਆ ਕੀ ਇੱਜ਼ਤ ਇਹਨਾਂ ਦੀ ਸਿਆਸਤ 'ਚ? ਅ ਗੁੱਡ ਨੇਮ ਇਜ਼ ਵਰਥ ਆਲ ਦ ਰਿਚਸ ਇਨ ਲਾਈਫ। ਚੰਗਾ ਨਾਮ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸੰਪਦਾ ਹੈ। ਮੈਂ ਕਹਿੰਦਾ ਕਿਸੇ ਸਿਆਸਤਦਾਨ ਦੇ ਕੋਲ ਕੁਛ ਨਾ ਹੋਵੇ। ਗਾਂਧੀ ਜੀ ਕੋਲ ਕੀ ਸੀ ਭਾਈ? ਭਗਤ ਸਿੰਘ ਕੋਲ ਕੀ ਸੀ? ਉਹ ਮਕਾਨ ਜਾਂਦਾ, ਮੈਂ ਮੱਥਾ ਟੇਕਦਾ ਉੱਥੇ, ਉਹ ਮਿੱਟੀ ਨੂੰ ਚੁੰਮਦਾ। ਉਹ ਭਾਈ ਕੀ ਉਸ ਮਕਾਨ 'ਚ ਛੋਟਾ ਜਿਹਾ ਮਕਾਨ ਹੈ ਜੀ। ਬੈਰਿਸਟਰ ਗਾਂਧੀ, ਮੈਂ ਕਹਿੰਦਾ ਧੋਤੀ ਜੀ 'ਚ ਆ ਕੇ ਦੇਖੋ ਤੁਸੀਂ, ਸੇਂਟ ਪੀਟਰਸਬਰਗ ਦੇ ਵਿੱਚ ਉਹ ਲੱਗੇ ਹੋਏ ਨੇ। ਸ਼ਹੀਦ ਊਧਮ ਸਿੰਘ ਕੀ ਸੀ? ਕਰਮ ਛੱਡ ਗਏ। ਸੋ ਇਹ ਜਿਹੜੀਆਂ ਤੁਹਾਡੀਆਂ ਗੱਲਾਂ ਨੇ, ਹਰ ਲੀਡਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸ਼ਾਸਕ ਭਾਵ ਛੱਡੇ। ਮੈਂ ਇਹ ਲਾਸਟ ਟਾਈਮ ਬੋਲਦਾ, ਫਿਰ ਆਪਾਂ ਬਹੁਤ ਲੰਮਾ ਹੋ ਜੂ, ਨਹੀਂ ਤਾਂ ਵੀ ਸ਼ਾਸਕ ਭਾਵ ਛੱਡੇ। ਸ਼ਾਸਕ ਭਾਵ ਛੱਡ ਕੇ ਉਹ ਪਰਿਵਾਰ ਦਾ ਭਾਵ ਜਗਾਵੇ। ਕੋਈ ਜਦੋਂ ਆਪਦੇ ਮੁੰਡੇ ਨੂੰ ਸਕੂਲੇ ਪਾਉਂਦਾ, ਕਿਸੇ ਨੂੰ ਪੁੱਛਦਾ ਕਿੱਥੇ ਪਾਉਣਾ, ਅਤੇ ਫਿਰ ਜਦੋਂ ਪੰਜਾਬ ਦੀ ਪੜ੍ਹਾਈ ਦੀ ਗੱਲ ਆਉਂਦੀ ਹੈ, ਇਹ ਕਿਉਂ ਪੁੱਛਿਆ ਜਾਂਦਾ ਵੀ ਕਿਹੜੀ ਪਾਲਿਸੀ ਬਣਾਈਏ, ਕੀ ਕਰੀਏ ਜੀ? ਕੀ ਭੈਣ ਦਾ ਭਾਵ ਜਗਾਵੇ, ਭਾਈ ਦਾ ਭਾਵ ਜਗਾਵੇ, ਕਿਰਦਾਰ ਤਗੜਾ ਰੱਖੇ। ਮਜਾਲ ਕੀ ਹੈ ਕੋਈ ਝਾਕ ਜਵੇ। ਬਾਕੀ ਇੱਕਾ ਦੁੱਕਾ ਤਾਂ ਹੁੰਦੀ ਹੀ ਹੈ। दुनिया में सबसे बड़ा रोग मेरे बारे में क्या कहेंगे लोग, पर असली प्रमाण मिलता है जो लोग वोटां पाਉਂਦੇ। ਪਰ ਜਿਹੜਾ ਉੱਥੇ ਹਜੂਮ ਵੇਖ ਰਹੇ ਆ, ਉਹਦੇ ਵਿੱਚ ਜਿਹੜਾ ਕਿਰਦਾਰ ਉੱਠ ਕੇ ਆ ਰਿਹਾ, ਖਾਸ ਕਰਕੇ ਨੌਜਵਾਨਾਂ ਦਾ, ਮੈਂ ਕਹਿੰਦਾ ਇਹ ਸਭ ਤੋਂ ਵੱਡੀ ਰਿਡੈਂਪਸ਼ਨ ਹੈ। ਇਹ ਪੰਜਾਬ ਦੇ ਲਈ ਕਿੱਡੀ ਵੱਡੀ ਪ੍ਰਾਈਡ ਹੈ ਕਿ ਪੰਜਾਬ ਫੇਰ ਟੌਰਚਵੇਰਰ ਹੈ। ਮੈਂ ਕਹਿੰਦਾ ਪੰਜਾਬ ਪਿੱਛੇ ਕਿੱਥੇ ਸੀ ਦੱਸੋ ਮੈਨੂੰ? ਨੰਬਰ 2 ਕਿੱਥੇ ਸੀ? ਇਹ ਹਮੇਸ਼ਾ ਹੀ ਇੱਦਾਂ ਸੀ। ਔਰ ਇਹ ਜਿਹੜੀ ਮੂਵਮੈਂਟ ਹੈ, ਦੇਖੋ ਜੀ, ਇਹ ਮੂਵਮੈਂਟ ਨੇ ਪੰਜਾਬ ਦੀ ਸਪਿਰਿਟ, ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਮੈਨੂੰ ਦਿੱਲੀੋਂ ਇੱਕ ਫੋਨ ਆਇਆ, ਮੈਂ ਤੁਹਾਨੂੰ ਜਵਾਬ ਦੇ ਦਿੰਦਾ। ਮੈਨੂੰ ਦਿੱਲੀੋਂ ਇੱਕ ਫੋਨ ਆਇਆ, ਕਿਉਂਕਿ ਮੈਂ ਗਰਾਊਂਡ 'ਤੇ ਗੱਲਾਂ ਕਰਦਾ, ਮੇਰਾ ਫੋਨ ਟੈਪ ਟੂਪ ਕਰਦੇ ਆ, ਮੈਂ ਫੋਨ ਫਿਰ ਦੂਜੇ ਰੱਖਦਾ, ਜਿਹੜੇ ਦੂਜੇ ਹੁੰਦੇ ਨੇ 7-8 ਫੋਨ ਨੇ ਮੇਰੇ ਕੋਲ। ਮੈਂ ਪੋਲਾ ਜਾ ਉੱਧਰੋਂ ਮਾਰਦਾ, ਉਹ ਪੋਲਾ ਜਾ ਉੱਧਰੋਂ, ਕੋਈ ਸਭ ਭੰਬਲ ਭੂਸੇ ਪਏ ਨੇ, ਤੂੰ ਕਰਦਾ ਕੀ ਹੈ ਮੈਂ ਪਤਾ ਨਹੀਂ ਲੱਗਦਾ। ਮੈਂ ਉਹਨੂੰ ਫੋਨ ਕੀਤਾ ਆਪਣੇ ਯਾਰ ਦੋਸਤ ਨੂੰ ਦਿੱਲੀ ਦੇ ਵਿੱਚ। ਉਹ ਮੈਨੂੰ ਕਹਿੰਦਾ ਸਿੱਧੂ ਸਾਹਿਬ ਜਦੋਂ ਇੱਥੇ ਹਜੂਮ ਆਇਆ ਪੂਰਾ, ਅਤੇ ਅਸੀਂ ਆਪਣੀਆਂ ਕੁੜੀਆਂ ਵੀ ਸਕੂਲੇ ਭੇਜਣੀਆਂ ਸੀ, ਆਪਣੀ ਸਾਰਾ ਕੁਛ ਅਸੀਂ ਕਰਨਾ ਸੀ, ਅਤੇ ਅਸੀਂ ਕਰਟਸੀ ਸੇਕ
ਪਾਣੀ ਦੀਆਂ 2 ਬੋਤਲਾਂ ਲੈ ਗਏ। ਅਸੀਂ ਉਹਨਾਂ ਨੂੰ ਕਹੋ ਵੀ ਆਓ ਪ੍ਰਸ਼ਾਦਾ ਚ, ਕਹਿੰਦਾ ਪ੍ਰਸ਼ਾਦਾ ਪ੍ਰਸ਼ੂਦਾ ਤੁਹਾਡੀ ਜ਼ਿੰਮੇਵਾਰੀ ਨਹੀਂ, ਹੁਣ ਸਾਡੀ ਜ਼ਿੰਮੇਵਾਰੀ ਹੈ ਮਿੱਤਰਾ, ਪ੍ਰਸ਼ਾਦਾ ਤੁਸੀਂ ਇੱਥੇ ਆ ਕੇ ਖਾਇਆ ਕਰੋ। ਕਹਿੰਦੇ ਉਹ ਕੁੜੀਆਂ ਨੂੰ ਕੋਈ 4 ਮਵਾਲੀ ਖੜ ਕੇ ਕੋਈ ਗੱਲ ਵੀ ਕਰ ਦਿੰਦੀ, ਕਹਿੰਦੇ ਉਹ ਤਿੱਤਰ ਹੋ ਗਏ, ਲੱਭਦਾ ਨਹੀਂ ਕੋਈ। ਕਹਿੰਦਾ ਉਹ ਕਹਿੰਦਾ ਆ ਪੁੱਤਰ ਆਹ ਖਾ ਲਾ ਆਹ ਖਾ। ਕਹਿੰਦੇ ਐਂ ਲੱਗਦਾ ਹੈ ਜਿਸ ਤਰ੍ਹਾਂ ਕਿ ਪਹਿਲੀ ਵਾਰ ਸਾਨੂੰ ਐਂ ਲੱਗਦਾ ਵੀ ਯਾਰ ਪ੍ਰੋਟੈਕਟਿਡ ਰੇਸ, ਕਿੰਨੀ ਵੱਡੀ ਗੱਲ ਹੈ ਮਹਾਰਾਜ। ਤੇ ਫਿਰ ਤੁਸੀਂ ਉਹਨਾਂ ਲੋਕਾਂ ਨੂੰ ਜਿਹੜਾ ਪਵਿੱਤਰ ਸੰਘਰਸ਼, ਝੰਡੇ 'ਚ ਡੰਡੇ ਵਾਲਾ ਸੰਘਰਸ਼ ਹੈ, ਇੱਕ ਪ੍ਰਿਸਟੀਨ ਸੰਘਰਸ਼ ਨੂੰ ਤੁਸੀਂ ਕਹੋ ਖਾਲਿਸਤਾਨੀ ਖੜਾ। ਵਾਹ ਤੇਰੇ, ਤੁਹਾਡੇ ਨਾਲ ਕੋਈ ਅਗਰੀ ਨਾ ਕਰੇ ਤਾਂ ਉਹ ਖਾਲਿਸਤਾਨੀ ਹੈ, ਉਹ ਐਂਟੀ ਨੈਸ਼ਨਲ ਹੈ, ਉਹ ਤੁਹਾਡਾ ਫਲਾਨਾ ਹੈ, ਤੁਹਾਡਾ ਢਮਕਾਨਾ ਹੈ। ਉਹ ਲਾਣਾ ਤਾਂ ਯਾਰ ਕਦ ਤੱਕ ਚੱਲੋਗੇ ਤੁਸੀਂ? ਕਦੇ ਬੇਰੁਜ਼ਗਾਰੀ ਦੀ ਗੱਲ, ਰੋਜ਼ਗਾਰ ਇੰਨਾ ਦੇਣਾ ਉਹਦੀ ਗੱਲ ਕਰੋ ਯਾਰ, ਕਦੇ ਅੱਧੇ ਵਾਅਦਿਆਂ ਦੀ ਗੱਲ ਕਰੋ ਯਾਰ, ਕਦੇ ਬਲੈਕ ਮਨੀ ਦੀ ਗੱਲ ਕਰੋ ਯਾਰ, ਕਿਸੇ ਚੀਜ਼ ਦੀ ਗੱਲ ਤਾਂ ਕਰ, ਕੋਈ ਤੇ ਡਿਵੈਲਪਮੈਂਟ ਦੀ ਗੱਲ ਕਰ, ਇਕਨੋਮਿਕ ਪਾਲਿਸੀ ਦੀ ਗੱਲ ਕਰ, ਕੋਈ ਤੇ ਗੱਲ ਕਰਨਾ। ਤੁਹਾਡੀ ਪਾਰਟੀ ਹਾਈ ਕਮਾਂਡ ਤੁਹਾਡੇ ਨਾਲ ਇਸ ਗੱਲ ਦੇ ਉੱਤੇ ਫਾਰਮਰ ਐਜੂਕੇਸ਼ਨ ਦੇ ਉੱਤੇ ਜ਼ਿਆਦਾ ਹੈ, ਫਾਰਮਰ ਐਜੂਕੇਸ਼ਨ ਸ਼ੁਰੂ ਹੋਇਆ, ਤੁਹਾਡੀ ਪਾਰਟੀ ਹਾਈ ਕਮਾਂਡ ਨੇ ਤੁਹਾਡੇ ਨਾਲ ਕਿਸੇ ਤਰੀਕੇ ਨਾਲ ਕੋਈ ਕੰਟੈਕਟ ਕੀਤਾ ਕਿ ਇਸ ਚੀਜ਼ ਨੂੰ ਕਾਂਗਰਸ ਕਿੱਦਾਂ ਦੇਖਦੀ ਹੈ ਜਾਂ ਕਾਂਗਰਸ ਕਿਵੇਂ ਚਾਹੁੰਦੀ ਹੈ ਕਿ ਤੁਸੀਂ ਕੁਝ ਕਰੋ ਕਿਸਾਨੀ ਲਈ, ਕਿਉਂਕਿ ਤੁਸੀਂ ਕਰਨਾ ਚਾਹੁੰਦੇ ਹੋ, ਤੁਹਾਡੀ ਪਾਰਟੀ ਹਾਈ ਕਮਾਂਡ ਕੁਝ ਸੁਣਦੀ ਹੈ? ਦੇਖੋ ਪਾਰਟੀ ਹਾਈ ਕਮਾਂਡ ਦੀ ਗੱਲ, ਇੱਕ ਪੁਰਾਣਾ ਵੇਦਾਂ ਦਾ ਇੱਕ ਲਾਈਨ ਦੇ ਦਿੰਦਾ ਮੈਂ ਕਿ ਭਾਲੇ ਦੀ ਨੋਕ ਨਾਲ ਨਾ ਇੱਕ ਬੰਦਾ ਮਰਦਾ ਹੈ, ਵਿਸ਼ ਦੇ ਪਿਆਲੇ ਨਾਲ ਸੈਨਾ ਸਿੱਟ ਲਓ, ਪਰ ਜੇ ਗੁਪਤ ਵਿਚਾਰ ਪ੍ਰਗਟ ਹੋ ਜੇ ਨਾ ਤੇ ਰਾਸ਼ਟਰ ਤਬਾਹ ਹੋ ਜਾਂਦੇ। ਇਹ ਗੁਪਤ ਵਿਚਾਰ ਹੈ ਮਿੱਤਰਾ, ਇਹ ਨਹੀਂ ਪ੍ਰਗਟ ਕਰਨਾ ਮੈਂ। ਇਹਦੇ ਤੁਹਾਡੀ ਅੱਜ ਘੇਰ ਰਹੀ ਹੈ ਪੰਜਾਬ ਦੇ ਵਿੱਚ, ਕੌਣ ਜੀ? ਸੰਸਦ ਦੇ ਬਾਹਰ ਤੁਹਾਡੀ ਪਾਰਟੀ ਕਾਂਗਰਸ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਗਵਰਨਰ ਹਾਊਸ ਘੇਰੇ ਨੇ, ਤੁਸੀਂ ਇੱਥੇ ਬੈਠੇ ਹੋ ਤੇ ਦਿੱਲੀ ਦੇ ਵਿੱਚ ਵੀ ਧਰਨਾ ਲਾਇਆ। ਤੁਸੀਂ ਕਿਸਾਨਾਂ ਦੀ ਸਪੋਰਟ ਕਰਦੇ ਹੋ ਪਰ ਪਾਰਟੀ ਦੇ ਨਾਲ ਕਿਉਂ ਨਹੀਂ ਮਿਲਦੇ? ਕਿਉਂ ਜੀ, ਦਿੱਲੀ 'ਚ ਜਦੋਂ ਧਰਨਾ ਸੀਗਾ ਭਾਸ਼ਣ ਕਿਹਦਾ ਚੱਲਿਆ ਦੇਖ ਲਓ। ਹੁਣ ਤਾਂ ਕੰਟੀਨਿਊ ਚੱਲਦਾ। ਦੇਖ ਲਓ, ਮੈਂ ਤੁਹਾਡੇ ਸਾਹਮਣੇ ਹੀ ਦੇਖ ਲਓ ਵੀ ਉੱਥੇ ਖੜਾ ਸੀ ਕਿ ਨਹੀਂ ਖੜਾ ਸੀ। ਹਰ ਥਾਂ ਤੇ ਜਿੱਥੇ ਮੈਨੂੰ ਕੋਈ ਸੁਨੇਹਾ ਆਉਂਦਾ ਹੈ, ਕਿਸੇ ਤਰੀਕੇ ਦੀ ਵੀ ਕੋਈ ਹੁੰਦੀ ਹੈ, ਮੈਂ ਪਰ ਜੇ ਪਾਰਟੀ ਪ੍ਰੈਜ਼ੀਡੈਂਟ ਬਣ ਜੂਗੇ ਪੰਜਾਬ 'ਚ ਫਿਰ ਤਾਂ ਜਾਇਆ ਕਰੋਗੇ। ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਮੈਂ ਚਾਚਾ ਨਾ ਕਹਿੰਦਾ ਉਹਨੂੰ। ਮਿੱਤਰਾ ਮੇਰੀ ਗੱਲ ਨੂੰ ਸੁਣੋ, ਧਿਆਨ ਨਾਲ ਸੁਣ, ਮੈਂ ਤੈਨੂੰ ਇਹਦਾ ਜਵਾਬ, ਛੋਟੇ ਭਾਈ ਤੈਨੂੰ ਮੈਂ ਜਵਾਬ ਦੇਣਾ। ਵੇਖੋ ਕਿਸਾਨ ਦਾ ਸੰਘਰਸ਼ ਚੱਲ ਰਿਹਾ, ਮੈਂ ਉਹਨੂੰ ਪਵਿੱਤਰ ਸੰਘਰਸ਼ ਮੰਨਦਾ, ਮੈਨੂੰ ਬੜਾ ਗਰਵ ਹੈ, ਮੈਨੂੰ ਫਖਰ ਹੈ। ਗੌਰਵਪੂਰਨ ਬਿਤਾਇਆ ਹੋਇਆ 1 ਘੰਟਾ ਨਾ ਕੀਰਤੀ ਰਹਿਤ ਯੁਗਾਂ ਨਾਲੋਂ ਕਿਤੇ ਬਿਹਤਰ ਹੈ। ਇਹ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹ ਐਡਾ ਵੱਡਾ ਹੈ ਤੇ ਮੈਂ ਆਪਣੀਆਂ ਗੱਲਾਂ ਕਰਦਾ ਫਿਰ ਵੀ ਮੈਂ ਕੀ ਕਰਨਾ ਓਏ। ਇਸ ਮੁੱਦਾ ਹੀ ਨਹੀਂ, ਨਵਜੋਤ ਸਿੰਘ ਸਿੱਧੂ ਤੁੱਛ, ਮੈਂ ਕਹਿੰਦਾ ਮੁੱਦਾ ਹੀ ਨਹੀਂ ਵੀ ਮੈਂ ਇਹ ਗੱਲ ਕਰਾਂ ਵੀ ਮੈਂ ਕਰਨਾ, ਮੈਂ ਉਹ ਕਰਨਾ। ਉਹ ਆਪਾਂ ਇਹ ਦੇਖੀਏ ਆਪਾਂ ਉਹਨਾਂ ਨਾਲ ਕਿਵੇਂ ਖੜਨਾ ਹੈ, ਰੋਜ਼ ਦਾ ਕੀ ਯੋਗਦਾਨ ਪਾਣਾ ਹੈ। ਰਾਤ ਨੂੰ ਜਦੋਂ ਸੌਣਾ ਮੈਨੂੰ ਪਤਾ ਹੀ ਨਹੀਂ ਲੱਗਦਾ, ਖੜਕ ਆਓਗੇ, ਕਿਉਂਕਿ ਮੈਨੂੰ ਪਤਾ ਹੁੰਦਾ ਵੀ ਇਹ ਤੋਂ ਬਿਹਤਰ ਮੈਂ ਨਹੀਂ ਸੀ ਕਰ ਸਕਦਾ। 100 ਵਾਰ ਸੋਚਦਾ ਫਿਰ ਇੱਕ ਲਾਈਨ ਲਿਖਦਾ, ਕਈ ਵਾਰ ਧਿਆਨ 'ਚ ਨਹੀਂ ਆਉਂਦੀ ਤੇ 5 ਘੰਟੇ ਨਹੀਂ ਆਉਂਦੀ, ਕਈ ਆਉਂਦੀਆਂ 3 ਆਉਂਦੀਆਂ ਖੜੀਆਂ, ਮੈਂ 3 ਹੀ ਪਾ ਦੇਣਾ, ਠਾਹ ਕਰਦੀਆਂ। ਕੌਨਸਟੀਟਿਊਸ਼ਨ ਦੀ ਗੱਲ ਕਰਦਾ, ਧੱਕੇ ਦੀ ਗੱਲ ਕਰਦਾ, ਟਵਿੱਟਰ ਤੇ ਫੇਸਬੁੱਕ ਹਰ ਥਾਂ ਦੇ ਉੱਤੇ ਮੈਂ ਉਹਨਾਂ ਦੀ ਸਪੋਰਟ ਕਰਦਾ ਔਰ ਪਾਰਟੀਆਂ ਤੋਂ ਉੱਤੇ ਉੱਠ ਕੇ ਸਪੋਰਟ ਕਰਦਾ, ਕਿਉਂਕਿ ਮੈਂ ਪਹਿਲੇ ਦਿਨ ਦੇਖ ਲਿਆ ਸੀ ਇਹ ਕਿ ਇਹਨੂੰ ਤੁਸੀਂ ਪਾਰਟੀਆਂ ਦਾ ਨਾਂ ਦੇ ਦਿਓਗੇ, ਇਹਨੂੰ ਛੋਟਾ ਕਰ ਦਿਓਗੇ, ਯੂ ਵਿਲ ਬੀਲਿਟਲ ਦਿਸ ਮੂਵਮੈਂਟ। ਦੇਖ ਲਓ ਤੁਸੀਂ, ਮੈਂ ਪਹਿਲੇ ਦਿਨ ਸੰਘਰਸ਼ 'ਚ ਨਿਕਲਿਆ, ਵਿਧਾਨ ਸਭਾ ਗਿਆ, ਕੋਈ ਈਗੋ ਸੀ, ਉਹ ਕਹਿੰਦੇ ਜੀ ਲਾਸਟ ਤੇ ਬੈਠੋ, ਮੈਂ ਕਿਹਾ ਲਾਸਟ ਤੋਂ ਤੂੰ ਉੱਤੇ ਪਾ ਦੇ, ਕੋਈ ਚੱਕਰ ਨਹੀਂ, ਰੌਲਾ ਹੀ ਨਹੀਂ ਕੋਈ। ਇਹ ਲੋਕਾਂ ਦੇ ਤਾਂ ਮੈਂ ਚਰਨਾਂ ਦੇ ਵਿੱਚ ਸਿਰ ਲਾ ਦੇਣਾ ਆਪਣਾ। ਤੁਸੀਂ ਬੇਸ਼ੱਕ ਮੁੱਦੇ ਨੂੰ ਡੀਰੇਲ ਨਹੀਂ ਕਰਨਾ ਚਾਹੁੰਦੇ, ਪਰ ਇਹ ਮੇਰੇ ਸਾਰੇ ਸਾਥੀ ਪੱਤਰਕਾਰੀ ਬੈਠੇ ਆ, ਲੋਕਾਂ ਦੇ ਵਿੱਚ ਵੀ ਇਸ ਗੱਲ ਦੀ ਡਿਮਾਂਡ ਹੈਗੀ ਹੈ ਸਿੱਧੂ ਦੇ ਫਿਊਚਰ ਨੂੰ ਲੈ ਕੇ। ਬੇਸ਼ੱਕ ਤੁਸੀਂ ਬੋਲਣਾ ਨਹੀਂ ਬੋਲਣਾ ਤੁਹਾਡੀ ਮਰਜ਼ੀ ਹੈ, ਪਰ ਇਹ ਵੈਕਿਊਮ ਹੈ, ਲੋਕ ਜਾਣਨਾ ਚਾਹੁੰਦੇ ਆ ਕਿ ਨਵਜੋਤ ਦਾ ਫਿਊਚਰ ਕੀ ਆ। ਹੁਣ ਸਿੱਧੂ ਦੇ ਫਿਊਚਰ ਦੀ ਗੱਲ ਹੀ ਨਹੀਂ ਹੈ, ਫਿਊਚਰ ਪੰਜਾਬ ਦੇ ਦੀ ਗੱਲ ਹੈ। ਔਰ ਫੈਸਲਾ ਕੌਣ ਕਰੂਗਾ ਮਿੱਤਰਾ? ਲੋਕਤੰਤਰ ਦੇ ਵਿੱਚ ਕੋਈ ਬੰਦਾ ਐਡਾ ਵੱਡਾ ਨਹੀਂ ਹੁੰਦਾ ਵੀ ਉਹ ਲੋਕਾਂ ਤੋਂ ਵੱਡਾ ਹੋ ਜਾਏ। ਫੈਸਲਾ ਲੋਕ ਕਰਨਗੇ ਔਰ ਲੋਕਾਂ ਦੇ ਫੈਸਲੇ ਨੂੰ ਫੈਸਿਲਿਟੇਟ ਮੈਂ ਕਰੂੰਗਾ, ਟਿਕਾ ਕੇ ਐਂ ਕਰੇ ਠੋਕ ਕੇ ਮੈਂ ਖੜੂੰ ਔਰ ਦੱਸੂੰ। ਪਹਿਲਾਂ ਬੰਦ ਕਮਰਿਆਂ 'ਚ ਗੱਲਾਂ ਕੀਤੀਆਂ ਨੇ, ਹੁਣ ਖੁੱਲ੍ਹ ਕੇ ਗੱਲ ਕਰਦਾ, ਟਿਕਾ ਕੇ। ਯਾਰ ਫਿਰ ਉਹਨੂੰ ਤੂੰ ਅਗਰ ਮਗਰ ਤੂੰ ਫਿਰ ਮੈਨੂੰ ਅਗਰ ਮਗਰ ਚ ਪਾਏਗਾ ਮੈਂ ਫਟਕ ਮਾ ਦੂੰ, ਮੈਂ ਫਟਕ ਮਾ। ਯਾਦ ਅੰਦਰ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜਦੋਂ ਤੂੰ ਪੈਦਾ ਹੋਇਆ ਸੀ ਉਦੋਂ ਮੈਂ 25-30 ਸਾਲ ਦਾ ਸੀ ਮਿੱਤਰਾ। ਮੈਂ ਇਹਨਾਂ ਗੱਲਾਂ 'ਚ ਨਾ ਪਿਆ ਯਾਰ, ਮੈਂ ਤੂੰ ਮੇਰਾ ਛੋਟਾ ਭਾਈ ਭਾਈ। ਅੱਡ ਅੱਡ ਖੂਹਾਂ ਦੇ ਪਾਣੀ ਦਾ ਸਵਾਦ ਅਲੱਗ-ਅਲੱਗ ਹੈ। ਜੋ ਧੁਨੀ ਸੋਨੇ ਦੇ ਬਰਤਨ 'ਚੋਂ ਆਉਂਦੀ ਹੈ ਉਹ ਕਾਂਸੇ ਦੇ ਬਰਤਨ 'ਚੋਂ ਨਹੀਂ ਆਉਂਦੀ। ਇਸ ਤਰ੍ਹਾਂ ਹੀ ਬੇਰ ਤੇ ਕੰਡਾ ਇੱਕ ਡਾਲ ਤੇ ਉਗਦੇ ਹੈ, ਬੇਰ ਹੈ ਤੇ ਕੰਡਾ ਹੈ,
ਹਰੇਕ ਬੰਦਾ ਅੱਡ ਹੈ ਮਿੱਤਰਾ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਤੇਰੇ ਗੇਮ 'ਚ ਨਹੀਂ ਆਉਂਦਾ ਮੈਂ, ਪਰਵਾਹ ਨਾ ਕਰ, ਮੈਂ ਵੱਡੀ ਗੇਮ ਵਾਲੀ ਗੱਲ ਕਰਦਾ। ਇਹ ਕੀ ਗੱਲਾਂ ਖੇਡਦਾ, ਮੇਰੇ ਨਾਲ ਇਹ ਨਾ ਖੇਡ, ਮੈਂ ਕ੍ਰਿਕਟ ਵਾਲਾ ਖਿਡਾਰੀ ਹਾਂ। ਜੇ ਅਸੀਂ ਕੱਲ ਤੇ ਆਈਏ ਕਿ ਨਿੱਜੀਕਰਨ ਹੈ, ਸਿਆਸਤ ਉਹਦੇ ਬਿਨਾਂ ਚੱਲ ਸਕਦੀ ਹੈ, ਬਿਕੋਜ਼ ਜਿਸ ਤਰ੍ਹਾਂ ਅਸੀਂ ਹੁਣ ਸਿਸਟਮ ਬਣਾ ਲਿਆ ਪੋਲੀਟੀਕਲ ਫੰਡਿੰਗ ਦਾ, ਕੈਨ ਵੀ ਸਰਵਾਈਵ, ਕੈਨ ਦਿਸ ਪੋਲੀਟੀਸ਼ੀਅਨ ਐਂਡ ਦ ਹੋਲ ਸਿਸਟਮ ਸਰਵਾਈਵ ਵਿਦਆਊਟ ਨਿੱਜੀਕਰਨ? ਨਾਟ, ਮੇਰੀ ਗੱਲ ਨੂੰ ਸੁਣੋ ਤੁਸੀਂ, ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਏਜੰਡਾ ਦੇਵੇ ਨਾ ਕੋਈ। ਤੇ ਤੁਸੀਂ ਕਿੰਨੇ ਇਲੈਕਸ਼ਨ ਲੜੀਆਂ ਇਹ ਦੱਸ, ਤੁਸੀਂ ਤੁਹਾਨੂੰ ਇਲੈਕਸ਼ਨ ਲੜਨ 'ਚ ਕਿੰਨਾ ਫੰਡ ਲੱਗਿਆ? ਹਾਂ ਆ ਸ਼ਾਬਾਸ਼ ਓਏ, ਇਹ ਖਾਂਦਾ ਅਲਸੀ ਦੀਆਂ ਪਿੰਨੀਆਂ, ਮੈਨੂੰ ਪੂਰਾ ਤੇ ਕਈ ਵਾਰ ਉਹ ਕਰ ਦਿੰਦਾ, ਇਹ ਪੁੱਤਾਂ ਵਾਂਗੀ ਆ, ਮੇਰੇ ਸਗਾ ਭਤੀਜਾ ਹੈ। ਲੋਕ ਕਹਿੰਦੇ ਆ ਜੀ ਮਹਾਰਾਜ 10 ਕਰੋੜ 12 ਕਰੋੜ 15 ਕਿਉਂ ਡੱਲਾ ਸਾਹਿਬ ਤੁਸੀਂ ਦੱਸੋ ਜੀ ਮਹਾਰਾਜ, ਭਾਜੀ ਕਹਿੰਦੇ ਕਿ ਨਹੀਂ ਕਹਿੰਦੇ ਕਿ ਜੀ ਇੰਨਾ ਲੱਗਦਾ ਜੀ ਇਲੈਕਸ਼ਨ ਦੇ ਉੱਤੇ, ਇੱਕ ਤੇ ਇੰਨਾ ਲੱਗਦਾ ਜੀ, ਕੋਈ ਕਹਿੰਦਾ ਜੀ ਇੰਨਾ ਲੱਗਦਾ ਜੀ। ਮੈਂ ਤੁਹਾਨੂੰ ਪੁੱਛਦਾ ਵੀ ਮੇਰੇ 5 ਇਲੈਕਸ਼ਨਾਂ ਤੇ ਕਿੰਨੇ ਪੈਸੇ ਲੱਗੇ? ਮੈਂ ਤੁਹਾਨੂੰ, ਤੁਸੀਂ ਦੱਸੋ ਮਹਾਰਾਜ, ਗੈਸ ਦਿਓ ਤੁਸੀਂ। ਅਗਲਾ ਤਾਂ ਕਹਿੰਦਾ ਜੀ ਦੇਖੋ ਐਮਐਲਏ ਵਾਲਾ ਲੜਨਾ ਤੇ ਇੰਨਾ ਕਿਉਂ ਭਾਜੀ, ਖਾਂਦੇ ਵਾਲੇ ਸਾਹਿਬ ਕਹਿੰਦੇ ਕਿ ਨਹੀਂ ਕਹਿੰਦੇ ਇੰਨਾ ਲੱਗਦਾ ਜੀ, ਕਿੰਨਾ? ਭਾਈ ਸ਼ਾਬਾਸ਼, ਆਹ ਜਵਾਬ ਤੇ ਮੈਂ ਹੱਥ ਮਿਲਾ, ਫਿਰ ਉਰੇ ਆ ਨਾ, ਹੱਥ ਮਿਲਾਏ ਤੇ ਹੱਥ ਮਿਲਾਉਣ ਵਾਲੀ ਗੱਲ ਹੈ। ਚਲੋ ਠੀਕ ਹੈ, ਓਕੇ, 5 ਉਹ ਕਰੋਨਾ, ਸੌਰੀ ਕਰੋਨਾ, ਠੀਕ ਹੈ 5, ਇਹ ਕਹਿੰਦਾ 5। ਅੱਛਾ ਲੋਕ ਸਭਾ ਦੇ ਕਿੰਨਾ ਲੱਗਦਾ? ਮੈਂ ਤੇ 3 ਲੋਕ ਸਭਾ ਲੜੀ ਹੈ ਜੀ, ਆਵਾਜ਼ ਬਚੀ ਜਾਂਦੀ 5 ਮਿਨੀਮਮ, ਮੇਰੇ ਵਰਗੇ ਕੱਦ ਤੇ, ਠੀਕ ਹੈ। ਲਓ ਹੁਣ ਤੁਹਾਨੂੰ ਮੈਂ ਦੱਸਦਾ 1% ਇਹਦੇ ਚ ਕੋਈ ਇੰਨਾ ਵੀ ਵਲਵਿੰਗ ਨਹੀਂ। ਟੋਟਲ 5 ਇਲੈਕਸ਼ਨ 47 ਲੱਖ ਰੁਪਏ, 47 ਲੱਖ ਲੋਕਾਂ ਨੇ ਲੜੇ। ਅੱਜ ਤੱਕ ਸਟੇਜ ਨਹੀਂ ਲਾਇਆ, ਪੋਸਟਰ ਨਹੀਂ ਲਾਇਆ, ਕਦੇ ਪੋਸਟਰ ਨਹੀਂ ਲਾਇਆ ਮੈਨੂੰ। ਮੈਂ ਕਦੇ, ਤੁਸੀਂ ਦੇਖੋ ਮੇਰਾ, ਮੈਂ ਜਦੋਂ ਕੋਈ ਮੁੰਡਾ ਮੈਨੂੰ ਕਹਿੰਦਾ ਮੈਂ ਇਹ ਪੋਸਟਰ ਲਾਇਆ, ਮੈਂ ਕਿਹਾ ਯਾਰ ਬਖਸ਼, ਪੋਸਟਰ ਲੋਕਾਂ ਦੇ ਦਿਲਾਂ 'ਚ ਹੋਣੇ, ਜਿਹੜੇ ਜਿੰਨੇ ਪੋਸਟਰ ਲਾਉਂਦੇ ਆ ਲੋਕੀ ਉਹਨਾਂ ਖਿੱਚਦੇ ਆ ਉਹਨਾਂ ਤੋਂ, ਉਹਨਾਂ ਹੀ ਲਾ ਦਿੰਦੇ ਆ ਥੱਲੇ ਦੇ ਪੋਸਟਰ। ਇੱਧਰ ਕੋਈ ਕੰਪਲੈਕਸ ਹੈ ਬੰਦੇ ਨੂੰ ਵੀ ਮੈਨੂੰ ਕੋਈ ਜਾਣਦਾ ਨਹੀਂ ਪਛਾਣਦਾ ਨਹੀਂ, ਉਹਨੂੰ ਕੰਪਲੈਕਸ ਲਾਣੇ ਆ ਹੈ? ਇਲੈਕਸ਼ਨ ਕਮਿਸ਼ਨ ਨੂੰ ਪਤਾ ਹੀ ਨਹੀਂ ਹੈ, ਉਹ ਤੇ ਥੱਲੋਂ ਦੀ ਹੈ ਨਾ, ਇਹ ਤਾਂ ਅੰਦਰ ਕੀ ਬਾਤ ਹੈ, ਕਿੱਥੋਂ ਲੱਗਦੇ ਆ, ਕਿੱਥੇ ਲਾਉਂਦੇ ਆ, ਕੀ ਕਰਦੇ ਆ। ਪਰ ਮੈਂ ਤੁਹਾਨੂੰ ਜੋ ਕਹਿ ਰਿਹਾ ਬਿਲਕੁਲ ਫੈਕਟ ਹੈ। ਮੈਨੂੰ ਕਈ ਲੋਕ ਆਉਂਦੇ ਆ, ਸਿੱਧੂ ਸਾਹਿਬ ਤੂੰ ਮੇਰਾ ਆਹ ਕੰਮ ਕੀਤਾ ਸੀ, ਇੰਨੇ ਪੈਸੇ ਚਾਹੀਦੇ। ਮੈਂ ਕਹਿੰਦਾ ਅੱਛਾ ਚੱਕ ਮਿੱਤਰਾ, ਆ ਫਲਾਨੀ ਡੇਟ ਤੇ ਇੱਥੇ ਫਲਾਨੀ ਥਾਂ ਦੇ ਉੱਤੇ ਲਾ ਦੀ। ਉਹ ਕਹਿੰਦਾ ਮੈਂ ਲਾਵਾਂ, ਲਾ ਨਾ ਯਾਰ। ਅਗਲਾ ਸੱਦ ਕੇ ਲਾਉਂਦਾ। ਮੇਰੇ ਕੋਲ ਬਚ ਗਏ ਸੀ, ਮੈਂ ਜਾ ਕੇ ਜੇਲ੍ਹ ਸਾਹਿਬ ਦੇ ਤੇ। ਜੇਲ੍ਹ ਸਾਹਿਬ ਕਹਿੰਦਾ ਕਿੰਨੇ ਬਚੇ? ਮੈਂ ਕਿਹਾ ਜੀ ਆ ਇੰਨੇ ਬਚੇ। ਕਿੰਨੇ? ਕਹਿੰਦਾ 70,000। ਮੈਂ 70,000 ਮੈਂ ਦਿੱਤੇ, ਤੈਨੂੰ ਇੱਕ ਵੀ ਸੀ। ਮੈਂ ਕਿਹਾ ਜੀ ਹੁਣ 70 ਬਚ ਗਏ ਤੇ ਮੈਂ ਬਚ ਗਏ, ਹੁਣ ਮੈਂ ਕੀ ਕਰਾਂ? ਅੱਗੇ ਜਾ ਕੇ ਉਹਨੂੰ ਉਹ ਦੇ ਦੇ, ਉੱਥੇ ਬਖਸ਼ੀ ਰਾਮ ਦੇ ਦੇ, ਉਹ ਦਫ਼ਤਰ ਬਣਾ ਦੇਣਗੇ। ਮੈਂ ਲਾ ਫਿਰ ਫੋਨ ਆਇਆ, ਉਹ ਲਵਾ ਦੇ ਤੂੰ। ਮੈਂ ਕਿਹਾ ਅੱਛਾ ਜੀ ਠੀਕ ਹੈ, ਕੋਈ ਗੱਲ ਨਹੀਂ, ਉਹ ਠੇਕੇਦਾਰ ਵੀ ਲਵਾ। ਇਹ ਕੋਈ ਗੱਲ ਥੋੜਾ ਨਾ ਭਾਜੀ, ਐਵੇਂ ਥੋੜਾ ਨਾ ਵਿਸ਼ਵਾਸ ਬਣਦਾ ਹੈ। ਕਿਸੇ ਦੇ ਕਹਿਣ ਨਾਲ ਮੈਂ ਹਮੇਸ਼ਾ ਕਹਿੰਦਾ ਡੋਂਟ ਰੇਜ਼ ਯੋਰ ਵੌਇਸ, ਰੇਜ਼ ਯੋਰ ਆਰਗੂਮੈਂਟ। ਤੱਥ ਤੇ ਗੱਲ ਕਰੋ, ਤਰਕ ਤੇ। ਆਹ ਮੁੰਡਾ ਬਹੁਤ ਵਧੀਆ ਗੱਲ ਕਰਦਾ, ਮੈਂ ਇਹਨੂੰ ਸੁਣਦਾ ਹੁੰਦਾ ਕਈ ਵਾਰ, ਕਾਕੇ ਨੂੰ ਫੋਨ ਲਾ ਕੇ ਮੈਂ ਸੁਣਦਾ ਹੁੰਦਾ। ਜਿਹੜੇ ਵਧੀਆ ਮੈਨੂੰ ਲੱਗਦੇ ਆ, ਮੈਂ ਉਹਨਾਂ ਨੂੰ ਫੋਨ ਕਰਕੇ ਆਪ ਬੁਲਾਇਆ। ਤੈਨੂੰ ਆਪ ਫੋਨ ਕੀਤਾ ਕਿ ਨਹੀਂ ਕੀਤਾ ਮਿੱਤਰਾ? ਤੈਨੂੰ ਆਪ ਫੋਨ, ਮੈਨੂੰ ਵਧੀਆ ਜਿਹੜੇ ਲੱਗਦੇ ਮੈਂ ਕਰ, ਮੈਨੂੰ ਕੋਈ ਪਬਲਿਸਿਟੀ ਦਾ ਉਹ ਹੈ ਦੱਸੋ। ਚਲੋ आज के लिए इतना काफ़ी है। ਇੱਕੋ ਤਮੰਨਾ, ਮੈਂ ਕਹਿੰਦਾ ਉਸੇ ਤਮੰਨਾ ਲਈ ਜੀਊਂਗਾ, ਉਮਰ ਕੱਢ ਦੂੰਗਾ, ਔਰ ਉਹਦੇ ਲਈ ਕੋਈ ਸਮਝੌਤਾ ਨਹੀਂ। ਮੈਂ ਤੁਹਾਨੂੰ ਫੇਰ ਕਹਿ ਰਿਹਾ, ਕੋਈ ਸਮਝੌਤਾ ਨਹੀਂ, ਕੋਈ ਸ਼ਾਰਟਕਟ ਨਹੀਂ, ਖੜਾ ਰਹੂੰਗਾ ਉਹਦੇ ਤੇ, ਕੋਈ ਕੰਪਰੋਮਾਈਜ਼ ਨਹੀਂ। ਔਰ ਉਹ ਮੇਰੀਆਂ ਵੈਲਿਊਜ਼ ਦਾ ਸਭ ਤੋਂ ਵੱਡੀ ਚੀਜ਼ ਹੈ, ਪੰਜਾਬ ਦੀ ਰੈਜ਼ਰੈਕਸ਼ਨ, ਉਥਾਨ। ਪੰਜਾਬ ਖੜਾ ਹੁੰਦਾ ਦੇਖਣਾ, ਜੇ ਨਾ, ਜੇ ਕਿਤੇ 1%, ਮੈਨੂੰ ਤਾਂ 1% ਡਾਊਟ ਨਹੀਂ, ਉਹ ਰੱਬ ਨੇ ਕਦੇ ਅੱਜ ਤੱਕ ਕੋਈ ਅਰਦਾਸ ਹੈ ਜੀ ਹੈ ਹੀ ਨਹੀਂ ਜਿਹੜੀ ਪੂਰੀ ਨਹੀਂ ਕੀਤੀ। ਜੇ ਉਹਨੇ 1% ਮੇਰੇ ਕਰਮਾਂ 'ਚ ਨਾਂ ਲਿਖਿਆ, ਦੁਬਾਰੇ ਆਉਂ। ਇਹ ਸੂਬਾ ਗੁਰੂਆਂ ਦੀ ਚਰਨ ਛੋਹ ਧਰਤੀ ਆ ਉੱਠਣਾ। ਹਾਲੀ ਲੜਨਾ ਪੈਣਾ ਭਾਜੀ, ਲੜਨਾ ਹੈ ਵੀ ਇਹਨਾਂ ਦੇ ਪੋਤੜੇ ਖੋਲੋ, ਇਹਨਾਂ ਨੂੰ ਆਵਾਜ਼ ਮਾਰੋ ਤੇ ਆਪਣੇ ਆਤਮ ਨਿਰਭਰ ਹੋਣ ਦੀ ਰਾਹ ਲੱਭੋ ਭਾਜੀ। ਕੋਈ ਦੇਖੋ ਮੇਰੀ ਗੱਲ ਨੂੰ ਸੁਣੋ, ਪੰਜਾਬ ਉੱਠਣਾ ਕਿਵੇਂ ਹੈ? ਕਿਸੇ ਏਜੰਡੇ ਤੇ ਉੱਠਣਾ ਨਾ, ਕਿਸੇ ਰੋਡ ਮੈਪ ਤੇ ਉੱਠਣਾ ਨਾ, ਕਿਸੇ ਪਾਲਿਸੀ ਤੇ ਉੱਠਣਾ ਨਾ। ਤੇ ਜੇ ਤੁਸੀਂ ਪਾਲਿਸੀ ਨਹੀਂ ਦਿਓਗੇ, ਇੱਕ ਦੂਜੇ ਨੂੰ ਗਾਲਾਂ ਹੀ ਕੱਢੀ ਜਾਓਗੇ ਤੇ ਇੱਕ ਦੂਜੇ ਨੂੰ ਉਂਗਲੀ ਚੁੱਕੀ ਜਾਓਗੇ, ਤੇ ਕਿੱਥੋਂ ਉੱਠਣਾ? ਫਿਰ ਤੁਸੀਂ 500 ਵਾਅਦੇ ਕਰ ਦਿਓਗੇ। ਫਿਰ 500 ਵਾਅਦਿਆਂ ਦੇ ਵਿੱਚੋਂ ਕੋਈ ਕਹੂਗਾ ਜੀ ਇੰਨੇ ਹੋ ਗਏ, ਉਹ ਕਹੂਗਾ ਜੀ ਇੰਨੇ ਹੋ ਗਏ। ਭਾਈ 10-12 ਗੱਲਾਂ ਕਰੋ। ਉਹ 10-12 ਗੱਲਾਂ ਦੇ ਵਿੱਚੋਂ ਮੈਂ ਕਹਿੰਦਾ 8 ਪੂਰੀਆਂ ਕਰ ਦਿਓ, 7 ਪੂਰੀਆਂ ਕਰ ਦਿਓ, ਲੋਕ ਜੈ-ਜੈਕਾਰ ਕਰਨਗੇ। ਹੈਂ, ਹੁਣ ਤੁਸੀਂ ਮੈਨੂੰ ਦੱਸੋ, ਖਾਲਸਾ ਏਡ ਤੋਂ ਉੱਤੇ ਜਦੋਂ ਖਾਲਸਾ ਏਡ ਸਾਰੀ ਦੁਨੀਆ ਦੇ ਵਿੱਚ ਆਪਣਾ ਪਰਚਮ ਫਹਿਰਾ ਕੇ ਭਲਾ ਕਰਦੀ ਹੈ, ਲੰਗਰ ਲਾਉਂਦੀ ਹੈ,
ਲੋਕਾਂ ਦੇ ਭਲੇ ਕਰਦੀ ਹੈ, ਨਿਸ਼ਕਾਮ ਕਰਮ ਕਰਦੀ ਹੈ, ਉਦੋਂ ਕਦੇ ਕਹਿੰਦੇ ਇਹ? ਅੱਜ ਉਹ ਇਸ ਮੂਵਮੈਂਟ ਦੇ ਨਾਲ ਖੜੀ ਹੋ ਗਈ, ਮੂਵਮੈਂਟ ਨੂੰ ਸਪੋਰਟ ਕਰ ਰਹੀ ਹੈ। ਇਸ ਕਰਕੇ ਪ੍ਰੋਬਲਮ, ਇਹ ਮੂਵਮੈਂਟ ਕਿਉਂ ਖੜੀ ਹੈ? ਕਿਸੇ ਨੇ ਰਿਅਲਾਈਜ਼ ਕੀਤਾ ਹੈ? ਉਹ ਭਾਈ ਉੱਥੋਂ ਕਿਸਾਨ ਆਏ ਸੀ, ਤਾਮਿਲਨਾਡੂ ਤੋਂ ਆਏ ਸੀ, ਹੋਰ ਆਏ ਸੀ, 2 ਦਿਨ ਨਹੀਂ ਖੜ ਸਕੇ, ਉਹਨਾਂ ਨੂੰ ਰੋਟੀ ਪਾਣੀ ਨਹੀਂ ਚੱਲੀ। ਬੰਗਲਾ ਸਾਹਿਬ ਰੋਟੀ ਖਾਂਦੇ ਸੀ। ਉਹ ਬੰਗਲਾ ਸਾਹਿਬ ਰੋਟੀ ਖਾਂਦੇ ਸੀ, 2 ਦਿਨ ਰੋਟੀ ਪਾਣੀ ਨਹੀਂ ਚੱਲੀ, ਵਿਚਾਰੇ ਹਤਾਸ਼ ਹੋ ਕੇ ਚੱਲ ਗਏ। ਜਜ਼ਬਾ ਉਹਨਾਂ 'ਚ ਸੀ। ਪੰਜਾਬੀ ਅੱਡ ਹੈ, ਪੰਜਾਬੀ ਕਹਿੰਦਾ ਲੱਗ ਗਿਆ ਇੱਥੇ ਹੁਣ ਗੱਡਤਾ ਆ ਮਿੱਤਰਾ। ਤੇ ਕੋਈ ਦੇਖੋ, ਇਹ ਮਾਰਸ਼ਲ ਕੌਮ ਹੈ, ਇਹ ਗੁਰੂ ਦੀ ਕੌਮ ਹੈ, 1.25 ਲੱਖ ਵਰਗਾ ਇੱਕ ਹੈ, ਕਹਿੰਦਾ ਆ ਮਿੱਤਰਾ ਅਸੀਂ ਤੇ ਰੋਟੀ ਸਾਰਿਆਂ ਨੂੰ ਖਵਾਵਾਂਗੇ, ਲਾ ਜਾਓ ਤੂੰ ਸਾਰਾ, ਮੈਂ ਕਹਿੰਦਾ ਤੂੰ ਸਾਰਾ ਜਹਾਨ ਆ ਜਾਏ, ਅਸੀਂ ਖਵਾਵਾਂਗੇ। ਫਰਕ ਹੈ ਨਾ, ਸੋਚ ਦਾ ਫਰਕ ਹੈ, ਮਤਲਬ ਅਪਰੋਚ ਦਾ ਫਰਕ ਹੈ। ਦ ਡਿਸਟੈਂਸ ਫਰੋਮ ਅਰਥ ਟੂ ਹੈਵਨ ਇਜ਼ ਨਾਟ ਅ ਮੈਟਰ ਆਫ ਆਲਟੀਟਿਊਡ, ਇਟ ਇਜ਼ ਅ ਮੈਟਰ ਆਫ ਐਟੀਟਿਊਡ। ਐਟੀਟਿਊਡ ਹੈ ਇਸ ਕੌਮ ਦਾ, ਇਹ ਐਟੀਟਿਊਡ ਹੈ, ਇਹ ਗੁਰੂਆਂ ਦੀ ਸੇਧ ਹੈ। ਕੁਰਬਾਨ ਹੋ ਜਾਂਦੇ ਆ ਚੰਗੇ ਕੰਮਾਂ ਵਾਸਤੇ, ਕਿਰਦਾਰ ਨੇ। ਖਬਰ ਵੱਡੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।